ਸੋ ਦਰ ਰਾਗ ਆਸਾ ਮਹਿਲਾ ਪਹਿਲਾ। ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਇਸ ਪਾਵਨ ਬਾਣੀ ਦਾ ਨਾਂ ਸੋ ਦਰ ਹੈ। ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦਾ ਉਚਾਰਨ ਕੀਤਾ ਹੋਇਆ ਰਾਗ ਆਸਾ ਦਾ ਇਹ ਪਹਿਲਾ ਸ਼ਬਦ ਹੈ। ਸੋ ਦਰ ਸਰਲੇਖ ਹੇਠ ਗੁਰੂ ਗ੍ਰੰਥ ਸਾਹਿਬ ਜੀ ਦੀ ਇਸ ਤਰਤੀਬ ਵਿੱਚ 5 ਸ਼ਬਦ ਦਰਜ ਹਨ ਔਰ ਇਸ ਤੋਂ ਬਾਅਦ 4 ਸ਼ਬਦ ਸੋ ਪੁਰਖ ਦੀ ਬਾਣੀ ਹੇਠ ਦਰਜ ਹਨ। ਕੁੱਲ 9 ਸ਼ਬਦਾਂ ਦਾ ਸੰਗ੍ਰਹਿ ਜੋ ਅੰਕ 8 ਤੋਂ 12 ਤੱਕ ਆਪਾਂ ਦਰਸ਼ਨ ਕਰਦੇ ਹਾਂ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਬਾਣੀ ਅੰਦਰ ਇਹ ਤਰਤੀਬ ਵਿੱਚ ਦੂਜੀ ਬਾਣੀ ਹੈ ਔਰ ਸਿੱਖ ਰਹਿਤ ਮਰਜ਼ਾਦਾ ਵਿੱਚ ਨਿਤਨੇਮ ਦੇ ਨਾਮ ਹੇਠ ਇਸ ਬਾਣੀ ਨੂੰ ਦਰਜ ਕੀਤਾ ਹੈ ਔਰ ਸ਼ਾਮ ਦੇ ਵਕਤ ਗੁਰਸਿੱਖਾਂ ਨੂੰ ਪੜ੍ਹਨ ਦੀ ਪੰਥ ਵੱਲੋਂ ਹਦਾਇਤ ਹੈ। ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਇਹ ਮੁਬਾਰਕ ਸ਼ਬਦ ਜਿਸ ਦੇ ਆਪਾਂ ਦਰਸ਼ਨ ਕਰਨ ਜਾ ਰਹੇ ਹਾਂ, ਸਤਿਗੁਰੂ ਜੀ ਨੇ ਇਸ ਪਾਵਨ ਸ਼ਬਦ ਦੇ ਅੰਦਰ ਵਾਹਿਗੁਰੂ ਅਕਾਲ ਪੁਰਖ ਜੀ ਦੀ ਵੱਡੀ ਵਡਿਆਈ ਨੂੰ ਬਿਆਨ ਕੀਤਾ ਹੈ ਔਰ ਨਾਲ ਨਾਲ ਇਸ ਵਿਚਾਰ ਨੂੰ ਵੀ ਦ੍ਰਿੜ ਕਰਵਾਇਆ ਹੈ ਕਿ ਜੋ ਸੰਸਾਰ ਦੇ ਅੰਦਰ ਸ਼ਕਤੀਆਂ ਹਨ, ਸੰਸਾਰ ਦੇ ਅੰਦਰ ਜੋ ਕੁਝ ਵੀ ਸਾਡੇ ਆਲੇ ਦੁਆਲੇ ਪ੍ਰਭਾਵਸ਼ਾਲੀ ਦਿਸਦਾ ਹੈ, ਅਸਲੀਅਤ ਵਿੱਚ ਇਹ ਉਸ ਅਕਾਲ ਪੁਰਖ ਤੋਂ ਛੋਟਾ ਹੈ, ਥੋੜ੍ਹਾ ਹੈ, ਵੱਡਾ ਤਾਂ ਉਹ ਸਾਹਿਬ ਆਪ ਹੀ ਹੈ। ਆਓ ਸਹਿਜ ਸਹਿਜ ਇਸ ਪਾਵਨ ਬਾਣੀ ਦੇ ਆਪਾਂ ਦਰਸ਼ਨ ਕਰਦੇ ਹਾਂ, ਪਾਠ ਕਰਦੇ ਹਾਂ, ਵਿਸ਼ਰਾਮ ਉਚਾਰਨ ਦਾ ਧਿਆਨ ਰੱਖਦਿਆਂ ਹੋਇਆਂ ਸਤਿਗੁਰੂ ਜੀ ਦੀ ਇਸ ਬਖਸ਼ਿਸ਼ ਨੂੰ ਵਿਚਾਰਨ ਦਾ ਯਤਨ ਕਰੀਏ। ਇੱਕ ਓੰਕਾਰ ਸਤ ਗੁਰ ਪ੍ਰਸਾਦ। ਸਤਿਗੁਰੂ ਜੀ ਨੇ ਉਸ ਅਕਾਲ ਪੁਰਖ ਜੀ ਨੂੰ ਯਾਦ ਕਰਦਿਆਂ ਹੋਇਆਂ ਮੰਗਲ ਵਜੋਂ ਉਸ ਅਕਾਲ ਪੁਰਖ ਨੂੰ ਇੱਥੇ ਸੋਹਣੇ ਸ਼ਬਦਾਂ ਦੇ ਅੰਦਰ ਬਿਆਨ ਕੀਤਾ ਹੈ ਤੇ ਆਖਿਆ ਹੈ ਉਹ ਅਕਾਲ ਪੁਰਖ ਇੱਕ ਹੈ ਅਤੇ ਸਤ ਸਰੂਪ ਹੈ। ਐਸੇ ਅਕਾਲ ਪੁਰਖ ਜੀ ਦੀ ਬਖਸ਼ਿਸ਼ ਸੋਝੀ ਗੁਰੂ ਦੀ ਕਿਰਪਾ ਦੁਆਰਾ ਹੀ ਹੁੰਦੀ ਹੈ। ਸੋ ਦਰ ਤੇਰਾ ਕੇਹਾ ਸੋ ਘਰ ਕੇਹਾ ਜਿਤ ਬੈ ਸਰਬ ਸੰਭਾਲੇ। ਸਤਿਗੁਰੂ ਜੀ ਇਸ ਪਾਵਨ ਬਾਣੀ ਦੀ ਪਹਿਲੀ ਪੰਕਤੀ ਦੇ ਅੰਦਰ ਅਕਾਲ ਪੁਰਖ ਜੀ ਨੂੰ ਸੰਬੋਧਨ ਕਰਦਿਆਂ ਹੋਇਆਂ ਪਿਆਰੇ ਬੋਲ ਰੱਖਦੇ ਹਨ, ਹੇ ਪ੍ਰਭੂ ਤੇਰਾ ਉਹ ਘਰ ਅਤੇ ਉਹ ਦਰਵਾਜ਼ਾ ਬੜਾ ਅਚਰਜ ਹੋਵੇਗਾ, ਬਹੁਤ ਵਿਸਮਾਦੀ ਹੋਏਗਾ, ਜਿੱਥੇ ਬੈਠ ਕੇ ਤੂੰ ਸਾਰੇ ਜੀਵਾਂ ਦੀ ਸੰਭਾਲ ਕਰ ਰਿਹਾ ਹੈ। ਵਾਜੇ ਤੇਰੇ ਨਾਦ ਅਨੇਕ ਅਸੰਖਾ ਕੇਤੇ ਤੇਰੇ ਵਾਵਨ ਹਾਰੇ। ਤੇਰੀ ਇਸ ਰਚੀ ਹੋਈ ਕੁਦਰਤ ਵਿੱਚ ਅਨੇਕਾਂ ਅਤੇ ਅਣਗਿਣਤ ਵਾਜੇ ਤੇ ਰਾਗ ਹਨ। ਬੇਅੰਤ ਹੀ ਜੀਵ ਉਹਨਾਂ ਵਾਜਿਆਂ ਨੂੰ ਵਜਾਉਣ ਵਾਲੇ ਹਨ। ਭਾਵ ਕਿ ਅਕਾਲ ਪੁਰਖ ਜੀ ਤੁਹਾਡੀ ਸਿਫਤ ਸਲਾਹ ਗਾਉਣ ਲਈ ਅਨੇਕਾਂ ਹੀ ਸਾਧਨ ਹਨ ਤੇ ਇਹਨਾਂ ਸਾਧਨਾਂ ਨੂੰ ਵਰਤਣ ਵਾਲੇ ਵੀ ਬੇਅੰਤ ਹੀ ਹਨ। ਕੇਤੇ ਤੇਰੇ ਰਾਗ ਪਰੀ ਸਿਉ ਕਹੀਐ ਕੇਤੇ ਤੇਰੇ ਗਾਵਨ ਹਾਰੇ। ਰਾਗਣੀਆਂ ਦੇ ਸਮੇਤ ਅਨੇਕਾਂ ਹੀ ਰਾਗਾਂ ਦੇ ਨਾਮ ਲਏ ਜਾਂਦੇ ਹਨ। ਅਨੇਕਾਂ ਹੀ ਜੀਵ ਇਹਨਾਂ ਰਾਗ ਰਾਗਣੀਆਂ ਦੇ ਰਾਹੀਂ ਗਾਣ ਵਾਲੇ ਹਨ, ਤੇਰੀ ਸਿਫਤ ਸਲਾਹ ਦੇ ਗੀਤ ਗਾ ਰਹੇ ਹਨ। ਗਾਵਨ ਤੁਧਨੋ ਪਵਨ ਪਾਣੀ ਬੈ ਸੰਤਰ
ਗਾਵੈ ਰਾਜਾ ਧਰਮ ਦੁਆਰੇ। ਸਤਿਗੁਰੂ ਜੀ ਅਕਾਲ ਪੁਰਖ ਜੀ ਦੀ ਵੱਡੀ ਬਖਸ਼ਿਸ਼ ਨੂੰ ਸੋਹਣੇ ਸ਼ਬਦਾਂ ਦੇ ਰਾਹੀਂ ਚਿਤਰਦਿਆਂ ਹੋਇਆਂ ਆਖਦੇ ਹਨ, ਹੇ ਪ੍ਰਭੂ, ਹਵਾ, ਪਾਣੀ, ਅੱਗ ਆਦਿਕ ਤੱਤ ਤੇਰੇ ਗੁਣ ਗਾ ਰਹੇ ਹਨ। ਭਾਵ ਤੇਰੇ ਬਣਾਏ ਨਿਯਮ ਵਿੱਚ ਇਹ ਤੁਰ ਰਹੇ ਹਨ। ਜਿਵੇਂ ਤੂੰ ਇਹਨਾਂ ਨੂੰ ਡਿਊਟੀ ਦਿੱਤੀ ਹੈ, ਜੋ ਇਹਨਾਂ ਦੇ ਫਰਜ਼ ਹਨ, ਉਹ ਆਪੋ ਆਪਣੇ ਫਰਜ਼ਾਂ ਨੂੰ, ਡਿਊਟੀ ਨੂੰ ਨਿਭਾ ਰਹੇ ਹਨ। ਤੇਰੀ ਰਜਾ ਵਿੱਚ ਤੁਰ ਰਹੇ ਹਨ। ਧਰਮਰਾਜ ਤੇਰੇ ਦਰ ਤੇ ਖਲੋ ਕੇ ਤੇਰੀ ਸਿਫਤ ਸਲਾਹ ਦੇ ਗੀਤ ਗਾ ਰਿਹਾ ਹੈ। ਗਾਵਨ ਤੁਧਨੋ ਚਿੱਤ ਗੁਪਤ ਲਿਖ ਜਾਣਨ। ਲਿਖ ਲਿਖ ਧਰਮ ਵਿਚਾਰੇ। ਸਤਿਗੁਰੂ ਜੀ ਇੱਥੇ ਇਸ ਪੰਕਤੀ ਦੇ ਅੰਦਰ ਪੁਰਾਤਨ ਹਿੰਦੂ ਖਿਆਲ ਜੋ ਤੁਰਿਆ ਆ ਰਿਹਾ ਹੈ, ਇਹ ਦੋਵੇਂ ਵਿਅਕਤੀ ਜੋ ਚਿੱਤਰ ਤੇ ਗੁਪਤ ਹਨ, ਜੋ ਸਾਰੇ ਜੀਵਾਂ ਦੇ ਕੀਤੇ ਹੋਏ ਚੰਗੇ ਅਤੇ ਮੰਦੇ ਕਰਮ ਨੂੰ ਚਿਤਰਦੇ ਹਨ। ਸਤਿਗੁਰੂ ਜੀ ਨੇ ਇਸ ਪੁਰਾਣੇ ਇੱਕ ਖਿਆਲ ਨੂੰ ਇੱਥੇ ਦਰਜ ਕਰਦਿਆਂ ਹੋਇਆਂ ਇਹ ਦਰਸਾਇਆ ਹੈ ਕਿ ਜੇ ਕੋਈ ਇਸ ਤਰ੍ਹਾਂ ਦੀ ਵਿਵਸਥਾ ਮੰਨਦਾ ਵੀ ਹੈ ਤਾਂ ਅਕਾਲ ਪੁਰਖ ਇਹਨਾਂ ਤੋਂ ਵੱਡਾ ਹੈ। ਅਕਾਲ ਪੁਰਖ ਦੇ ਬਣਾਏ ਨਿਯਮ ਦੇ ਵਿੱਚ ਹੀ ਇਹ ਵੀ ਤੁਰਦੇ ਹਨ। ਇਸ ਲਈ ਸਿਫਤ ਸਲਾਹ ਅਕਾਲ ਪੁਰਖ ਦੀ ਹੀ ਕਰਨੀ ਬਣਦੀ ਹੈ। ਸਤਿਗੁਰੂ ਜੀ ਆਖਦੇ ਹਨ, ਚਿੱਤਰ ਗੁਪਤ ਜੋ ਜੀਵਾਂ ਦੇ ਚੰਗੇ ਅਤੇ ਮੰਦੇ ਕਰਮ ਨੂੰ ਲਿਖਦੇ ਹਨ, ਇਹਨਾਂ ਨੂੰ ਧਰਮਰਾਜ ਵਿਚਾਰਦਾ ਹੈ। ਇਹ ਸਾਰੇ ਵੀ ਤੇਰੀ ਹੀ ਸਿਫਤੋ ਸਲਾਹ ਦੇ ਗੀਤ ਗਾ ਰਹੇ ਹਨ। ਗਾਵਨ ਤੁਧਨੋ ਈਸ਼ਰ ਬ੍ਰਹਮਾ ਦੇਵੀ। ਸੋਹਣ ਤੇਰੇ ਸਦਾ ਸਵਾਰੇ। ਸਤਿਗੁਰੂ ਜੀ ਆਖਦੇ, ਹੇ ਪ੍ਰਭੂ, ਇਹ ਦੇਵੀਆਂ, ਸ਼ਿਵ ਜੀ, ਬ੍ਰਹਮਾ ਆਦਿਕ ਸਾਰੇ ਦੇਵਤੇ ਜੋ ਤੇਰੇ ਦਰ ਤੇ ਸਵਾਰੇ ਹੋਏ ਹਨ ਤੇ ਸਦਾ ਹੀ ਤੇਰੇ ਦਰ ਤੇ ਸ਼ੋਭ ਰਹੇ ਹਨ, ਤੇਰੀ ਸਿਫਤ ਸਲਾਹ ਕਰ ਰਹੇ ਹਨ। ਗਾਵਨ ਤੁਧਨੋ ਇੰਦਰ ਇੰਦਰਾਸਣ ਬੈਠੇ। ਦੇਵਤਿਆਂ ਦਰ ਨਾਲੇ। ਜਿਹੜੇ ਇੰਦਰ ਹਨ, ਇਹ ਵੀ ਆਪਣੇ ਆਸਣਾਂ ਤੇ ਬੈਠੇ ਹੋਏ, ਆਸਣਾਂ ਤੇ ਟਿਕੇ ਹੋਏ, ਤੇਰੇ ਦਰਵਾਜ਼ੇ ਤੇ ਖਲੋਤੇ ਤੈਨੂੰ ਗਾ ਰਹੇ ਹਨ, ਤੇਰੀ ਸਿਫਤ ਸਲਾਹ ਕਰ ਰਹੇ ਹਨ। ਗਾਵਨ ਤੁਧਨੋ ਸਿੱਧ ਸਮਾਧੀ ਅੰਦਰ। ਗਾਵਨ ਤੁਧਨੋ ਸਾਧ ਵਿਚਾਰੇ। ਹੇ ਪ੍ਰਭੂ, ਸਿੱਧ ਲੋਕ ਵੀ ਸਮਾਧੀਆਂ ਲਾ ਕੇ ਤੈਨੂੰ ਹੀ ਗਾ ਰਹੇ ਹਨ, ਤੇਰੀ ਹੀ ਸਿਫਤ ਸਲਾਹ ਕਰ ਰਹੇ ਹਨ। ਸਾਧ ਜਨ ਤੇਰੇ ਗੁਣਾਂ ਦੀ ਵਿਚਾਰ ਕਰਕੇ ਤੈਨੂੰ ਹੀ ਸਲਾਹ ਰਹੇ ਹਨ। ਗਾਵਨ ਤੁਧਨੋ ਜਤੀ ਸਤੀ ਸੰਤੋਖੀ। ਗਾਵਨ ਤੁਧਨੋ ਵੀਰ ਕਰਾਰੇ। ਜਤੀ ਬੰਦੇ, ਦਾਨੀ ਬੰਦੇ ਅਤੇ ਸੰਤੋਖੀ ਬੰਦੇ, ਇਹ ਸਾਰੇ ਵੀ ਤੇਰੇ ਹੀ ਗੁਣ ਗਾ ਰਹੇ ਹਨ। ਸਤਿਗੁਰੂ ਆਖਦੇ, ਬੇਅੰਤ ਤਕੜੇ ਸੂਰਮੇ ਤੇਰੀਆਂ ਹੀ ਵਡਿਆਈਆਂ ਕਰ ਰਹੇ ਹਨ। ਗਾਵਨ ਤੁਧਨੋ ਪੰਡਤ ਪੜਨ ਰਖੀਸ਼ਰ। ਜੁਗ ਜੁਗ ਵੇਦਾਂ ਨਾਲੇ। ਰਖੀਸ਼ਰ, ਰਖੀਸ਼ਰ ਦਾ ਪਦ ਅਰਥ ਹੈ ਰਿਖੀ ਪਲਸ ਈਸ਼ਰ, ਭਾਵ ਵੱਡੇ ਵੱਡੇ ਰਿਖੀ, ਵੱਡੇ ਵੱਡੇ ਵਿਦਵਾਨ ਮਹਾਂਪੁਰਖ। ਹੇ ਪ੍ਰਭੂ, ਪੰਡਤ ਅਤੇ ਮਹਾਰਿਖੀ ਜੋ ਵੇਦਾਂ ਨੂੰ ਪੜ੍ਹਦੇ ਹਨ, ਧਾਰਮ ਗ੍ਰੰਥਾਂ ਦਾ ਪਾਠ ਪਠਨ ਕਰਦੇ ਹਨ, ਇਹ ਸਾਰੇ ਤੇਰਾ ਹੀ ਜਸ ਗਾਉਂਦੇ ਹਨ। ਗਾਵਨ ਤੁਧਨੋ ਮੋਹਣੀਆਂ ਮਨ ਮੋਹਨ। ਸੁਰਗ ਮਛ ਪਿਆਲੇ। ਸੁੰਦਰ ਇਸਤਰੀਆਂ ਜੋ ਆਪਣੀ ਸੁੰਦਰਤਾ ਨਾਲ ਮਨੁੱਖ ਦੇ ਮਨ ਨੂੰ ਮੋਹ ਲੈਂਦੀਆਂ ਹਨ, ਭਾਵ ਤੇਰੀ ਸੁੰਦਰਤਾ ਦਾ ਪ੍ਰਕਾਸ਼ ਕਰ ਰਹੀਆਂ ਹਨ। ਸਤਿਗੁਰੂ ਆਖਦੇ ਹਨ, ਲੋਕ, ਸੁਰਗ ਲੋਕ, ਮਾਤ ਲੋਕ, ਪਤਾਲ ਲੋਕ ਅਤੇ ਇਹਨਾਂ ਸਾਰਿਆਂ ਥਾਵਾਂ ਤੇ ਵਸਣ ਵਾਲੇ ਜਿੰਨੇ ਵੀ ਜੀਵ ਹਨ, ਉੱਤਮ, ਮੱਧਮ, ਨੀਚ, ਇਹ ਸਾਰੇ ਹੀ ਤੇਰੀ ਸਿਫਤ ਸਲਾਹ ਵਿੱਚ ਲੱਗੇ ਹੋਏ ਹਨ। ਗਾਵਨ ਤੁਧਨੋ ਰਤਨ ਉਪਾਏ ਤੇਰੇ।
68 ਤੀਰਥ ਨਾਲੇ। ਰਤਨ ਦਾ ਅਰਥ ਹੈ ਸ਼੍ਰੋਮਣੀ, ਵੱਡੇ, ਜੋ ਸਿਆਣੇ ਹਨ, ਸੂਝ ਵਾਲੇ ਹਨ। ਸਤਿਗੁਰੂ ਜੀ ਆਖਦੇ, ਹੇ ਪ੍ਰਭੂ, ਐਸੇ ਸ਼੍ਰੋਮਣੀ ਬੰਦੇ ਵੀ ਤੇਰੀ ਹੀ ਸਿਫਤ ਸਲਾਹ ਤੀਰਥਾਂ ਦੇ ਸਮੇਤ ਕਰ ਰਹੇ ਹਨ। ਗਾਵਨ ਤੁਧਨੋ ਜੋਧ ਮਹਾਬਲ ਸੂਰਾ, ਗਾਵਨ ਤੁਧਨੋ ਖਾਣੀ ਚਾਰੇ। ਹੇ ਪ੍ਰਭੂ, ਜੋ ਵੱਡੇ ਵੱਡੇ ਸੂਰਮੇ ਹਨ, ਮਹਾਬਲੀ ਹਨ, ਯੋਧੇ ਹਨ, ਚਾਰ ਖਾਣੀਆਂ, ਅੰਡਜ, ਜੇਰਜ, ਸੇਤਜ, ਉਤਪੁਜ, ਇਹ ਸਾਰੇ ਵੀ ਤੈਨੂੰ ਹੀ ਗਾਉਂਦੇ ਹਨ, ਤੇਰੀ ਹੀ ਸਿਫਤ ਸਲਾਹ ਕਰਦੇ ਹਨ। ਗਾਵਨ ਤੁਧਨੋ ਖੰਡ ਮੰਡਲ ਬ੍ਰਹਮੰਡਾ, ਕਰ ਕਰ ਰੱਖੇ ਤੇਰੇ ਧਾਰੇ। ਹੇ ਪ੍ਰਭੂ, ਸਾਰੀ ਸ੍ਰਿਸ਼ਟੀ ਦੇ ਜੀਵ, ਖੰਡ ਮੰਡਲ ਜੋ ਤੂੰ ਪੈਦਾ ਕਰਕੇ ਟਿਕਾ ਕੇ ਰੱਖੇ ਹਨ, ਇਹ ਸਾਰੇ ਵੀ ਤੇਰੇ ਹੀ ਬਣਾਏ ਨਿਯਮ ਵਿੱਚ ਤੁਰਦੇ ਹਨ, ਤੇਰੀ ਹੀ ਸਿਫਤ ਸਲਾਹ ਕਰਦੇ ਹਨ। ਤੇਰੇ ਬਣਾਏ ਨਿਯਮ ਤੋਂ ਕਦੀ ਰਤਾ ਵੀ ਪਾਸੇ ਨਹੀਂ ਹੁੰਦੇ। ਸੇਈ ਤੁਧਨੋ ਗਾਵਨ ਜੋ ਤੁਧ ਭਾਵਨ, ਰਤੇ ਤੇਰੇ ਭਗਤ ਰਸਾਲੇ। ਸਤਿਗੁਰੂ ਜੀ ਇਸ ਪਾਵਨ ਸ਼ਬਦ ਦੇ ਅੰਦਰ ਆਰੰਭ ਤੋਂ ਲੈ ਕੇ ਹੁਣ ਤੱਕ ਜੋ ਵਿਚਾਰ ਸਾਡੇ ਸਾਹਮਣੇ ਰੱਖੀ ਹੈ, ਇੱਕ ਪ੍ਰਚਲਿਤ ਖਿਆਲ ਜੋ ਸਮਾਜ ਦੇ ਅੰਦਰ ਮੰਨਿਆ ਜਾ ਰਿਹਾ ਹੈ, ਭਾਵੇਂ ਉਹ ਦੇਵੀਆਂ ਦੇ ਰੂਪ ਵਿੱਚ ਹੈ, ਦੇਵਤਿਆਂ ਦੇ ਰੂਪ ਵਿੱਚ ਹੈ, ਭਾਵੇਂ ਉਹ ਦਿਖਾਈ ਨੇ ਨਾ ਦੇਣ ਵਾਲੀਆਂ ਸ਼ਕਤੀਆਂ ਦੇ ਰੂਪ ਵਿੱਚ ਹੈ। ਸਤਿਗੁਰੂ ਜੀ ਨੇ ਉਹਨਾਂ ਸਾਰੇ ਹੀ ਪੁਰਾਤਨ ਖਿਆਲਾਂ ਨੂੰ ਇੱਥੇ ਦਰਜ ਕਰਦਿਆਂ ਇਸ ਵਿਚਾਰ ਨੂੰ ਦ੍ਰਿੜ ਕਰਾਇਆ ਹੈ ਕਿ ਸਾਰੇ ਹੀ ਅਕਾਲ ਪੁਰਖ ਦੇ ਬਣਾਏ ਨਿਯਮ ਵਿੱਚ ਤੁਰਦੇ ਹਨ। ਅਕਾਲ ਪੁਰਖ ਜੀ ਦੇ ਨਿਯਮ ਤੋਂ ਕੋਈ ਵੀ ਚੀਜ਼ ਬਾਹਰ ਨਹੀਂ ਹੈ, ਭਾਵ ਵੱਡਾ ਅਕਾਲ ਪੁਰਖ ਹੀ ਹੈ। ਅਕਾਲ ਪੁਰਖ ਇਹਨਾਂ ਸਾਰਿਆਂ ਨੂੰ ਚਲਾਉਣ ਵਾਲਾ ਹੈ। ਜਿਵੇਂ ਅਸੀਂ ਅਕਾਲ ਪੁਰਖ ਜੀ ਦੇ ਨਿਯਮ ਵਿੱਚ ਚੱਲਣਾ ਹੈ, ਇਵੇਂ ਹੀ ਇਹ ਬਾਕੀ ਸਾਰੇ ਵੀ ਚੱਲਦੇ ਹਨ। ਇਹਨਾਂ ਸ਼ਕਤੀਆਂ ਦੇ ਆਪਣੇ ਹੱਥ ਵਿੱਚ ਕੁਝ ਨਹੀਂ। ਇਹ ਸ਼ਕਤੀਆਂ ਆਪਣੇ ਆਪ ਦੇ ਵਿੱਚ ਕੋਈ ਆਜ਼ਾਦ ਤਾਕਤ ਨਹੀਂ ਰੱਖਦੀਆਂ, ਸਗੋਂ ਅਕਾਲ ਪੁਰਖ ਜੀ ਦੀ ਦਿੱਤੀ ਹੋਈ ਮਿਹਰ, ਉਸ ਦੀ ਬਖਸ਼ਿਸ਼ ਨੂੰ ਹੀ ਚਿਤਾਰਦੀਆਂ ਹਨ। ਸਤਿਗੁਰੂ ਜੀ ਨੇ ਅਖੀਰ ਇਸ ਪਾਵਨ ਪੰਕਤੀ ਦੇ ਅੰਦਰ ਸਾਨੂੰ ਫੈਸਲਾ ਦ੍ਰਿੜ ਕਰਵਾਇਆ ਹੈ ਕਿ ਅਸਲ ਵਿੱਚ ਭਾਵੇਂ ਸਾਰੇ ਹੀ ਉਸ ਨੂੰ ਆਪੋ ਆਪਣੇ ਤਰੀਕੇ ਨਾਲ, ਆਪੋ ਆਪਣੇ ਧਿਆਨ ਨਾਲ, ਆਪੋ ਆਪਣੇ ਸ਼ਬਦਾਂ ਦੇ ਰਾਹੀਂ ਉਸ ਨੂੰ ਗਾਉਣ ਦਾ ਯਤਨ ਕਰ ਰਹੇ ਹਨ, ਪਰ ਅਸਲ ਵਿੱਚ ਗਾਉਣਾ ਉਹਨਾਂ ਦਾ ਹੀ ਸਫਲ ਹੈ, ਗਾਇਆ ਹੋਇਆ ਉਹਨਾਂ ਦਾ ਹੀ ਪ੍ਰਵਾਨ ਹੈ ਜੋ ਉਸ ਨੂੰ ਗਾਉਂਦਿਆਂ ਹੋਇਆਂ ਭਾ ਜਾਂਦੇ ਹਨ, ਜਿਹੜੇ ਉਸ ਦੇ ਨਿਯਮ ਵਿੱਚ ਤੁਰਨਾ ਸਿੱਖ ਲੈਂਦੇ ਹਨ, ਜਿਹੜੇ ਗਾਉਣ ਵੀ ਤੇ ਉਸ ਦੇ ਨਿਯਮ ਤੋਂ ਬਾਹਰ ਹੋਣ ਵਾਸਤੇ ਯਤਨ ਵੀ ਕਰਦੇ ਰਹਿਣ। ਅਸਲ ਵਿੱਚ ਉਹਨਾਂ ਦਾ ਗਾਇਆ ਕਦੇ ਪ੍ਰਵਾਨ ਨਹੀਂ ਹੁੰਦਾ, ਉਹਨਾਂ ਦਾ ਗਾਇਆ ਹੋਇਆ ਕਦੇ ਸਫਲ ਨਹੀਂ ਹੁੰਦਾ। ਗਾਇਆ ਉਹਨਾਂ ਦਾ ਹੀ ਸਫਲ ਹੈ ਜੋ ਅਕਾਲ ਪੁਰਖ ਜੀ ਦੇ ਨਿਯਮ ਵਿੱਚ ਤੁਰਨਾ ਸਿੱਖ ਲੈਣ। ਸੇਈ ਤੁਧਨੋ ਗਾਵਨ ਜੋ ਤੁਧ ਭਾਵਨ, ਰਤੇ ਤੇਰੇ ਭਗਤ ਰਸਾਲੇ। ਸਤਿਗੁਰੂ ਆਖਦੇ ਹਨ, ਤੇਰੇ ਭਗਤ ਜੋ ਰਸੀਏ ਹਨ ਤੇਰੇ ਨਾਮ ਦੇ, ਜੋ ਤੇਰੇ ਨਿਯਮ ਵਿੱਚ ਤੁਰਦੇ ਹਨ, ਅਸਲ ਵਿੱਚ ਇਹਨਾਂ ਦਾ ਹੀ ਗਾਉਣਾ ਤੈਨੂੰ ਪ੍ਰਵਾਨ ਹੈ। ਹੋਰ ਕੇਤੇ ਤੁਧਨੋ ਗਾਵਨ, ਸੇ ਮੈਂ ਚਿਤ ਨ ਆਵਨ, ਨਾਨਕ ਕਿਆ ਵਿਚਾਰੇ। ਹੇ ਵੱਡੇ ਸਾਹਿਬ, ਤੂੰ ਬਹੁਤ ਵੱਡਾ ਹੈ, ਤੇਰੀ ਬਣਾਈ ਹੋਈ ਇਹ ਸ੍ਰਿਸ਼ਟੀ ਬਹੁਤ ਵੱਡੀ ਹੈ, ਨਾ ਤੇਰਾ ਅੰਤ ਪੈ ਸਕਦਾ ਹੈ, ਨਾ ਹੀ ਤੇਰੀ ਇਸ ਸੋਹਣੀ ਸੁੰਦਰ ਸ੍ਰਿਸ਼ਟੀ ਦਾ ਅੰਤ ਪੈ ਸਕਦਾ ਹੈ। ਬਹੁਤ ਸਮਾਜ ਦੇ ਅੰਦਰ, ਸਮਾਜ ਦੇ ਆਲੇ ਦੁਆਲੇ ਦੇ ਵਿੱਚ ਬਹੁਤ ਕੁਝ ਤੈਨੂੰ ਗਾ ਰਿਹਾ ਹੈ, ਤੇਰੇ ਬਣਾਏ ਨਿਯਮ ਵਿੱਚ ਚੱਲ ਰਿਹਾ ਹੈ। ਕਿੰਨਾ ਕੁਝ ਗਿਣਾ, ਕਿੰਨਾ ਕੁ ਵਿਸਥਾਰ ਵਿੱਚ ਗੱਲ ਕਰਾਂ, ਕਿੰਨੀ ਕੁ ਗਿਣਤੀ ਮਿਣਤੀ ਦਾ ਹਿਸਾਬ ਕਿਤਾਬ ਲਾ ਕੇ ਦੱਸਾਂ, ਇਹ ਮੇਰੇ ਵੱਸ ਦਾ ਮਸਲਾ ਨਹੀਂ। ਕਿੰਨੇ ਕੁ ਤੈਨੂੰ ਗਾਉਂਦੇ ਹਨ, ਗਾ ਰਹੇ ਹਨ। ਸੇ ਮੈਂ ਚਿਤ ਨ ਆਵਨ, ਉਹ ਮੇਰੇ ਵੱਸ ਤੋਂ ਬਾਹਰ ਹਨ, ਮੇਰੇ ਚੇਤੇ ਵਿੱਚ ਨਹੀਂ ਆ ਰਹੇ। ਨਾਨਕ ਕਿਆ ਵਿਚਾਰੇ,
ਨਾਨਕ ਇਸ ਬਾਬਤ ਹੋਰ ਕੀ ਵਿਚਾਰ ਕਰੇ। ਸੋਈ ਸੋਈ ਸਦਾ ਸੱਚ, ਸਾਹਿਬ ਸਾਚਾ ਸਾਚੀ ਨਾਈ। ਭਾਵੇਂ ਕਿ ਬੇਅੰਤ ਸ਼ਕਤੀਆਂ ਸਮਾਜ ਵਿੱਚ ਅਸੀਂ ਮੰਨੀਆਂ, ਭਾਵੇਂ ਬੇਅੰਤ ਥਾਵਾਂ ਤੇ ਰਿਖੀ ਮੁਨੀਆਂ ਦੀ ਪੂਜਾ ਵੀ ਪ੍ਰਧਾਨ ਰਹੀ, ਪਰ ਸਤਿਗੁਰੂ ਆਖਦੇ ਹਨ ਕੋਈ ਵੀ ਇੱਥੇ ਥਿਰ ਨਹੀਂ। ਥਿਰ ਇੱਕ ਅਕਾਲ ਪੁਰਖ ਹੀ ਹੈ ਜੋ ਸਦਾ ਰਹਿਣ ਵਾਲਾ ਹੈ, ਟਿਕਿਆ ਹੋਇਆ ਹੈ, ਜੋ ਕਦੇ ਨਾਸ਼ ਨਹੀਂ ਹੁੰਦਾ। ਸਤਿਗੁਰੂ ਇਸੇ ਤਰ੍ਹਾਂ ਬਖਸ਼ਿਸ਼ ਕਰਦਿਆਂ ਆਖਦੇ ਹਨ ਸੋਈ ਸੋਈ ਸਦਾ ਸੱਚ। ਇੱਕ ਉਹੀ ਅਕਾਲ ਪੁਰਖ ਹੀ ਸਦਾ ਸੱਚ ਹੈ, ਸਾਹਿਬ ਸਾਚਾ ਸਾਚੀ ਨਾਈ, ਜਿਸ ਦੀ ਵਡਿਆਈ ਵੀ ਸੱਚੀ ਹੈ ਤੇ ਉਹ ਆਪ ਸਾਹਿਬ ਵੀ ਸੱਚਾ ਹੈ, ਥਿਰ ਹੈ ਭੀ ਹੋਸੀ ਜਾਏ ਨਾ ਜਾਸੀ, ਰਚਨਾ ਜਿਨ ਰਚਾਈ। ਬਹੁਤ ਵੱਡੇ ਵੱਡੇ ਸੂਰਮੇ ਯੋਧੇ, ਮਹਾਬਲੀ, ਰਿਸ਼ੀ ਮੁਨੀ ਇਤਿਆਦਿਕ ਸੰਸਾਰ ਵਿੱਚ ਆਏ। ਆਪੋ ਆਪਣੇ ਤਰੀਕੇ ਨਾਲ ਉਹ ਵਿਚਰਦੇ ਰਹੇ, ਕਰਮ ਕਰਦੇ ਰਹੇ, ਪਰ ਅਖੀਰ ਆਪੋ ਆਪਣੀ ਵਾਰੀ ਤੇ ਸੰਸਾਰ ਵਿੱਚੋਂ ਤੁਰ ਗਏ। ਸਤਿਗੁਰੂ ਜੀ ਇੱਥੇ ਅਕਾਲ ਪੁਰਖ ਜੀ ਨੂੰ ਵੱਡਾ ਦਰਸਾਉਂਦਿਆਂ ਹੋਇਆਂ, ਉਸ ਦੀ ਸਿਫਤ ਸਲਾਹ ਵੱਲ ਪ੍ਰੇਰਦਿਆਂ ਹੋਇਆਂ ਸਾਨੂੰ ਆਖਦੇ ਹਨ ਉਹ ਮਾਲਕ ਪ੍ਰਭੂ ਸਦਾ ਕਾਇਮ ਰਹਿਣ ਵਾਲਾ ਹੈ, ਉਸ ਦੀ ਵਡਿਆਈ ਵੀ ਕਾਇਮ ਰਹਿਣ ਵਾਲੀ ਹੈ। ਉਹ ਹੈ ਵੀ ਹੈ, ਅੱਗੋਂ ਵੀ ਹੋਏਗਾ ਤੇ ਸਦਾ ਰਹੇਗਾ। ਹੈ ਭੀ ਹੋਸੀ ਜਾਏ ਨਾ ਜਾਸੀ। ਨਾ ਉਹ ਮਰਦਾ ਹੈ, ਨਾ ਹੀ ਉਹ ਸੰਸਾਰ ਵਿੱਚੋਂ ਨਾਸ਼ ਹੁੰਦਾ ਹੈ। ਰਚਨਾ ਜਿਨ ਰਚਾਈ, ਜਿਸ ਨੇ ਇਹ ਸਾਰੀ ਰਚਨਾ ਨੂੰ ਰਚਿਆ ਹੈ ਉਹ ਸਦਾ ਹੀ ਕਾਇਮ ਰਹਿਣ ਵਾਲਾ ਹੈ। ਰੰਗੀ ਰੰਗੀ ਭਾਂਤੀ ਕਰ ਕਰ ਜਿਨਸੀ, ਮਾਇਆ ਜਿਨ ਪਾਈ। ਰੰਗਾਂ ਰੰਗਾਂ ਦੇ, ਭਾਂਤਾਂ ਭਾਂਤਾਂ ਦੇ, ਵੱਖ ਵੱਖ ਜਿਨਸਾਂ ਦੇ ਇਹ ਸੰਸਾਰ ਦੇ ਅੰਦਰ ਜੀਵ ਜੋ ਅਕਾਲ ਪੁਰਖ ਨੇ ਪੈਦਾ ਕੀਤੇ ਹਨ, ਵੱਖ ਵੱਖ ਰੰਗਾਂ ਰੂਪਾਂ ਜਿਨਸਾਂ ਦੀ ਇਹ ਜੋ ਮਾਇਆ ਰਚੀ ਹੈ, ਸਤਿਗੁਰੂ ਆਖਦੇ ਹਨ ਇਹ ਸਾਰੀ ਉਸ ਸੱਚੇ ਸਾਹਿਬ ਦੀ ਹੀ ਪੈਦਾ ਕੀਤੀ ਹੋਈ ਹੈ। ਕਰ ਕਰ ਦੇਖੈ ਕੀਤਾ ਆਪਣਾ, ਜਿਉ ਤਿਸ ਦੀ ਵਡਿਆਈ। ਇੱਕ ਖਿਆਲ ਹੋਰ ਵੀ ਆਮ ਤੌਰ ਤੇ ਸਮਾਜ ਅੰਦਰ ਪ੍ਰਚਲਿਤ ਰਹਿੰਦਾ ਹੈ ਕਿ ਸ਼ਾਇਦ ਅਕਾਲ ਪੁਰਖ ਜੀ ਨੇ ਇਹ ਸ੍ਰਿਸ਼ਟੀ ਰਚੀ ਹੈ ਤੇ ਇਸ ਸ੍ਰਿਸ਼ਟੀ ਨੂੰ ਸ਼ਾਇਦ ਕੋਈ ਹੋਰ ਸ਼ਕਤੀਆਂ ਜਾਂ ਕੋਈ ਹੋਰ ਇਹਨਾਂ ਦਾ ਪ੍ਰਬੰਧ ਕਰਦਾ ਹੈ। ਸਤਿਗੁਰੂ ਆਖਦੇ ਹਨ ਭਾਵੇਂ ਬਹੁ ਭਾਂਤੀ ਸ੍ਰਿਸ਼ਟੀ ਹੈ, ਬਹੁਤ ਸਾਰਿਆਂ ਰੰਗਾਂ ਰੂਪਾਂ ਨਸਲਾਂ ਦੀ ਹੈ, ਪਰ ਅਸਲ ਵਿੱਚ ਇਹ ਸਾਰੀ ਭਾਂਤੋ ਭਾਂਤ ਦੀ ਪੈਦਾ ਕੀਤੀ ਹੋਈ ਸ੍ਰਿਸ਼ਟੀ ਨੂੰ ਬਣਾ ਕੇ ਉਹ ਆਪ ਹੀ ਸੰਭਾਲ ਰਿਹਾ ਹੈ। ਉਹ ਆਪ ਹੀ ਇਸ ਦੀ ਦੇਖ ਰੇਖ ਕਰਦਾ ਹੈ। ਜਿਵੇਂ ਜਿਵੇਂ ਉਹ ਅਕਾਲ ਪੁਰਖ ਇਸ ਨੂੰ ਸੰਭਾਲਦਾ ਹੈ, ਆਪਣੀ ਰਜ਼ਾ ਨੂੰ ਸੰਸਾਰ ਦੇ ਅੰਦਰ ਚਲਾਉਂਦਾ ਹੈ, ਸਤਿਗੁਰੂ ਆਖਦੇ ਹਨ ਇਹ ਉਸ ਦੀ ਵੱਡੀ ਵਡਿਆਈ ਹੈ। ਜੋ ਤਿਸ ਭਾਵੈ ਸੋਈ ਕਰਸੀ, ਫਿਰ ਹੁਕਮ ਨਾ ਕਰਨਾ ਜਾਈ। ਭਾਈ ਇਸ ਗੱਲ ਦਾ ਵੀ ਧਿਆਨ ਰੱਖਣਾ ਹੈ ਕਿ ਭਾਵੇਂ ਸਮਾਜ ਵਿੱਚ ਬਹੁਤ ਸਾਰਾ ਕੁਝ, ਜਿਵੇਂ ਕਿ ਸ਼ਬਦ ਦੇ ਆਰੰਭ ਤੋਂ ਲੈ ਕੇ ਆਪਾਂ ਅਖੀਰ ਤੱਕ ਇਸ ਗੱਲ ਨੂੰ ਵਿਚਾਰਿਆ ਹੈ ਕਿ ਬਹੁਤ ਕੁਝ ਮੰਨਿਆ ਗਿਆ, ਪ੍ਰਚਲਿਤ ਕੀਤਾ ਗਿਆ, ਧਾਰਮਿਕ ਤੌਰ ਤੇ ਬੜੇ ਸਾਰੇ ਖਿਆਲ ਜਿਹੜੇ ਹੈ ਉਹ ਸਮਾਜ ਨੇ ਪ੍ਰਵਾਨ ਕੀਤੇ, ਪਰ ਅਸਲੀਅਤ ਇਹ ਹੈ ਅਕਾਲ ਪੁਰਖ ਵੱਡਾ ਹੈ ਔਰ ਅਕਾਲ ਪੁਰਖ ਦੇ ਬਣਾਏ ਨਿਯਮ ਅੰਦਰ ਜਿਵੇਂ ਬਾਕੀ ਜੀਵ ਚੱਲਦੇ ਹਨ ਉਵੇਂ ਹੀ ਇਹ ਸ਼ਕਤੀਆਂ ਵੀ ਚੱਲਦੀਆਂ ਹਨ। ਜਿਵੇਂ ਮੈਂ ਪਹਿਲਾਂ ਵੀ ਕਿਹਾ ਸੀ ਕਿ ਆਪਣੀ ਆਜ਼ਾਦ ਹਸਤੀ, ਆਜ਼ਾਦ ਹੋਂਦ, ਆਜ਼ਾਦ ਪ੍ਰਬੰਧ ਅਕਾਲ ਪੁਰਖ ਤੋਂ ਸਿਵਾ ਹੋਰ ਕਿਸੇ ਦਾ ਨਹੀਂ। ਸਤਿਗੁਰੂ ਜੀ ਇਸ ਪਾਵਨ ਪੰਕਤੀ ਦੇ ਅੰਦਰ ਬਖਸ਼ਿਸ਼ ਕਰਦੇ ਹਨ ਤੇ ਆਖਦੇ ਹਨ ਜੋ ਉਹਨੂੰ ਭਾਉਂਦਾ ਹੈ ਉਹੀ ਉਹ ਕਰਦਾ ਹੈ, ਉਸ ਨੂੰ ਕਿਸੇ ਦੀ ਸਲਾਹ ਦੀ ਲੋੜ ਨਹੀਂ, ਉਹ ਕਿਸੇ ਕੋਲੋਂ ਮਸ਼ਵਰਾ ਲੈਣ ਵਾਸਤੇ ਕਦੇ ਵੀ ਨਹੀਂ ਆਇਆ, ਨਾ ਹੀ ਉਸ ਨੂੰ ਲੋੜ ਪੈਂਦੀ ਹੈ। ਜੋ ਤਿਸ ਭਾਵੈ ਸੋਈ ਕਰਸੀ, ਫਿਰ ਹੁਕਮ ਨਾ ਕਰਨਾ ਜਾਈ।
ਉਸ ਅਕਾਲ ਪੁਰਖ ਜੀ ਦੇ ਸਾਹਮਣੇ ਹੈਂਕੜ ਨਹੀਂ ਚੱਲਦੀ, ਹੁਕਮ ਨਹੀਂ ਚੱਲਦਾ, ਉਸ ਦੇ ਅੱਗੇ ਅਸੀਂ ਆਪਣਾ ਕਦੀ ਵੀ ਮਨਮਰਜ਼ੀ ਦਾ ਖਿਆਲ ਦਰਜ ਨਹੀਂ ਕਰ ਸਕਦੇ। ਸੋ ਪਾਤਸ਼ਾਹ ਸ਼ਾਹਾਂ ਪਤ ਸਾਹਿਬ, ਨਾਨਕ ਰਹਿਣ ਰਜ਼ਾਈ। ਸਤਿਗੁਰੂ ਜੀ ਇਸ ਸ਼ਬਦ ਦੇ ਅਖੀਰ ਤੇ ਸਾਨੂੰ ਫਿਰ ਇਹੀ ਗੱਲ ਦ੍ਰਿੜ ਕਰਵਾਉਂਦੇ ਹਨ ਕਿ ਭਲਿਓ, ਸਾਰੇ ਜਗਤ ਦਾ ਪਾਤਸ਼ਾਹ ਉਹ ਸੱਚਾ ਸਾਹਿਬ ਹੈ, ਪਾਤਸ਼ਾਹਾਂ ਦਾ ਵੀ ਪਾਤਸ਼ਾਹ ਹੈ। ਹੇ ਨਾਨਕ, ਸਾਨੂੰ ਜੀਵਾਂ ਨੂੰ ਉਸ ਦੀ ਰਜ਼ਾ ਵਿੱਚ ਰਹਿਣਾ ਹੀ ਫੱਬਦਾ ਹੈ, ਉਸ ਦੀ ਰਜ਼ਾ ਵਿੱਚ ਤੁਰਨਾ ਹੀ ਸਾਡੇ ਲਈ ਭਲਾ ਹੈ। ਇਸ ਲਈ ਸਾਨੂੰ ਅਨੇਕਤਾ ਦੀ ਪੂਜਾ ਦੇ ਖਿਆਲ ਛੱਡ ਕੇ ਸੱਚੇ ਸਾਹਿਬ ਦੀ ਸਿਫਤ ਸਲਾਹ ਦਾ ਖਿਆਲ ਆਪਣੇ ਜੀਵਨ ਅੰਦਰ ਦ੍ਰਿੜ ਕਰ ਲੈਣਾ ਚਾਹੀਦਾ ਹੈ। ਉਸ ਦੇ ਗੁਣ ਗਾਉਣੇ ਚਾਹੀਦੇ ਹਨ, ਪਿਆਰ ਨਾਲ ਗਾਉਣੇ ਚਾਹੀਦੇ ਹਨ, ਇਕਾਗਰਤਾ ਨਾਲ ਗਾਉਣੇ ਚਾਹੀਦੇ ਹਨ, ਸੱਚੇ ਦਿਲੋਂ ਗਾਉਣੇ ਚਾਹੀਦੇ ਹਨ। ਗੁਣ ਗਾਉਂਦਿਆਂ ਅਸੀਂ ਆਪਣਾ ਮਨ, ਬਾਚ, ਕਰਮ ਉਸ ਦੇ ਅਨੁਸਾਰ ਤੋਰ ਲਈਏ ਤੇ ਸੱਚੀ ਗੱਲ ਹੈ ਕਿ ਸਾਡਾ ਇਹ ਜ਼ਿੰਦਗੀ ਜਿਉਣ ਦਾ ਤਰੀਕਾ ਸੱਚੇ ਸਾਹਿਬ ਦੇ ਨਿਯਮ ਵਿੱਚ ਹੋਏਗਾ, ਉਸ ਨੂੰ ਭਾ ਜਾਏਗਾ, ਸਾਡਾ ਗਾਉਣਾ ਸਫਲ ਹੋ ਜਾਏਗਾ। ਆਸਾ ਮਹਿਲਾ ਪਹਿਲਾ। ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦਾ ਉਚਾਰਨ ਕੀਤਾ ਹੋਇਆ ਸੋ ਦਰ ਬਾਣੀ ਦੇ ਸਰਲੇਖ ਹੇਠ ਇਹ ਦੂਜਾ ਸ਼ਬਦ ਹੈ ਜੋ ਰਾਗ ਆਸਾ ਵਿੱਚੋਂ ਹੈ। ਸੁਣ ਵੱਡਾ ਆਖੈ ਸਭ ਕੋਏ। ਸਤਿਗੁਰੂ ਜੀ ਆਖਦੇ ਹਨ, ਹਰੇਕ ਜੀਵ ਹੋਰਨਾਂ ਪਾਸੋਂ ਸਿਰਫ ਸੁਣ ਕੇ ਹੀ ਆਖ ਦਿੰਦਾ ਹੈ ਕਿ ਹੇ ਪ੍ਰਭੂ ਤੂੰ ਵੱਡਾ ਹੈ। ਇਹ ਸਮਾਜ ਵਿੱਚ ਧਾਰਨਾ ਪ੍ਰਚਲਿਤ ਰਹੀ ਹੈ ਤੇ ਅੱਜ ਵੀ ਹੈ ਕਿ ਅਸੀਂ ਸੁਣ ਸੁਣਾ ਕੇ ਹੀ ਸਾਰੇ ਰੱਬ ਦੀਆਂ ਗੱਲਾਂ ਕਰਦੇ ਹਾਂ, ਰੱਬ ਦੇ ਬਾਰੇ ਕੁਝ ਨਾ ਕੁਝ ਕਹਿ ਛੱਡਦੇ ਹਾਂ, ਵੇਖਾ ਵੇਖੀ ਕਹਿ ਛੱਡਦੇ ਹਾਂ ਜਾਂ ਲੋਕ ਲਾਜ ਵਜੋਂ ਕਹਿ ਛੱਡਦੇ ਹਾਂ। ਸਤਿਗੁਰੂ ਆਖਦੇ ਹਨ, ਸਾਰੇ ਸੁਣ ਕੇ ਹੀ ਇਹ ਗੱਲਾਂ ਕਰਦੇ ਹਨ ਕਿ ਤੂੰ ਵੱਡਾ ਹੈ, ਤੂੰ ਵੱਡਾ ਹੈ। ਕੇਵਡ ਵੱਡਾ ਡੀਠਾ ਹੋਏ। ਸਤਿਗੁਰੂ ਆਖਦੇ ਹੁਣ ਕਿੰਨਾ ਕੋ ਵੱਡਾ ਹੈ, ਕੇਵਡ ਵੱਡਾ ਕਿੰਨਾ ਕੋ ਵੱਡਾ ਹੈ। ਸੁਣਿਆ ਸੁਣਾਇਆ ਇਹ ਗੱਲਾਂ ਕਰਨੀਆਂ ਸੌਖੀਆਂ ਹਨ, ਪਰ ਉਹ ਕਿੰਨਾ ਕੋ ਵੱਡਾ ਹੈ ਡੀਠਾ ਹੋਏ। ਦਰਸ਼ਨ ਕੀਤਿਆਂ ਹੀ ਦੱਸਿਆ ਜਾ ਸਕਦਾ ਹੈ, ਉਵੇਂ ਬਹੁਤ ਔਖੀ ਬਾਤ ਹੈ। ਦਰਸ਼ਨ ਕੀਤਿਆਂ ਹੀ ਦੱਸਿਆ ਜਾ ਸਕਦਾ ਹੈ ਕਿ ਉਹ ਬੇਅੰਤ ਹੈ, ਬਹੁਤ ਵੱਡਾ ਹੈ। ਕੀਮਤ ਪਾਏ ਨਾ ਕਹਿਆ ਜਾਏ। ਜਿਨ੍ਹਾਂ ਨੇ ਸਿਰਫ ਗੱਲਾਂ ਹੀ ਕੀਤੀਆਂ ਸੁਣ ਸੁਣਾ ਕੇ, ਜਿਹੜੇ ਕੇਵਲ ਇੱਕ ਦੂਜੇ ਦੇ ਕਹਿਣ ਕਵਾਉਣ ਤੇ ਹੀ ਆਖਦੇ ਰਹੇ ਪਰ ਦਿਲੋਂ ਜਾਣਨ ਦੀ ਇੱਛਾ ਨਹੀਂ ਰੱਖੀ, ਸਤਿਗੁਰੂ ਆਖਦੇ ਹਨ ਉਹਨਾਂ ਅੰਦਾਜ਼ੇ ਲਾਉਣ ਵਾਲਿਆਂ ਨੇ, ਮੁੱਲ ਪਾਉਣ ਵਾਲਿਆਂ ਨੇ ਕਦੇ ਵੀ ਅਕਾਲ ਪੁਰਖ ਜੀ ਦੀ ਕੀਮਤ ਨਹੀਂ ਦੱਸੀ। ਵਾਹਿਗੁਰੂ ਅਕਾਲ ਪੁਰਖ ਕਿੰਨਾ ਕੋ ਵੱਡਾ ਹੈ, ਉਸ ਦਾ ਸਰੂਪ ਬਿਆਨ ਨਹੀਂ ਕੀਤਾ ਜਾ ਸਕਦਾ। ਕਹਿਣ ਵਾਲੇ ਤੇਰੇ ਰਹੇ ਸਮਾਏ। ਅਸਲੀਅਤ ਵਿੱਚ ਜਿਹੜੇ ਅਕਾਲ ਪੁਰਖ ਜੀ ਦੀ ਵਡਿਆਈ ਕਰਦੇ ਹਨ, ਜਿਹੜੇ ਉਸ ਨੂੰ ਕਹਿੰਦੇ ਹਨ, ਉਸ ਦੇ ਗੁਣ ਗਾਉਂਦੇ ਹਨ, ਉਸ ਦੇ ਬਣਾਏ ਨਿਯਮ ਵਿੱਚ ਤੁਰਨਾ ਸਿੱਖ ਲੈਂਦੇ ਹਨ, ਉਹ ਤਾਂ ਉਸ ਵਿੱਚ ਸਮਾ ਹੀ ਜਾਂਦੇ ਹਨ। ਉਸ ਬਾਰੇ ਬਿਆਨ ਕਿਵੇਂ ਕਰਨਗੇ, ਇਹ ਸਮਰੱਥਾ ਹੈ ਹੀ ਨਹੀਂ। ਵੱਡੇ ਮੇਰੇ ਸਾਹਿਬਾ ਗਹਿਰ ਗੰਭੀਰਾ ਗੁਣੀ ਗਹੀਰਾ। ਹੇ ਮੇਰੇ ਵੱਡੇ ਮਾਲਕ, ਤੂੰ ਮਾਨੋ ਇੱਕ ਡੂੰਘਾ ਸਮੁੰਦਰ ਹੈ, ਤੂੰ ਬੜੇ ਜਿਗਰੇ ਵਾਲਾ ਹੈ, ਬੇਅੰਤ ਗੁਣਾ ਵਾਲਾ ਹੈ। ਗੰਭੀਰਾ, ਹੇ ਵੱਡੇ ਜਿਗਰੇ ਵਾਲੇ, ਗਹਿਰ ਬਹੁਤ ਡੂੰਘੇ, ਹੇ ਡੂੰਘੇ ਸੰਸਾਰ ਸਮੁੰਦਰ ਪਰਮੇਸ਼ਰ ਜੀ, ਤੁਹਾਡੇ ਬਾਰੇ ਕਹਿਣਾ, ਤੁਹਾਡੇ ਬਾਰੇ ਵਿਸਥਾਰ ਨਾਲ ਕੋਈ ਗੱਲ ਕਰਨੀ, ਇਹ ਵੱਸ ਦੀ ਬਾਤ ਨਹੀਂ ਹੈ। ਕੋਈ ਨਾ ਜਾਣੈ ਤੇਰਾ ਕੀਤਾ ਕੇਵਡ ਚੀਰਾ ਰਹਾਓ। ਹੇ ਸੱਚੇ ਸਾਹਿਬ ਜੀ, ਤੁਹਾਡੇ ਬਾਰੇ ਬਿਆਨ ਕਰਨਾ ਇਹ ਤਾਂ ਇੱਕ ਬਹੁਤ ਵੱਡੀ ਬਾਤ ਹੈ। ਤੁਹਾਡੇ ਪੈਦਾ ਕੀਤੇ ਹੋਏ ਇਸ ਪਸਾਰੇ ਬਾਰੇ ਵੀ ਕੋਈ ਗੱਲ ਨਹੀਂ ਕੀਤੀ ਜਾ ਸਕਦੀ।
ਪਸਾਰਾ ਵੀ ਤੁਹਾਡਾ ਬਹੁਤ ਵੱਡਾ ਹੈ। ਚੀਰਾ, ਚੀਰਾ ਦਾ ਅਰਥ ਹੈ ਚੌੜਾਈ, ਵਿਸਥਾਰ। ਤੁਹਾਡੇ ਇਸ ਸ੍ਰਿਸ਼ਟੀ ਦਾ, ਪਸਾਰੇ ਦਾ ਵਿਸਥਾਰ ਵੀ ਬਹੁਤ ਹੈ, ਇਹ ਬਿਆਨ ਨਹੀਂ ਹੋ ਸਕਦਾ। ਸਭ ਸੁਰਤੀ ਮਿਲ ਸੁਰਤ ਕਮਾਈ। ਸੁਰਤੀ, ਸੁਰਤੀ ਦਾ ਅਰਥ ਹੈ ਉਹ ਜਿਹੜੀ ਅਸੀਂ ਸਮਾਧੀ ਲਾ ਕੇ, ਧਿਆਨ ਟਿਕਾ ਕੇ ਤੇ ਕੁਝ ਨਾ ਕੁਝ ਕਹਿਣ ਦਾ ਯਤਨ ਕਰਦੇ ਹਾਂ। ਸਤਿਗੁਰੂ ਆਖਦੇ ਹਨ, ਸਮਾਧੀਆਂ ਲਾਉਣ ਵਾਲਿਆਂ ਨੇ ਵੀ, ਕਈ ਵੱਡੇ ਵੱਡੇ ਜੋਗੀਆਂ ਨੇ ਵੀ ਧਿਆਨ ਜੋੜ ਕੇ ਇਹ ਯਤਨ ਕੀਤੇ ਹਨ, ਇਹ ਅੰਤ ਪਾਉਣ ਦਾ ਉਪਰਾਲਾ ਕੀਤਾ ਹੈ ਕਿ ਅਕਾਲ ਪੁਰਖ ਕਿੰਨਾ ਕੁ ਵੱਡਾ ਹੈ, ਉਹ ਕਿਵੇਂ ਦਾ ਹੈ, ਕੀ ਕਰਦਾ ਹੈ, ਬਹੁਤ ਕੁਝ ਇਸ ਤਰ੍ਹਾਂ ਦਾ ਕਰਨ ਦਾ ਯਤਨ ਕੀਤਾ। ਪਰ ਸਮਾਧੀ ਲਾਉਣ ਵਾਲਿਆਂ ਨੇ, ਸੁਰਤੀ ਜੋੜਨ ਵਾਲਿਆਂ ਨੇ, ਧਿਆਨ ਜੋੜਨ ਵਾਲਿਆਂ ਨੇ ਮੁੜ ਮੁੜ ਕੇ ਯਤਨ ਕੀਤੇ, ਪਰ ਸਭ ਕੀਮਤ ਮਿਲ ਕੀਮਤ ਪਾਈ। ਕੀਮਤ, ਕੀਮਤ ਦਾ ਅਰਥ ਹੈ ਅੰਦਾਜ਼ਾ। ਭਾਵ ਵੱਡੇ ਵੱਡੇ ਪ੍ਰਸਿੱਧ ਜੋ ਸ਼ਾਸਤਰ ਵੇਤਾ ਹਨ, ਵਿਚਾਰਵਾਨ ਹਨ, ਉਹਨਾਂ ਨੇ ਆਪੋ ਵਿੱਚ ਇੱਕ ਦੂਜੇ ਨਾਲ ਰਲ ਕੇ, ਸਹਾਇਤਾ ਇੱਕ ਦੂਜੇ ਦੀ ਲੈ ਕੇ, ਦੇ ਕੇ, ਉਹਨਾਂ ਨੇ ਬਹੁਤ ਕੁਝ ਇਸ ਤਰ੍ਹਾਂ ਦਾ ਕੀਤਾ, ਪਰ ਤੇਰੇ ਬਰਾਬਰ ਦੀ ਹਸਤੀ ਲੱਭਣ ਦੀ ਕੋਸ਼ਿਸ਼ ਕੀਤੀ, ਲੱਭ ਨਹੀਂ ਸਕੇ, ਕਾਮਯਾਬ ਨਹੀਂ ਹੋ ਸਕੇ। ਗਿਆਨੀ ਧਿਆਨੀ ਗੁਰ ਗੁਰ ਹਾਈ। ਗਿਆਨੀ, ਧਿਆਨੀ ਭਾਵ ਗਿਆਨਵਾਨ, ਧਿਆਨੀ ਧਿਆਨ ਲਾਉਣ ਵਾਲੇ, ਗੁਰ ਗੁਰ ਹਾਈ ਗੁਰੂ ਅਤੇ ਗੁਰ ਭਾਈ, ਇਹਨਾਂ ਸਾਰਿਆਂ ਨੇ ਰਲ ਮਿਲ ਕੇ ਵੱਡੇ ਤੋਂ ਵੱਡੇ ਯਤਨ ਕੀਤੇ ਅੰਤ ਪਾਉਣ ਦੇ, ਬਰਾਬਰ ਦੀ ਹਸਤੀ ਲੱਭਣ ਦੇ। ਕਹਿਣ ਨਾ ਜਾਈ ਤੇਰੀ ਤਿਲ ਵਡਿਆਈ। ਪਰ ਹੇ ਸੱਚੇ ਸਾਹਿਬ, ਸਚਾਈ ਇਹ ਹੈ, ਅਸਲੀਅਤ ਇਹ ਹੈ, ਭਾਵੇਂ ਕੀਮਤ ਪਾਉਣ ਵਾਲਿਆਂ ਨੇ, ਸਮਾਧੀ ਲਾਉਣ ਵਾਲਿਆਂ ਨੇ, ਧਿਆਨ ਜੋੜਨ ਵਾਲਿਆਂ ਨੇ ਬਹੁਤ ਵੱਡੇ ਉਪਰਾਲੇ ਕੀਤੇ, ਵੱਡੀਆਂ ਵੱਡੀਆਂ ਇਹਨਾਂ ਨੇ ਘਾਲਣਾਵਾਂ ਘਾਲੀਆਂ, ਪਰ ਅਸਲੀਅਤ ਵਿੱਚ ਇੱਕ ਤਿਲ ਜਿੰਨਾ ਵੀ ਤੇਰਾ ਅੰਤ ਨਹੀਂ ਪਾ ਸਕੇ, ਇੱਕ ਤਿਲ ਜਿੰਨਾ ਵੀ ਤੇਰੇ ਬਾਰੇ ਬਿਆਨ ਨਹੀਂ ਕਰ ਸਕੇ। ਤੂੰ ਬਹੁਤ ਵੱਡਾ ਹੈ, ਬਹੁਤ ਡੂੰਘਾ ਹੈ। ਇੱਕ ਗੱਲ ਇੱਥੇ ਹੋਰ ਵੀ ਸਾਨੂੰ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਮੁਤਾਬਕ ਵਿਚਾਰ ਲੈਣੀ ਚਾਹੀਦੀ ਹੈ ਕਿ ਸਾਡਾ ਜੀਵਨ ਦਾ ਅਸਲੀ ਮਨੋਰਥ ਅਕਾਲ ਪੁਰਖ ਦਾ ਅੰਤ ਪਾਉਣਾ ਨਹੀਂ, ਅਕਾਲ ਪੁਰਖ ਜੀ ਦੇ ਬਾਰੇ ਗਿਣਤੀਆਂ ਮਿਣਤੀਆਂ ਕਰਨਾ, ਇਹ ਸਾਡਾ ਜੀਵਨ ਦਾ ਮਨੋਰਥ ਨਹੀਂ। ਸਤਿਗੁਰੂ ਜੀ ਨੇ ਪਾਵਨ ਬਾਣੀ ਦੇ ਰਾਹੀਂ ਸਾਨੂੰ ਬੜੇ ਸਪਸ਼ਟ ਸੰਕੇਤ ਦਿੱਤੇ ਹਨ ਕਿ ਭਲਿਓ, ਸਾਡੀ ਜ਼ਿੰਦਗੀ ਦਾ ਅਸਲੀ ਮਕਸਦ ਹੈ ਉਸ ਦੇ ਗੁਣਾਂ ਨੂੰ ਗਾਉਣਾ, ਉਸ ਦੀ ਵਡਿਆਈ ਕਰਨੀ, ਸਿਫਤ ਸਲਾਹ ਕਰਨੀ, ਤੇ ਸਿਫਤ ਸਲਾਹ ਕਰਦਿਆਂ ਹੋਇਆਂ ਆਪਣੇ ਜੀਵਨ 'ਚੋਂ ਬੁਰਾਈਆਂ ਕੱਢਣੀਆਂ ਤੇ ਇਸ ਜੀਵਨ ਨੂੰ ਸਵਾਰਨਾ। ਪਰ ਬਹੁਤੀ ਵਾਰ ਸਮਾਜ ਦੇ ਲੋਕ ਉਸ ਦਾ ਅੰਤ ਪਾਉਣ ਦਾ, ਗਿਣਤੀਆਂ ਮਿਣਤੀਆਂ ਕਰਨ ਦਾ, ਉਸ ਦੇ ਪਸਾਰੇ ਨੂੰ ਮਿਣ ਕੇ ਦੱਸਣ ਦਾ ਇਹ ਉਪਰਾਲਾ ਜਿਹੜਾ ਹੈ ਉਹ ਕਰਨਾ ਸ਼ੁਰੂ ਕਰ ਦਿੰਦੇ ਹਨ। ਪਰ ਸਤਿਗੁਰੂ ਆਖਦੇ ਹਨ, ਵੱਡੇ ਤੋਂ ਵੱਡੇ ਯੋਗੀਆਂ ਨੇ, ਸਮਾਧੀਆਂ ਲਾਉਣ ਵਾਲਿਆਂ ਨੇ ਵੀ ਇਹ ਯਤਨ ਕੀਤੇ, ਪਰ ਇੱਕ ਤਿਲ ਜਿੰਨੀ ਵੀ ਕੀਮਤ ਨਹੀਂ ਪਾ ਸਕੇ। ਸਭ ਸਤ ਸਭ ਤਪ ਸਭ ਚੰਗਿਆਈਆਂ। ਸਤਿਗੁਰੂ ਆਖਦੇ, ਸਭ ਸਤ, ਵਿਚਾਰਵਾਨ ਕੀ ਤੇ ਸਿੱਧ ਜੋਗੀ ਕੀ, ਤੇਰੀ ਵਡਿਆਈ ਦਾ ਅੰਦਾਜ਼ਾ ਤਾਂ ਕੋਈ ਨਹੀਂ ਲਾ ਸਕਿਆ। ਵਿਚਾਰਵਾਨਾਂ ਦੇ ਸਾਰੇ ਭਲੇ ਕੰਮ, ਸਾਰੀਆਂ ਉਹਨਾਂ ਦੀਆਂ ਕੀਤੀਆਂ ਹੋਈਆਂ ਚੰਗੀਆਂ ਵਿਚਾਰਾਂ, ਸੇਵਾਵਾਂ, ਸਾਰਾ ਕੁਝ ਜਿੰਨਾ ਵੀ ਇਹਨਾਂ ਭਲੇ ਪੁਰਸ਼ਾਂ ਨੇ ਆਪਣੇ ਜੀਵਨ ਦੇ ਰਾਹੀਂ ਕੀਤਾ ਹੈ। ਸਿੱਧਾਂ ਪੁਰਖਾਂ ਕੀਆਂ ਵਡਿਆਈਆਂ। ਵੱਡੇ ਵੱਡੇ ਸਿੱਧ ਪਹੁੰਚੇ ਹੋਏ, ਪ੍ਰਵਾਨ ਹੋਏ ਹੋਏ ਜਿਹੜੇ ਸਿੱਧ ਪੁਰਸ਼ ਹਨ, ਉਹਨਾਂ ਸਾਰਿਆਂ ਦੀਆਂ ਵਡਿਆਈਆਂ। ਤੁਧ ਵੇਣ ਸਿੱਧੀ ਕਿਨੈ ਨਾ ਪਾਈਆ। ਜੇ ਕੋਈ ਭਲਾ ਕੰਮ ਇਹਨਾਂ ਨੇ ਕੀਤਾ ਵੀ ਹੈ, ਜੇ ਕੋਈ ਭਲਾਈ ਜੀਵਨ ਵਿੱਚ ਦਿਸਦੀ ਵੀ ਹੈ, ਤਾਂ ਹੇ ਸੱਚੇ ਸਾਹਿਬ, ਉਹ ਤੇਰੀ ਸਹਾਇਤਾ ਤੋਂ ਬਿਨਾਂ ਨਹੀਂ ਮਿਲੀ। ਉਹ ਕਾਮਯਾਬੀ ਤੇਰੇ ਤੋਂ ਬਿਨਾਂ ਕਦੀ ਵੀ ਪ੍ਰਾਪਤ ਨਾ ਹੋਈ ਹੈ,
ਨਾ ਕਿਸੇ ਨੂੰ ਹੋ ਸਕਦੀ ਹੈ। ਕਰਮ ਮਿਲੈ ਨਾਹੀ ਠਾਕ ਰਹਾਈਆ। ਕਰਮ ਦਾ ਅਰਥ ਹੈ ਮਿਹਰ, ਬਖਸ਼ਿਸ਼ ਨਾਲ। ਸਤਿਗੁਰੂ ਆਖਦੇ ਹਨ, ਤੇਰੀ ਮਿਹਰ ਤੋਂ ਬਿਨਾ, ਤੇਰੀ ਬਖਸ਼ਿਸ਼ ਤੋਂ ਬਿਨਾ ਇਹ ਸਾਰਾ ਕੁਝ ਪ੍ਰਾਪਤ ਨਹੀਂ ਹੁੰਦਾ। ਜੇ ਤੇਰੀ ਬਖਸ਼ਿਸ਼ ਹੋਵੇ ਤਾਂ ਪ੍ਰਾਪਤ ਹੁੰਦਾ ਹੈ। ਜੇ ਪ੍ਰਾਪਤ ਹੋ ਜਾਏ, ਤੇਰੀ ਮਿਹਰ ਹੋ ਜਾਏ, ਤਾਂ ਇਸ ਨੂੰ ਫਿਰ ਕੋਈ ਰੋਕ ਵੀ ਨਹੀਂ ਸਕਦਾ। ਭਾਵੇਂ ਉਹ ਦੁਨੀਆ ਵਿੱਚ ਸਾਨੂੰ ਬਰਬਾਦ ਕਰਨ ਵਾਲੇ ਵਿਕਾਰ ਹੋਣ, ਚਾਹੇ ਕਿੰਨੀ ਵੀ ਪ੍ਰਕਾਰ ਦੀਆਂ ਆਲੇ ਦੁਆਲੇ ਦੀਆਂ ਸ਼ਕਤੀਆਂ, ਭਾਵੇਂ ਉਹ ਧਨ ਦੇ ਰੂਪ ਵਿੱਚ ਹੋਣ, ਰਾਜ ਦੇ ਰੂਪ ਵਿੱਚ ਹੋਣ, ਚਾਹੇ ਉਹ ਕਿਸੇ ਵੀ ਰੂਪ ਵਿੱਚ ਹੋਣ, ਚੰਗੀਆਂ ਹੋਣ, ਬੁਰੀਆਂ ਹੋਣ, ਉਹ ਸੱਚੇ ਸਾਹਿਬ ਦੇ ਰਸਤੇ ਤੋਂ ਕਦੀ ਵੀ ਰੁਕਾਵਟ ਫਿਰ ਖੜੀ ਨਹੀਂ ਕਰਦੀਆਂ। ਆਖਣ ਵਾਲਾ ਕਿਆ ਵਿਚਾਰਾ। ਸਤਿਗੁਰੂ ਆਖਦੇ, ਜੀਵ ਦੀ ਕੀ ਪਾਇਆ ਹੈ ਕਿ ਇਹ ਕੁਝ ਕਹਿ ਸਕੇ, ਇਹ ਵਿਚਾਰਾ ਕੁਝ ਬਿਆਨ ਕਰ ਸਕੇ। ਮਨੁੱਖ ਦੀ, ਜੀਵ ਦੀ ਇੰਨੀ ਪਾਇਆ ਨਹੀਂ ਹੈ ਕਿ ਕੁਝ ਆਪਣੇ ਵੱਲੋਂ ਉਹ ਗਿਣਤੀ ਮਿਣਤੀ ਜਾਂ ਆਪਣੇ ਵੱਲੋਂ ਕੋਈ ਅੰਦਾਜ਼ਾ ਲਾ ਕੇ ਧਿਆਨ ਦੇ ਰਾਹੀਂ ਬਿਆਨ ਕਰੇ ਕਿ ਰੱਬ ਇੰਨਾ ਵੱਡਾ ਹੈ, ਰੱਬ ਦਾ ਪਸਾਰਾ ਇੰਨਾ ਵੱਡਾ ਹੈ, ਰੱਬ ਦੀਆਂ ਦਾਤਾਂ ਇੰਨੀਆਂ ਹਨ। ਸਤਿਗੁਰੂ ਆਖਦੇ, ਜੀਵ ਵਿਚਾਰੇ ਦੀ ਕੀ ਪਾਇਆ ਕਿ ਕੋਈ ਇਸ ਤਰ੍ਹਾਂ ਦੀ ਗੱਲ ਉਹ ਬਿਆਨ ਕਰੇ। ਸਿਫਤੀ ਭਰੇ ਤੇਰੇ ਭੰਡਾਰਾ। ਸਿਫਤਾਂ ਨਾਲ, ਗੁਣਾਂ ਨਾਲ ਤੇਰੇ ਭੰਡਾਰੇ ਭਰੇ ਹੋਏ ਹਨ। ਇਹਨਾਂ ਭੰਡਾਰਿਆਂ ਦਾ ਅੰਦਾਜ਼ਾ, ਕੀਮਤ ਨਹੀਂ ਲੱਗ ਸਕਦੀ। ਜਿਸ ਤੂੰ ਦੇ ਤਿਸੈ ਕਿਆ ਚਾਰਾ। ਸਤਿਗੁਰੂ ਆਖਦੇ ਹਨ, ਜਿਹੜਾ ਵਿਅਕਤੀ ਤੇਰੀ ਇਸ ਮਿਹਰ ਨੂੰ ਪ੍ਰਾਪਤ ਕਰਦਾ ਹੈ, ਤੇਰੇ ਭੰਡਾਰਿਆਂ ਵਿੱਚੋਂ ਗੁਣ ਪ੍ਰਾਪਤ ਕਰਦਾ ਹੈ, ਤੇ ਜਿਸ ਨੂੰ ਤੂੰ ਦਿੰਦਾ ਹੈ, ਸਤਿਗੁਰੂ ਆਖਦੇ ਹਨ, ਤਿਸੈ ਕਿਆ ਚਾਰਾ। ਉਸ ਦੇ ਜੀਵਨ ਵਿੱਚ ਨਾ ਕੋਈ ਵਿਕਾਰ ਤੇ ਨਾ ਹੀ ਕੋਈ ਧਨ ਪਦਾਰਥ ਇਤਿਆਦਿ ਕੋ ਰੁਕਾਵਟ ਖੜੀ ਕਰ ਸਕਦਾ ਹੈ, ਕੋਈ ਜ਼ੋਰ ਨਹੀਂ ਪਾ ਸਕਦਾ। ਨਾਨਕ ਸੱਚ ਸਵਾਰਨ ਹਾਰਾ। ਕਿਉਂਕਿ ਹੇ ਨਾਨਕ ਆਖ, ਹੇ ਪ੍ਰਭੂ ਤੂੰ ਸਦਾ ਕਾਇਮ ਰਹਿਣ ਵਾਲਾ ਹੈ, ਅਤੇ ਜੋ ਭਾਗਾਂ ਵਾਲੇ ਹਨ ਉਹਨਾਂ ਨੂੰ ਤੂੰ ਆਪ ਹੀ ਸਵਾਰਦਾ ਹੈ। ਉਹਨਾਂ ਦੇ ਜੀਵਨ ਅੰਦਰ ਗੁਣ ਤੂੰ ਆਪ ਹੀ ਬਖਸ਼ਿਸ਼ ਕਰਦਾ ਹੈ। ਸਤਿਗੁਰੂ ਜੀ ਨੇ ਜਪ ਬਾਣੀ ਦੇ ਅੰਦਰ ਬੜੇ ਹੀ ਪਿਆਰੇ ਬੋਲ ਇਹ 7ਵੀਂ ਪੌੜੀ ਵਿੱਚ ਵੀ ਰੱਖੇ ਹਨ ਕਿ ਉਹ ਅਕਾਲ ਪੁਰਖ ਆਪ ਹੀ ਇੰਨੀ ਸਮਰੱਥਾ ਵਾਲਾ ਹੈ, ਜੋ ਨਿਰਗੁਣਿਆਂ ਨੂੰ ਵੀ ਗੁਣ ਦਿੰਦਾ ਹੈ ਤੇ ਗੁਣਾਂ ਵਾਲਿਆਂ ਨੂੰ ਵੀ ਗੁਣ ਦਿੰਦਾ ਹੈ। ਕੋਈ ਐਸਾ ਦਿਸਦਾ ਨਹੀਂ ਜੋ ਇੰਨੇ ਗੁਣ ਨਿਰਗੁਣਿਆਂ ਨੂੰ ਵੀ ਦੇ ਸਕਦਾ ਹੋਵੇ। ਸਤਿਗੁਰੂ ਨੇ ਇਸੇ ਕਰਕੇ ਬੜੇ ਪਿਆਰੇ ਇਹ ਬੋਲ ਰੱਖ ਦਿੱਤੇ ਸਨ। ਜਿੱਥੋਂ ਸਤਿਗੁਰੂ ਨੇ ਇਹ ਗੱਲ ਸਮਝਾਈ ਹੈ ਤਾਂ ਸਾਨੂੰ ਫਿਰ ਆਪਣੇ ਜੀਵਨ ਦੇ ਪੱਲੇ ਬੰਨ੍ਹ ਲੈਣੀ ਚਾਹੀਦੀ ਹੈ ਕਿ ਗੁਣ ਦੇਣ ਵਾਲਾ, ਗੁਣਾਂ ਦਾ ਮਾਲਕ, ਗੁਣਾਂ ਦੇ ਭੰਡਾਰਿਆਂ ਨੂੰ ਵੰਡਣ ਵਾਲਾ ਸਿਰਫ ਤੇ ਸਿਰਫ ਉਹ ਪਰਮੇਸ਼ਰ ਆਪ ਹੀ ਹੈ। ਆਸਾ ਮਹਿਲਾ ਪਹਿਲਾ। ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦਾ ਉਚਾਰਨ ਕੀਤਾ ਹੋਇਆ ਰਾਗ ਆਸਾ ਦਾ ਸੋਦਰ ਬਾਣੀ ਵਿੱਚ ਇਹ ਤੀਜਾ ਸ਼ਬਦ ਹੈ। ਆਖਾਂ ਜੀਵਾਂ ਵਿਸਰੈ ਮਰ ਜਾਉ। ਸਤਿਗੁਰੂ ਜੀ ਆਖਦੇ ਹਨ, ਹੇ ਪਰਮੇਸ਼ਰ, ਜਦੋਂ ਮੈਂ ਤੇਰੀ ਸਿਫਤ ਸਲਾਹ ਆਖਦਾ ਹਾਂ ਤਾਂ ਜਿਉਂਦਾ ਹਾਂ, ਜਦੋਂ ਮੈਨੂੰ ਤੇਰੀ ਸਿਫਤ ਸਲਾਹ ਵਿਸਰਦੀ ਹੈ ਤਾਂ ਮੈਂ ਮਰ ਜਾਂਦਾ ਹਾਂ, ਮੇਰੀ ਮੌਤ ਹੋ ਜਾਂਦੀ ਹੈ। ਸਤਿਗੁਰੂ ਜੀ ਨੇ ਪਾਵਨ ਬਾਣੀ ਦੇ ਰਾਹੀਂ ਸਾਨੂੰ ਸਭ ਤੋਂ ਵੱਧ ਇਸ ਬਾਤ 'ਤੇ ਜ਼ੋਰ ਦੇ ਕੇ ਸਮਝਾਇਆ ਹੈ ਕਿ ਸਰੀਰ ਤਾਂ ਆਉਣ ਜਾਣ ਵਾਲੀ ਚੀਜ਼ ਹੈ। ਸਰੀਰ ਵੱਡੇ ਤੋਂ ਵੱਡੇ ਜੋ ਸੂਰਮੇ, ਯੋਧੇ, ਰਿਸ਼ੀ, ਮੁਨੀ, ਭਾਵੇਂ ਉਹ ਪੀਰ ਫਕੀਰ ਹੋਏ, ਕਿਸੇ ਦਾ ਵੀ ਥਿਰ ਨਹੀਂ ਰਿਹਾ। ਜਿੰਨੇ ਵੀ ਆਏ ਅਖੀਰ ਸਾਰੇ ਹੀ ਸੰਸਾਰ ਤੋਂ ਕੂਚ ਕਰ ਗਏ। ਸਤਿਗੁਰੂ ਆਖਦੇ ਹਨ, ਇਸ ਦਾ ਇਲਾਜ ਕੋਈ ਨਹੀਂ, ਕਿਉਂਕਿ ਇਹ ਜਿੰਨਾ ਕੁਝ ਪਸਾਰਾ ਸਾਨੂੰ ਦ੍ਰਿਸ਼ਟਮਾਨ ਦਿਖਾਈ ਦਿੰਦਾ ਹੈ, ਇਹ ਸਾਰਾ ਹੀ ਬਿਨਸਣਹਾਰ ਹੈ ਤੇ ਆਪਣੀ ਆਪਣੀ ਮਰਜ਼ੀ ਤੇ ਇਹ ਬਿਨਸਦਾ ਜਾਂਦਾ ਹੈ। ਸਤਿਗੁਰੂ ਜੀ ਇਸ ਪਾਵਨ ਪੰਕਤੀ ਦੇ ਅੰਦਰ ਜਿਹੜੀ ਵਿਚਾਰ ਸਾਨੂੰ ਦ੍ਰਿੜ ਕਰਾਉਂਦੇ ਹਨ ਕਿ ਭਲਿਓ,
ਸਰੀਰ ਨਾਸ਼ ਹੋਣ ਵਾਲੀ ਚੀਜ਼ ਹੈ, ਨਾਸ਼ ਹੋ ਜਾਂਦੀ ਹੈ, ਇਸ ਦਾ ਹੱਲ ਕੋਈ ਨਹੀਂ। ਪਰ ਇੱਕ ਮੌਤ ਸਾਨੂੰ ਜ਼ਮੀਰ ਦੀ ਆਉਂਦੀ ਹੈ, ਜਿਹੜੀ ਇੱਕ ਵਾਰੀ ਆ ਜਾਏ ਤੇ ਮਨੁੱਖ ਨੂੰ ਵਾਰ-ਵਾਰ ਮਰਨਾ ਪੈਂਦਾ ਹੈ। ਔਰ ਐਸੀ ਮੌਤੇ ਮਰਿਆ ਹੋਇਆ, ਜ਼ਮੀਰ ਕਰਕੇ ਮਰਿਆ ਹੋਇਆ ਵਿਅਕਤੀ ਸਮਾਜ ਵਿੱਚ ਸਭ ਤੋਂ ਬੁਰਾ ਹੈ ਤੇ ਖਤਰਨਾਕ ਹੈ। ਸਤਿਗੁਰੂ ਜੀ ਨੇ ਬੜੇ ਪਿਆਰੇ ਬੋਲ ਸਾਡੇ ਲਈ ਰੱਖ ਦਿੱਤੇ ਹਨ। ਜੇ ਤੇਰੀ ਸਿਫਤਸਲਾ ਆਖਦਾ ਹਾਂ ਤਾਂ ਜਿਉਂਦਾ ਹਾਂ, ਜੇ ਤੇਰੀ ਸਿਫਤਸਲਾ ਵਿਸਰਦੀ ਹੈ ਤਾਂ ਮੇਰੀ ਮੌਤ ਹੋ ਜਾਂਦੀ ਹੈ। ਸਤਿਗੁਰੂ ਪਾਵਨ ਬਾਣੀ ਅੰਦਰ ਹੋਰ ਵੀ ਪਿਆਰੇ ਬੋਲ ਰੱਖਦੇ ਹਨ। ਸੋ ਜੀਵਿਆ ਜਿਸ ਮਨ ਵਸਿਆ ਸੋਏ, ਨਾਨਕ ਅਵਰ ਨਾ ਜੀਵੈ ਕੋਏ। ਜੇ ਜੀਵੈ ਪਤ ਲੱਥੀ ਜਾਏ, ਸਭ ਹਰਾਮ ਜੇਤਾ ਕਿਛ ਖਾਏ। ਆਖਣ ਔਖਾ ਸਾਚਾ ਨਾਉ। ਸੱਚੇ ਸਾਹਿਬ, ਮੈਨੂੰ ਇਸ ਗੱਲ ਦਾ ਪਤਾ ਹੈ, ਮੈਂ ਗੁਰੂ ਦੇ ਰਾਹੀਂ ਇਸ ਗੱਲ ਨੂੰ ਸਮਝ ਲਿਆ ਹੈ ਕਿ ਤੇਰੀ ਸਿਫਤ ਸਲਾਹ ਤੋਂ ਬਿਨਾਂ ਮੇਰੀ ਮੌਤ ਹੋ ਜਾਂਦੀ ਹੈ, ਮੈਂ ਮਰ ਜਾਂਦਾ ਹਾਂ। ਸਤਿਗੁਰੂ ਆਖਦੇ ਤਾਂ ਵੀ, ਇਹ ਪਤਾ ਹੁੰਦਿਆਂ ਵੀ ਮੈਨੂੰ ਇਹ ਗੱਲ ਔਖੀ ਲੱਗਦੀ ਹੈ, ਮੈਂ ਸੰਸਾਰ ਦੇ ਰਸਾਂ ਕਸਾਂ ਨੂੰ ਛੱਡ ਕੇ ਤੇਰੀ ਸਿਫਤ ਸਲਾਹ ਕਰਨ ਲਈ ਤਿਆਰ ਨਹੀਂ ਹੁੰਦਾ। ਸਾਚੇ ਨਾਮ ਕੀ ਲਾਗੈ ਭੂਖ। ਜਿਸ ਮਨੁੱਖ ਨੂੰ ਇਹ ਸੱਚੇ ਨਾਮ ਦੀ ਭੁੱਖ ਲੱਗਦੀ ਹੈ, ਸੱਚੇ ਨਾਮ ਦੀ ਤਾਂਘ ਪੈਦਾ ਹੁੰਦੀ ਹੈ, ਸਤਿਗੁਰੂ ਆਖਦੇ ਹਨ, ਉਤ ਭੂਖੈ ਖਾਏ ਚਲੀਐ ਦੁਖ। ਇਸ ਤਾਂਘ ਦੀ ਬਰਕਤ ਨਾਲ ਜਿਨ੍ਹਾਂ ਦੇ ਅੰਦਰ ਸੱਚੇ ਨਾਮ ਦੀ ਤਾਂਘ ਪੈਦਾ ਹੋ ਗਈ, ਗੁਰੂ ਦਾ ਉਪਦੇਸ਼ ਮੰਨਣ ਦੀ, ਸੁਣਨ ਦੀ, ਉਹਦੇ ਮੁਤਾਬਕ ਤੁਰਨ ਦੀ ਤਾਂਘ ਪੈਦਾ ਹੋ ਗਈ, ਸਤਿਗੁਰੂ ਆਖਦੇ ਹਨ, ਜਦੋਂ ਉਹ ਤੁਰਦੇ ਹਨ, ਇਹ ਸੱਚ ਨਾਮ ਭੋਜਨ ਨੂੰ ਜੀਵਨ ਅੰਦਰ ਖਾਂਦੇ ਹਨ, ਧਾਰਨ ਕਰਦੇ ਹਨ, ਚੱਲੀਏ ਦੁੱਖ ਤੇ ਵਿਕਾਰਾਂ ਦੇ ਦੁੱਖ ਦੂਰ ਹੋ ਜਾਂਦੇ ਹਨ। ਈਰਖਾ ਨਫ਼ਰਤ ਵਾਲੇ ਦੁੱਖ ਜ਼ਿੰਦਗੀ ਵਿੱਚੋਂ ਚਲੇ ਜਾਂਦੇ ਹਨ। ਸੋ ਕਿਉ ਵਿਸਰੈ ਮੇਰੀ ਮਾਏ। ਹੇ ਮੇਰੀ ਮਾਂ, ਉਹ ਸੱਚਾ ਸਾਹਿਬ ਮੈਨੂੰ ਫਿਰ ਕਿਉਂ ਵਿਸਰੇ, ਮੈਨੂੰ ਕਦੇ ਭੁੱਲੇ ਨਾ, ਕਿਉਂਕਿ ਉਸ ਦੇ ਭੁੱਲਣ ਨਾਲ ਇੱਕ ਤਾਂ ਮੇਰੀ ਮੌਤ ਹੋ ਜਾਂਦੀ ਹੈ, ਮੈਂ ਮਰ ਜਾਂਦਾ ਹਾਂ। ਮੈਂ ਮਰ ਕੇ ਨਹੀਂ ਰਹਿਣਾ ਚਾਹੁੰਦਾ, ਮੈਂ ਮੁਰਦਾ ਬਣ ਕੇ ਸੰਸਾਰ ਦੇ ਅੰਦਰ ਨਹੀਂ ਚੱਲਣਾ ਚਾਹੁੰਦਾ, ਮੈਂ ਜ਼ਮੀਰ ਕਰਕੇ ਜਿਉਂਦਾ ਰਹਿਣਾ ਚਾਹੁੰਦਾ ਹਾਂ। ਤਾਂ ਜਿਉਂਦੇ ਰਹਿਣ ਲਈ ਮੈਨੂੰ ਉਸ ਦੀ ਸਿਫਤ ਸਲਾਹ ਬੜੀ ਜ਼ਰੂਰੀ ਹੈ। ਹੇ ਮੇਰੀ ਮਾਂ, ਜੇ ਮੈਨੂੰ ਸੱਚੇ ਨਾਮ ਦੀ ਤਾਂਘ ਜਾਗ ਪਵੇ, ਸੱਚੇ ਨਾਮ ਦੀ ਤਾਂਘ ਦੁਆਰਾ ਮੈਂ ਸੱਚੇ ਨਾਮ ਭੋਜਨ ਨੂੰ ਜੀਵਨ ਵਿੱਚ ਧਾਰਨ ਕਰਾਂ ਤੇ ਜ਼ਿੰਦਗੀ ਦੇ ਸਾਰੇ ਦੁੱਖ ਨਾਸ਼ ਕਰ ਦਿਆਂ। ਸਾਚਾ ਸਾਹਿਬ ਸਾਚੈ ਨਾਏ ਰਹਾਉ। ਹੇ ਮੇਰੀ ਮਾਂ, ਉਹ ਮੈਨੂੰ ਕਦੇ ਭੁੱਲੇ ਨਾ, ਕਿਉਂਕਿ ਉਹ ਸਾਹਿਬ ਸਦਾ ਰਹਿਣ ਵਾਲਾ ਹੈ, ਥਿਰ ਹੈ, ਤੇ ਉਸ ਦਾ ਨਾਮ, ਉਸ ਦੀ ਵਡਿਆਈ ਇਹ ਵੀ ਥਿਰ ਹੈ। ਕਿਰਪਾ ਕਰੇ ਸਾਹਿਬ, ਇਸ ਨਾਮ ਦੀ ਰਾਹੀਂ ਮੈਨੂੰ ਉਹ ਸਦਾ ਯਾਦ ਰਵੇ, ਮੇਰੇ ਜੀਵਨ ਦਾ ਸਾਥੀ ਬਣ ਜਾਏ। ਸਾਚੇ ਨਾਮ ਕੀ ਤਿਲ ਵਡਿਆਈ। ਸਦਾ ਕਾਇਮ ਰਹਿਣ ਵਾਲੇ ਪ੍ਰਭੂ ਦੇ ਨਾਮ ਦੀ ਰਤਾ ਜਿਤਨੀ ਵੀ ਮਹਿਮਾ, ਥੋੜੀ ਜਿਤਨੀ ਵੀ ਮਹਿਮਾ, ਮਾੜੀ ਮਾੜੀ ਥੋੜੀ ਥੋੜੀ ਅਸੀਂ ਸ਼ੁਰੂਆਤ ਵੀ ਜੇ ਕਰ ਲਈਏ ਤਾਂ ਆਖ ਥਕੇ ਕੀਮਤ ਨਹੀਂ ਪਾਈ। ਸਤਿਗੁਰੂ ਆਖਦੇ ਹਨ, ਜੇ ਅਸੀਂ ਥੋੜੀ ਥੋੜੀ ਇਹ ਉਪਰਾਲਾ ਕਰਕੇ, ਯਤਨ ਕਰਕੇ ਮਹਿਮਾ ਕਹਿਣੀ ਸ਼ੁਰੂ ਕਰੀਏ, ਅੰਤ ਤਾਂ ਉਸ ਦਾ ਨਹੀਂ ਪੈ ਸਕਦਾ, ਕਿਉਂਕਿ ਅੰਤ ਪਾਉਣ ਵਾਲੇ, ਉਸ ਨੂੰ ਅਖੀਰ ਤੱਕ ਬਿਆਨ ਕਰਨ ਵਾਲੇ ਥੱਕ ਗਏ ਹਨ, ਰਹਿ ਗਏ ਹਨ, ਖਤਮ ਹੋ ਗਏ ਹਨ, ਅੰਤ ਨਹੀਂ ਪਾਇਆ ਜਾ ਸਕਿਆ। ਹਾਂ, ਉਸ ਦੀ ਸਿਫਤ ਸਲਾਹ ਕਰਦਿਆਂ ਜੀਵਨ ਨੂੰ ਜ਼ਰੂਰ ਸਵਾਰਿਆ ਜਾ ਸਕਦਾ ਹੈ। ਜੇ ਸਭ ਮਿਲ ਕੇ ਆਖਣ ਪਾਹੇ। ਜੇ ਜਗਤ ਦੇ ਸਾਰੇ ਜੀਵ ਰਲ ਕੇ ਪ੍ਰਭੂ ਦੀ ਵਡਿਆਈ ਬਿਆਨ ਕਰਨ ਦਾ, ਕਹਿਣ ਦਾ ਯਤਨ ਵੀ ਕਰਨ ਤਾਂ ਵੱਡਾ ਨਾ ਹੋਵੇ ਘਾਟ ਨਾ ਜਾਏ। ਸਾਰੇ ਜੀਵਾਂ ਦੇ ਕਹਿਣ ਨਾਲ ਨਾ ਤਾਂ ਉਹ ਵੱਡਾ ਹੋ ਜਾਂਦਾ ਹੈ, ਕਿਉਂਕਿ ਸਾਰੇ ਜੀਵ
ਰਲ ਕੇ ਆਖਣ ਸਾਹਿਬ ਵੱਡਾ ਹੈ, ਮਾਲਕ ਵੱਡਾ ਹੈ, ਰੱਬ ਬੇਅੰਤ ਹੈ, ਤੇ ਇਹਦੇ ਨਾਲ ਉਹ ਕੋਈ ਆਪਣੇ ਅਸਲੇ ਤੋਂ ਵੱਡਾ ਨਹੀਂ ਹੋ ਜਾਂਦਾ। ਅਤੇ ਜੇ ਕੋਈ ਮਨੁੱਖ ਇਹ ਯਤਨ ਕਰੇ ਕਿ ਮੈਂ ਰੱਬ ਨੂੰ ਨਹੀਂ ਯਾਦ ਕਰਦਾ, ਮੈਂ ਰੱਬ ਨੂੰ ਨਹੀਂ ਮੰਨਦਾ, ਤੇ ਸਤਿਗੁਰੂ ਆਖਦੇ ਹਨ ਵਾਹਿਗੁਰੂ ਅਕਾਲ ਪੁਰਖ ਇਹਨਾਂ ਗੱਲਾਂ ਨਾਲ ਛੋਟਾ ਵੀ ਨਹੀਂ ਹੋ ਜਾਂਦਾ। ਨਾ ਸਾਡੇ ਕਹਿਣ ਨਾਲ ਵੱਡਾ ਹੁੰਦਾ ਹੈ ਤੇ ਨਾ ਸਾਡੇ ਨਾ ਕਹਿਣ ਨਾਲ ਉਹ ਛੋਟਾ ਹੁੰਦਾ ਹੈ। ਹਾਂ, ਸਾਨੂੰ ਜ਼ਰੂਰ ਫਰਕ ਪੈਂਦਾ ਹੈ। ਜੇ ਕਹਿੰਦੇ ਹਾਂ ਤੇ ਸਾਡੀ ਜ਼ਿੰਦਗੀ 'ਚ ਗੁਣ ਵੱਧਦੇ ਹਨ, ਜੇ ਅਸੀਂ ਨਹੀਂ ਕਹਿੰਦੇ ਤੇ ਸਾਡੀ ਜ਼ਿੰਦਗੀ ਅੰਦਰ ਬੁਰਾਈਆਂ ਵੱਧਦੀਆਂ ਹਨ। ਗੁਣ ਵੱਧਦੇ ਹਨ ਤੇ ਸੁਖੀ ਹੈ ਮਨੁੱਖ, ਔਗਣ ਵੱਧਦੇ ਹਨ ਤੇ ਮਨੁੱਖ ਸੰਸਾਰ ਦੇ ਅੰਦਰ ਦੁਖੀ ਤੇ ਪਰੇਸ਼ਾਨ ਰਹਿੰਦਾ ਹੈ। ਸਤਿਗੁਰੂ ਆਖਦੇ ਹਨ ਉਸ ਅਕਾਲ ਪੁਰਖ ਜੀ ਨੂੰ ਆਪਣੀ ਮਹਿਮਾ ਦਾ, ਵਡਿਆਈ ਦਾ ਕੋਈ ਲਾਲਚ ਨਹੀਂ ਹੈ। ਨਾ ਉਹ ਮਰੈ ਨਾ ਹੋਵੈ ਸੋਗ, ਨਾ ਤਾਂ ਉਹ ਪ੍ਰਭੂ ਕਦੇ ਮਰਦਾ ਹੈ ਤੇ ਨਾ ਹੀ ਉਸ ਨੂੰ ਕਦੀ ਇਹ ਸੋਗ ਹੁੰਦਾ ਹੈ, ਘਾਟਾ ਪੈਂਦਾ ਹੈ। ਉਹ ਅਕਾਲ ਪੁਰਖ ਸਦਾ ਹੀ ਥਿਰ ਰਹਿਣ ਵਾਲਾ ਹੈ। ਦੇਂਦਾ ਰਹੈ ਨਾ ਚੂਕੈ ਭੋਗ, ਵਾਹਿਗੁਰੂ ਅਕਾਲ ਪੁਰਖ ਸਦਾ ਹੀ ਦਾਤਾਂ ਦੇਣ ਵਾਲਾ ਦਾਤਾ ਹੈ। ਉਹ ਸਦਾ ਹੀ ਦਿੰਦਾ ਰਹਿੰਦਾ ਹੈ, ਨਾ ਚੁੱਕੈ ਭੋਗ। ਉਸ ਦੀਆਂ ਦਾਤਾਂ ਜੋ ਅਸੀਂ ਸਾਰੇ ਜੀਵ ਵਰਤਦੇ ਹਾਂ, ਇਹ ਕਦੇ ਵੀ ਮੁੱਕਦੀਆਂ ਨਹੀਂ, ਖਤਮ ਨਹੀਂ ਹੁੰਦੀਆਂ। ਉਸ ਦੇ ਭੰਡਾਰੇ ਸਦਾ ਹੀ ਅਮੁੱਕ ਰਹਿੰਦੇ ਹਨ, ਅਤੁੱਲ ਰਹਿੰਦੇ ਹਨ, ਭਰੇ ਹੀ ਰਹਿੰਦੇ ਹਨ। ਗੁਣ ਇਹੋ ਹੋਰ ਨਾਹੀ ਕੋਏ, ਵਾਹਿਗੁਰੂ ਅਕਾਲ ਪੁਰਖ ਜੀ ਦੀ ਸਭ ਤੋਂ ਵੱਡੀ ਖੂਬੀ, ਸਭ ਤੋਂ ਵੱਡਾ ਗੁਣ ਉਸ ਦਾ ਇਹੋ ਹੀ ਹੈ ਕਿ ਉਸ ਵਰਗਾ ਹੋਰ ਕੋਈ ਨਹੀਂ। ਉਹ ਆਪ ਹੀ ਆਪਣੇ ਵਰਗਾ ਹੈ, ਪਰ ਉਹਦੇ ਬਰਾਬਰ ਦਾ, ਉਸ ਵਰਗਾ ਕੋਈ ਹੋਰ ਦੂਜਾ ਨਹੀਂ ਮਿਥਿਆ ਜਾ ਸਕਦਾ। ਇੱਥੇ ਅਸੀਂ ਇਸ ਗੱਲ ਦਾ ਧਿਆਨ ਰੱਖਣਾ ਹੈ ਕਿ ਅਸੀਂ ਪਾਠ ਰੋਜ਼ ਕਰਦੇ ਹਾਂ ਔਰ ਇਹ ਪਾਠ ਰੋਜ਼ ਸੁਣਦੇ ਵੀ ਹਾਂ। ਹਰ ਗੁਰਦੁਆਰੇ ਦੇ ਅੰਦਰ ਹਰ ਗੁਰਸਿੱਖ ਇਸ ਪਾਠ ਨੂੰ ਸੁਣ ਵੀ ਰਿਹਾ ਹੈ, ਕਰ ਵੀ ਰਿਹਾ ਹੈ। ਪਰ ਕਿੰਨੀ ਸਾਡੀ ਵੱਡੀ ਬਦਕਿਸਮਤੀ ਹੈ ਕਿ ਸਤਿਗੁਰੂ ਜੀ ਦੇ ਇਹੋ ਜਿਹੇ ਪਿਆਰੇ ਬੋਲ, ਐਸੀਆਂ ਸੁੰਦਰ ਹਦਾਇਤਾਂ ਜਿਹੜੀਆਂ ਸਦਾ ਹੀ ਸਾਡੇ ਜੀਵਨ ਦਾ ਸਾਥੀ ਬਣਨੀਆਂ ਚਾਹੀਦੀਆਂ ਸਨ, ਇਹ ਅਸੀਂ ਬਣਾ ਨਹੀਂ ਸਕੇ। ਅਸੀਂ ਜ਼ੁਬਾਨ ਨਾਲ ਪਾਠ ਤੇ ਕੀਤਾ, ਅਸੀਂ ਸਰੀਰ ਕਰਕੇ ਇਸ ਪਾਠ ਦੇ ਸਾਹਮਣੇ ਝੁਕਦੇ ਵੀ ਰਹੇ, ਪਰ ਅਸੀਂ ਮੰਨਿਆ ਨਹੀਂ, ਅਸੀਂ ਇਸ ਪਾਸੇ ਗੌਰ ਨਹੀਂ ਕੀਤਾ। ਦੇਖੋ ਕਿੰਨੀ ਪਿਆਰੀ ਮਿਹਰ ਹੈ ਸਤਿਗੁਰੂ ਦੀ। ਗੁਣ ਇਹੋ ਹੋਰ ਨਾਹੀ ਕੋਏ, ਉਹਦਾ ਸਭ ਤੋਂ ਵੱਡਾ ਗੁਣ ਹੈ ਕਿ ਉਹਦੇ ਵਰਗਾ ਕੋਈ ਹੋਰ ਨਹੀਂ। ਜੇ ਅਸੀਂ ਇਹ ਮੰਨਿਆ ਹੁੰਦਾ ਤਾਂ ਜੋ ਅੱਜ ਅਸੀਂ ਰੱਬ ਦੇ ਬਰਾਬਰ, ਗੁਰੂ ਦੇ ਬਰਾਬਰ ਮੰਨ ਰਹੇ ਹਾਂ, ਇਹ ਕਦੀ ਵੀ ਨਾ ਮੰਨਿਆ ਜਾਂਦਾ। ਭਾਵੇਂ ਉਹ ਸਰੀਰ ਹਨ, ਭਾਵੇਂ ਉਹ ਮੜੀਆਂ ਕਬਰਾਂ ਜਾਂ ਪੱਥਰ ਹਨ, ਭਾਵੇਂ ਉਹ ਕੁਝ ਵੀ ਹੈ, ਅਸੀਂ ਕਦੀ ਵੀ ਨਾ ਪ੍ਰਵਾਨ ਕਰਦੇ ਜੇ ਅਸੀਂ ਕਦੀ ਇਹਨਾਂ ਮਿਹਰਾਂ ਸਤਿਗੁਰੂ ਦੀਆਂ ਨੂੰ ਵਿਚਾਰਿਆ ਹੁੰਦਾ। ਨਾ ਕੋ ਹੋਆ ਨਾ ਕੋ ਹੋਏ, ਨਾ ਹੀ ਕੋਈ ਅੱਜ ਤੱਕ ਉਸ ਵਰਗਾ ਹੋਇਆ ਹੈ ਤੇ ਨਾ ਹੀ ਕੋਈ ਅੱਗੋਂ ਹੋਏਗਾ। ਗੁਣ ਇਹੋ ਹੋਰ ਨਾਹੀ ਕੋਏ, ਨਾ ਕੋ ਹੋਆ ਨਾ ਕੋ ਹੋਏ। ਮੈਂ ਪਹਿਲਾਂ ਵੀ ਬੇਨਤੀ ਕੀਤੀ ਹੈ, ਕਿੰਨੀ ਅਫਸੋਸਨਾਕ ਬਾਤ ਹੈ ਕਿ ਰੱਬ ਵਰਗਾ ਕੋਈ ਹੈ ਨਹੀਂ, ਨਾ ਹੋਏਗਾ, ਪਰ ਅਸੀਂ ਮੰਨ ਲਿਆ। ਅਸੀਂ ਬਹੁਤ ਕੁਝ ਮੰਨ ਲਿਆ। ਅਸੀਂ ਸਤਿਗੁਰੂ ਦੀ ਬਾਣੀ ਦੀ ਅਵੱਗਿਆ ਕੀਤੀ। ਸਤਿਗੁਰੂ ਦੇ ਬਾਣੀ ਤੋਂ ਉਲਟ ਜਾ ਕੇ ਅਸੀਂ ਬੰਦਿਆਂ ਨੂੰ ਵੀ ਰੱਬ ਬਣਾਇਆ, ਅਸੀਂ ਪੱਥਰਾਂ ਨੂੰ, ਅਸੀਂ ਦਰਖਤਾਂ ਨੂੰ, ਤੇ ਪਤਾ ਨਹੀਂ ਕਿੰਨਾ ਕੁਝ ਅਸੀਂ ਰੱਬ ਬਣਾ ਕੇ ਆਪਣੀ ਜ਼ਿੰਦਗੀ ਅੰਦਰ ਪੂਜਣ ਲੱਗ ਗਏ, ਮੰਨਣ ਲੱਗ ਗਏ, ਵਿਸ਼ਵਾਸ ਕਰਨ ਲੱਗ ਗਏ। ਆਓ ਮੁੜੀਏ, ਸਤਿਗੁਰੂ ਦੀ ਇਸ ਮਿਹਰ ਨੂੰ ਆਪਣੇ ਜੀਵਨ ਦਾ ਹਿੱਸਾ ਬਣਾਈਏ। ਸਭ ਕੁਝ ਛੱਡ ਕੇ ਗੁਰੂ ਦੇ ਰਾਹੀਂ ਇੱਕ ਅਕਾਲ ਪੁਰਖ ਦੀ ਸਿਫਤ ਸਲਾਹ ਨੂੰ ਹੀ ਜ਼ਿੰਦਗੀ ਦਾ ਆਸਰਾ ਬਣਾਈਏ। ਜੇ ਵੱਡ ਆਪ ਤੇ ਵੱਡ ਤੇਰੀ ਦਾਤ, ਹੇ ਪ੍ਰਭੂ, ਜਿੰਨਾ ਵੱਡਾ ਤੂੰ ਆਪ ਹੈ, ਓਨੀ ਹੀ ਵੱਡੀ ਤੇਰੀ ਬਖਸ਼ਿਸ਼ ਹੈ। ਤੇਰੀ ਮਿਹਰ ਵੀ ਓਨੀ ਹੀ ਵੱਡੀ ਹੈ ਜਿੰਨਾ ਤੂੰ ਵਿਸਥਾਰ ਵਾਲਾ ਤੇ ਉੱਚਾ ਹੈ। ਜਿਨ ਦਿਨ ਕਰਕੇ ਕੀਤੀ ਰਾਤ, ਤੂੰ ਐਸਾ ਹੈ ਜਿਸ ਨੇ ਦਿਨ ਬਣਾਇਆ
ਤੇ ਦਿਨ ਬਣਾ ਕੇ ਰਾਤ ਵੀ ਬਣਾਈ। ਇਹ ਤੇਰੀ ਵੱਡੀ ਮਿਹਰ ਹੈ, ਜਿਵੇਂ ਦਿਨ ਬਣਾ ਕੇ ਰਾਤ ਬਣਾਈ, ਇਵੇਂ ਹੀ ਹੇ ਸੱਚੇ ਸਾਹਿਬ ਤੇਰੀਆਂ ਦਾਤਾਂ ਦਾ ਅੰਤ ਨਹੀਂ ਹੈ। ਖਸਮ ਵਿਸਾਰੈ ਤੇ ਕਮਜ਼ਾਤ। ਭਾਵੇਂ ਕਿ ਗੁਰਮਤ ਵਿੱਚ ਜਾਤ ਪਾਤ ਨੂੰ ਪ੍ਰਵਾਨ ਨਹੀਂ ਕੀਤਾ ਗਿਆ, ਕਿਸੇ ਨੂੰ ਉੱਚਾ ਤੇ ਕਿਸੇ ਨੂੰ ਨੀਵਾਂ ਨਹੀਂ ਮੰਨਿਆ ਗਿਆ। ਕੋਈ ਵੀ ਵਿਅਕਤੀ ਨਸਲ ਕਰਕੇ, ਘਰਾਣੇ ਕਰਕੇ, ਜਨਮ ਜਾਤ ਰੂਪ ਰੰਗ ਕਰਕੇ ਨਾ ਉੱਚਾ ਹੈ ਨਾ ਨੀਵਾਂ ਹੈ, ਕਿਉਂਕਿ ਸਤਿਗੁਰੂ ਦੀ ਬਾਣੀ ਕਹਿੰਦੀ ਹੈ, ਅਵਲ ਅੱਲਾ ਨੂਰ ਉਪਾਇਆ, ਕੁਦਰਤ ਕੇ ਸਭ ਬੰਦੇ, ਏਕ ਨੂਰ ਤੇ ਸਭ ਜਗ ਉਪਜਿਆ, ਕੌਣ ਭਲੇ ਕੋ ਮੰਦੇ। ਸਤਿਗੁਰੂ ਜੀ ਨੇ ਜਾਤ ਪਾਤ ਤੋਂ ਸਦਾ ਹੀ ਸਾਨੂੰ ਉੱਚੇ ਰਹਿਣ ਲਈ ਆਖਿਆ ਹੈ ਕਿ ਭਲਿਓ ਸਾਰੇ ਬੰਦੇ ਰੱਬ ਦੇ ਹਨ, ਕੁਦਰਤ ਦੇ ਹਨ, ਕੋਈ ਚੰਗਾ ਨਹੀਂ ਕੋਈ ਮਾੜਾ ਨਹੀਂ। ਸਰੀਰ ਕਰਕੇ, ਜਨਮ ਕਰਕੇ ਕਿਸੇ ਨੂੰ ਨੀਵਾਂ ਉੱਚਾ ਕਹਿਣਾ ਇਹ ਮਾੜੀ ਬਾਤ ਹੈ, ਇਨਸਾਨੀਅਤ ਦੇ ਨਾਂ ਤੇ ਧੱਬਾ ਹੈ। ਪਰ ਸਤਿਗੁਰੂ ਜੀ ਨੇ ਪਾਵਨ ਬਾਣੀ ਦੇ ਅੰਦਰ ਜਦੋਂ ਇਹ ਵਿਚਾਰ ਦਿੱਤੀ ਹੈ ਤਾਂ ਸਾਨੂੰ ਹੋਰ ਵੀ ਦ੍ਰਿੜ ਕਰਵਾ ਦਿੱਤਾ ਹੈ, ਜਾਤ ਕਾ ਗਰਬ ਨਾ ਕਰਿਓ ਕੋਈ, ਭਾਈ ਜਾਤ ਦਾ ਕੋਈ ਹੰਕਾਰ ਨਾ ਕਰੋ। ਇਹ ਜਾਤ ਇੱਥੇ ਦੀ ਹੈ ਤੇ ਇਹ ਵੰਡੀਆਂ ਪਾਉਂਦੀ ਹੈ, ਨੁਕਸਾਨ ਕਰਦੀ ਹੈ। ਸਤਿਗੁਰੂ ਜੀ ਨੇ ਇਸੇ ਕਰਕੇ ਸਾਨੂੰ ਇਸ ਪਾਸਿਓਂ ਮੋੜਦਿਆਂ ਇਸ ਪਾਸੇ ਵੀ ਧਿਆਨ ਦਿਵਾਇਆ ਹੈ, ਜਾਣੋ ਜੋਤ ਨਾ ਪੁੱਛੋ ਜਾਤੀ, ਆਗੈ ਜਾਤ ਨਾ ਹੈ। ਅਕਾਲ ਪੁਰਖ ਜੀ ਦੇ ਦਰਗਾਹ ਅੰਦਰ ਜਾਤ ਕਰਕੇ ਮਾਣ ਨਹੀਂ ਮਿਲਣਾ, ਸਗੋਂ ਜੋਤ ਕਰਕੇ ਮਾਣ ਮਿਲਣਾ ਹੈ। ਸਾਨੂੰ ਜੋਤ ਵੱਲ ਧਿਆਨ ਦੇਣਾ ਚਾਹੀਦਾ ਜੋ ਸਾਡੇ ਸਾਰੇ ਜੀਵਾਂ ਦੇ ਅੰਦਰ ਅਕਾਲ ਪੁਰਖ ਦੀ ਪਸਰੀ ਹੋਈ ਹੈ। ਪਰ ਸਤਿਗੁਰੂ ਜੀ ਨੇ ਇਸ ਤੋਂ ਉਲਟ ਗੁਰਮਤ ਦਾ ਇੱਕ ਖਿਆਲ ਹੋਰ ਦਿੱਤਾ ਹੈ। ਜਿਹੜੇ ਖਸਮ ਨੂੰ ਵਿਸਾਰਦੇ ਹਨ, ਖਸਮ ਨੂੰ ਭੁੱਲ ਜਾਂਦੇ ਹਨ, ਖਸਮ ਦੀ ਰਜ਼ਾ ਵਿੱਚ ਤੁਰਨਾ ਨਹੀਂ ਜਾਣਦੇ, ਜਿਹੜੇ ਆਪਣੇ ਜੀਵਨ ਵਿੱਚ ਗੁਣ ਧਾਰਨ ਨਹੀਂ ਕਰਦੇ, ਅਸਲ ਵਿੱਚ ਉਹ ਨੀਵੀਂ ਜਾਤ ਵਾਲੇ ਹਨ, ਅਸਲ ਵਿੱਚ ਉਹ ਨੀਵੇਂ ਅਸਲੇ ਵਾਲੇ ਹਨ, ਸਭ ਤੋਂ ਕਮਜ਼ੋਰ ਹਨ। ਨਾਨਕ ਨਾਵੇਂ ਵਾਜ ਸਨਾਤ। ਹੇ ਨਾਨਕ, ਜਿਹੜੇ ਨਾਮ ਤੋਂ ਖੁੰਝੇ ਹੋਏ ਹਨ, ਨਾਮ ਤੋਂ ਬਾਝ ਹਨ, ਖਾਲੀ ਹਨ, ਸਨਾਤ, ਉਹ ਸਭ ਤੋਂ ਨੀਚ ਹਨ, ਨੀਵੇਂ ਅਸਲੇ ਵਾਲੇ ਹਨ। ਉਹਨਾਂ ਨੂੰ ਨੀਵੇਂ ਮੰਨਣਾ ਚਾਹੀਦਾ ਜਿਨ੍ਹਾਂ ਦੇ ਪੱਲੇ ਸੱਚ ਨਾਮ ਧਨ ਨਹੀਂ, ਜਿਨ੍ਹਾਂ ਕੋਲ ਅਕਾਲ ਪੁਰਖ ਜੀ ਦੇ ਗੁਣ ਨਹੀਂ ਹਨ, ਜਿਹੜੇ ਉਹਦੀ ਰਜ਼ਾ ਵਿੱਚ ਤੁਰਨਾ ਨਹੀਂ ਜਾਣਦੇ, ਅਸਲੀਅਤ ਵਿੱਚ ਉਹ ਨੀਵੇਂ ਹਨ। ਰਾਗ ਗੂਜਰੀ ਮਹਿਲਾ ਚੌਥਾ। ਸੋ ਦਰ ਬਾਣੀ ਦੇ ਸਰਲੇਖ ਹੇਠ ਇਹ ਚੌਥਾ ਸ਼ਬਦ ਹੈ ਜੋ ਰਾਗ ਗੂਜਰੀ ਵਿੱਚੋਂ ਗੁਰੂ ਰਾਮਦਾਸ ਜੀ ਦਾ ਉਚਾਰਨ ਕੀਤਾ ਹੋਇਆ ਹੈ। ਸਤਿਗੁਰੂ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਸੋਦਰ ਬਾਣੀ ਦੇ ਸਰਲੇਖ ਹੇਠ ਇਸ ਚੌਥੇ ਸ਼ਬਦ ਵਿੱਚ ਸਾਨੂੰ ਕੀ ਸਮਝਾਉਂਦੇ ਹਨ, ਸਾਡੇ ਤੇ ਕੀ ਮਿਹਰ ਕਰਦੇ ਹਨ, ਆਓ ਵਿਚਾਰੀਏ। ਹਰ ਕੇ ਜਨ ਸਤਿਗੁਰ ਸਤਿਪੁਰਖਾ, ਬਿਨਉ ਕਰਉ ਗੁਰ ਪਾਸ। ਹੇ ਮਹਾਂਪੁਰਖ ਗੁਰੂ, ਹੇ ਪ੍ਰਭੂ ਦੇ ਭਗਤ ਸਤਿਗੁਰੂ, ਮੈਂ ਹੇ ਗੁਰੂ ਜੀ ਤੇਰੇ ਅੱਗੇ ਇੱਕ ਅਰਦਾਸ ਕਰਦਾ ਹਾਂ, ਇੱਕ ਬੇਨਤੀ ਕਰਦਾ ਹਾਂ। ਹਮ ਕੀਰੇ ਕਿਰਮ ਸਤਿਗੁਰ ਸ਼ਰਨਾਈ, ਕਰ ਦਇਆ ਨਾਮ ਪ੍ਰਗਾਸ਼। ਹੇ ਸਤਿਗੁਰੂ, ਮੈਂ ਨਿਮਾਣਾ ਤੇਰੀ ਸ਼ਰਨ ਆਇਆ ਹਾਂ, ਕਿਰਪਾ ਕਰਕੇ ਮੇਰੇ ਅੰਦਰ ਪ੍ਰਭੂ ਨਾਮ ਦਾ ਚਾਨਣ ਪੈਦਾ ਕਰ, ਮੈਨੂੰ ਗਿਆਨ ਉਪਦੇਸ਼ ਬਖਸ਼ਿਸ਼ ਕਰ, ਤਾਂ ਕਿ ਮੈਂ ਵੀ ਇਸ ਨੂੰ ਸੋਹਣਾ ਬਣਾ ਸਕਾਂ, ਇਸ ਜੀਵਨ ਨੂੰ ਚੰਗਾ ਬਣਾ ਸਕਾਂ, ਐਸੀ ਕਿਰਪਾ ਮੇਰੇ ਤੇ ਕਰ। ਮੇਰੇ ਮੀਤ ਗੁਰਦੇਵ, ਮੋਕਉ ਰਾਮ ਨਾਮ ਪ੍ਰਗਾਸ਼। ਸਤਿਗੁਰੂ ਜੀ ਕਿੰਨੀ ਪਿਆਰੀ ਅਰਦਾਸ ਸਾਨੂੰ ਸਿਖਾਉਂਦੇ ਹਨ ਤੇ ਸਮਝਾਉਂਦੇ ਹਨ ਕਿ ਦੇਖੋ ਭਾਈ, ਸਾਨੂੰ ਇਹ ਅਰਦਾਸ ਜੀਵਨ ਅੰਦਰ ਲਾਜ਼ਮੀ ਧਾਰਨ ਕਰ ਲੈਣੀ ਚਾਹੀਦੀ ਹੈ। ਆਪਾਂ ਸੋਦਰ ਬਾਣੀ ਦੇ ਸ਼ਬਦ ਨੂੰ ਪੜ੍ਹਦਿਆਂ ਅਖੀਰ ਵਿੱਚ ਇਹੋ ਹੀ ਪੜ੍ਹਿਆ ਹੈ, ਨਾਨਕ ਰਹਿਣ ਰਜ਼ਾਈ। ਹੇ ਨਾਨਕ, ਉਹਦੀ ਰਜ਼ਾ ਵਿੱਚ ਰਹਿਣਾ ਹੀ ਸਾਨੂੰ ਫੱਬਦਾ ਹੈ,
ਉਹਦੀ ਰਜ਼ਾ ਵਿੱਚ ਚੱਲਣਾ ਹੀ ਸੋਹਣਾ ਲੱਗਦਾ ਹੈ। ਦੂਜੇ ਸ਼ਬਦ ਦੇ ਅੰਦਰ ਅਸਾਂ ਇਹ ਪੜ੍ਹਿਆ ਕਿ ਸੁਣ ਸੁਣਾ ਕੇ ਕਹਿਣ ਵਾਲੇ ਬਹੁਤ ਹਨ, ਸੁਣ ਸੁਣਾ ਕੇ ਕਹਿਣ ਵਾਲਿਆਂ ਦੇ ਪੱਲੇ ਕੁਝ ਨਹੀਂ। ਸੁਣ ਵੱਡਾ ਆਖੈ ਸਭ ਕੋਏ, ਕੇਵਡ ਵੱਡਾ ਡੀਠਾ ਹੋਏ। ਦਰਸ਼ਨ ਕੀਤਿਆਂ ਹੀ ਪਤਾ ਲੱਗਣਗੇ। ਤੀਜੇ ਸ਼ਬਦ ਅੰਦਰ ਸਤਿਗੁਰੂ ਜੀ ਨੇ ਸਮਝਾਉਣ ਦਾ ਯਤਨ ਕੀਤਾ ਹੈ ਕਿ ਉਹਦੀ ਸਿਫਤ ਸਲਾਹ ਹੀ ਅਸਲ ਜ਼ਿੰਦਗੀ ਹੈ। ਜੇ ਸਿਫਤ ਸਲਾਹ ਨਹੀਂ ਤਾਂ ਇਹ ਜ਼ਿੰਦਗੀ ਮੁਰਦਿਆਂ ਵਰਗੀ ਹੈ। ਸਤਿਗੁਰੂ ਜੀ ਇਸੇ ਵਿਚਾਰ ਨੂੰ ਅੱਗੇ ਲੜੀ 'ਚ ਰੱਖਦਿਆਂ ਹੋਇਆਂ ਗੁਰੂ ਰਾਮਦਾਸ ਸਾਨੂੰ ਸਮਝਾਉਂਦੇ ਹਨ। ਆਓ ਅਰਦਾਸ ਕਰੀਏ, ਆਓ ਸੱਚੇ ਸਾਹਿਬ ਦੇ ਦਰ ਤੇ ਢਹਿ ਪਈਏ ਨਿਮਾਣੇ ਹੋ ਕੇ ਤੇ ਆਖੀਏ, ਮੇਰੇ ਮੀਤ ਗੁਰਦੇਵ ਮੋਹ ਕਉ ਰਾਮ ਨਾਮ ਪ੍ਰਗਾਸ਼। ਹੇ ਮੇਰੇ ਮਿੱਤਰ ਗੁਰਦੇਵ ਜੀ, ਮੈਨੂੰ ਨਾਮ ਦਾ ਪ੍ਰਕਾਸ਼ ਕਰੋ ਤਾਂ ਕਿ ਮੈਂ ਜ਼ਿੰਦਗੀ ਸੋਹਣੀ ਜੀ ਸਕਾਂ। ਗੁਰਮਤਿ ਨਾਮ ਮੇਰਾ ਪ੍ਰਾਨ ਸਖਾਈ, ਹਰ ਕੀਰਤ ਹਮਰੀ ਰਹਿਰਾਸ ਰਹਾਓ। ਗੁਰੂ ਦੀ ਦੱਸੀ ਮੱਤ ਦੀ ਰਾਹੀਂ ਮਿਲਿਆ ਹੋਇਆ ਹਰ ਨਾਮ ਮੇਰੀ ਜਿੰਦ ਦਾ ਸਾਥੀ ਬਣਿਆ ਰਹੇ। ਪ੍ਰਭੂ ਦੀ ਸਿਫਤ ਸਲਾਹ ਮੇਰੀ ਜ਼ਿੰਦਗੀ ਦੇ ਸਫ਼ਰ ਲਈ ਰਾਸ ਪੂੰਜੀ ਬਣੀ ਰਹੇ। ਰਹਿਰਾਸ, ਰਾਸ ਪੂੰਜੀ, ਇਹ ਮੇਰੀ ਜ਼ਿੰਦਗੀ ਦਾ ਸਫ਼ਰ ਦਾ ਰਸਤੇ ਦਾ ਖਰਚਾ ਬਣ ਜਾਏ। ਕਿਰਪਾ ਕਰ ਮੈਨੂੰ ਗੁਰਮਤਿ ਨਾਮ ਬਖਸ਼ਿਸ਼ ਕਰ ਤਾਂ ਕਿ ਮੈਂ ਜ਼ਿੰਦਗੀ ਦੇ ਅੰਦਰ ਸਾਰੀਆਂ ਭੁੱਖਾਂ ਨਾਸ਼ ਕਰ ਸਕਾਂ, ਸੰਤੁਸ਼ਟ ਹੋ ਸਕਾਂ। ਹਰ ਜਨ ਕੇ ਵੱਡ ਭਾਗ ਵਡੇਰੇ, ਜਿਨ ਹਰ ਹਰ ਸ਼ਰਧਾ ਹਰ ਪਿਆਸ। ਪ੍ਰਭੂ ਦੇ ਉਹਨਾਂ ਸੇਵਕਾਂ ਦੇ ਬੜੇ ਉੱਚੇ ਭਾਗ ਹਨ ਜਿਨ੍ਹਾਂ ਦੇ ਅੰਦਰ ਪ੍ਰਭੂ ਦੇ ਨਾਮ ਵਾਸਤੇ ਤਾਂਘ ਹੈ, ਜਿਹੜੇ ਆਪਣੇ ਅੰਦਰ ਇੱਛਾ ਰੱਖਦੇ ਹਨ, ਆਪਣੇ ਅੰਦਰ ਸ਼ਰਧਾ ਰੱਖਦੇ ਹਨ ਪ੍ਰਭੂ ਦੇ ਨਾਮ ਲਈ। ਹਰ ਹਰ ਨਾਮ ਮਿਲੈ ਤ੍ਰਿਪਤਾਸੈ, ਮਿਲ ਸੰਗਤ ਗੁਣ ਪ੍ਰਗਾਸ। ਜਦੋਂ ਉਹਨਾਂ ਨੂੰ ਪਰਮਾਤਮਾ ਦਾ ਨਾਮ ਪ੍ਰਾਪਤ ਹੁੰਦਾ ਹੈ ਤਾਂ ਉਹ ਮਾਇਆ ਦੀ ਤ੍ਰਿਸ਼ਨਾ ਵੱਲੋਂ ਰੱਜ ਜਾਂਦੇ ਹਨ। ਸਾਧ ਸੰਗਤ ਵਿੱਚ ਮਿਲ ਕੇ ਉਹਨਾਂ ਦੇ ਅੰਦਰ ਭਲੇ ਗੁਣ ਪ੍ਰਕਾਸ਼ ਹੁੰਦੇ ਹਨ, ਪੈਦਾ ਹੁੰਦੇ ਹਨ। ਜਿਨ ਹਰ 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 ਰਸ ਨਾਮ ਨਾ ਪਾਇਆ, ਤੇ ਭਾਗਹੀਣ ਜਮ ਪਾਸ। ਸਤਿਗੁਰੂ ਜੀ ਆਖਦੇ, ਜਿਨ੍ਹਾਂ ਬੰਦਿਆਂ ਨੇ ਪਰਮਾਤਮਾ ਦੇ ਨਾਮ ਦਾ ਸਵਾਦ ਨਹੀਂ ਪਾਇਆ, ਜੀਵਨ ਵਿੱਚ ਧਾਰਨ ਨਹੀਂ ਕੀਤਾ, ਜਿਨ੍ਹਾਂ ਨੂੰ ਪ੍ਰਭੂ ਦਾ ਨਾਮ ਨਹੀਂ ਮਿਲਿਆ, ਉਹ ਬਦਕਿਸਮਤ ਹਨ। ਜਿਨ੍ਹਾਂ ਨੇ ਪ੍ਰਭੂ ਨਾਮ ਨੂੰ ਜੀਵਨ ਵਿੱਚ ਧਾਰਨ ਨਹੀਂ ਕੀਤਾ, ਉਹ ਬਦਕਿਸਮਤ ਹਨ। ਉਹ ਜਮਾਂ ਦੇ ਵਿਕਾਰਾਂ ਦੇ ਵਸ ਵਿੱਚ ਪਏ ਹੋਏ ਸਮਝੋ। ਉਹਨਾਂ ਦੇ ਸਿਰ ਉੱਤੇ ਆਤਮਕ ਮੌਤ ਸਦਾ ਸਵਾਰ ਰਹਿੰਦੀ ਹੈ। ਜੋ ਸਤਿਗੁਰ ਸ਼ਰਨ ਸੰਗਤ ਨਹੀਂ ਆਏ, ਤ੍ਰਿਗ ਜੀਵੇ ਤ੍ਰਿਗ ਜੀਵਾਸ। ਜੋ ਮਨੁੱਖ ਗੁਰੂ ਦੀ ਸ਼ਰਨ ਨਹੀਂ ਆਉਂਦੇ, ਜੋ ਸਾਧ ਸੰਗਤ ਵਿੱਚ ਨਹੀਂ ਬੈਠਦੇ, ਲਾਹਣਤ ਹੈ ਉਹਨਾਂ ਦੇ ਜਿਉਣ ਤੇ। ਉਹਨਾਂ ਦਾ ਜਿਉਣਾ ਫਿਟਕਾਰਯੋਗ ਹੈ। ਸਤਿਗੁਰੂ ਦੇ ਪਿਆਰਿਓ, ਸਤਿਗੁਰੂ ਦੀ ਇਸ ਪਾਵਨ ਬਾਣੀ ਨੂੰ ਆਪਣੇ ਧਿਆਨ 'ਚ ਰੱਖਦਿਆਂ ਹੋਇਆਂ ਇੱਕ ਵਾਰੀ ਸੁਰਤ ਨੂੰ ਉੱਚਿਆਂ ਚੁੱਕ ਕੇ ਆਓ ਆਪਣੇ ਆਪਣੇ ਅੰਦਰ ਅਸੀਂ ਝਾਤ ਮਾਰ ਕੇ ਦੇਖੀਏ। ਅਸੀਂ ਵੀ ਸਾਰੇ ਕਿਸਮਤ ਨੂੰ ਕੋਸਦੇ ਹਾਂ, ਅਸੀਂ ਵੀ ਸਾਰੇ ਰੱਬ ਨੂੰ ਉਲਾਂਭੇ ਦਿੰਦੇ ਹਾਂ ਕਿ ਰੱਬ ਨੇ ਕਿਸਮਤ ਮਾੜੀ ਲਿਖ ਦਿੱਤੀ, ਰੱਬ ਨੇ ਲੇਖ ਮਾੜੇ ਲਿਖ ਦਿੱਤੇ। ਪਰ ਸਤਿਗੁਰੂ ਜੀ ਇੱਥੇ ਸਮਝਾ ਰਹੇ ਹਨ ਕਿ ਜਿਨ੍ਹਾਂ ਨੇ ਨਾਮ ਪ੍ਰਾਪਤ ਨਹੀਂ ਕੀਤਾ, ਜਿਹੜੇ ਗੁਰੂ ਦੀ ਸ਼ਰਨ ਵਿੱਚ ਨਹੀਂ ਆਏ, ਜਿਹੜੇ ਸਾਧ ਸੰਗਤ ਵਿੱਚ ਆ ਕੇ ਪ੍ਰਭੂ ਦੀ ਵਡਿਆਈ ਨਾਲ ਸਾਂਝ ਨਹੀਂ ਬਣਾਉਂਦੇ, ਉਹ ਬਦਕਿਸਮਤ ਹਨ। ਲਾਹਣਤ ਹੈ ਉਹਨਾਂ ਦੇ ਜਿਉਣ ਤੇ, ਲਾਹਣਤ ਹੈ ਉਹਨਾਂ ਦੇ ਇਹ ਸਾਰੇ ਹੀ ਕਾਰ ਵਿਹਾਰ ਤੇ ਜਿਹੜੇ ਪ੍ਰਭੂ ਦੀ ਸਿਫਤ ਸਲਾਹ ਨਾਲੋਂ ਟੁੱਟ ਜਾਂਦੇ ਹਨ। ਸਤਿਗੁਰੂ ਜੀ ਨੇ ਪਾਵਨ ਬਾਣੀ ਦੇ ਅੰਦਰ ਸਾਨੂੰ ਜਪਜੀ ਸਾਹਿਬ ਦੇ ਅੰਦਰ ਵੀ ਇਹ ਵਿਚਾਰ ਦ੍ਰਿੜ ਕਰਵਾਇਆ ਹੈ ਤੇ ਆਖਿਆ ਹੈ, ਆਪੇ ਬੀਜ ਆਪੇ ਹੀ ਖਾਓ। ਆਪਣਾ ਬੀਜਿਆ ਸਾਨੂੰ ਆਪ ਖਾਣਾ ਪੈਂਦਾ ਹੈ, ਬੀਜਿਆ ਕੁਝ ਵੀ ਨਹੀਂ ਤੇ ਉਲਾਂਭੇ ਤੇ ਉਲਾਂਭਾ। ਫਿਰ ਸਤਿਗੁਰੂ ਬਾਣੀ ਅੰਦਰ ਹੋਰ ਵੀ ਸਮਝਾਉਂਦੇ ਹਨ ਤੇ ਆਖਦੇ ਹਨ, ਦੱਦਾ ਹੈ ਦੋਸ਼ ਨਾ ਦੇਉ ਕਿਸੈ,
ਦੋਸ਼ ਕਰਮਾਂ ਆਪਣਿਆਂ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜੈ ਅਵਰ ਜਨਾ। ਦੋਸ਼ ਕਿਸਮਤ ਦਾ ਨਹੀਂ, ਦੋਸ਼ ਸਾਡਾ ਆਪਣਾ ਹੈ। ਦੋਸ਼ ਪਰਮੇਸ਼ਰ ਦਾ ਨਹੀਂ, ਅਸਲ ਵਿੱਚ ਖਰਾਬੀ ਸਾਡੀ ਆਪਣੀ ਹੈ। ਸਤਿਗੁਰੂ ਇਸੇ ਲਈ ਸਾਨੂੰ ਇਸ ਪਾਸਿਓਂ ਵੀ ਵਰਜਦੇ ਹਨ ਤੇ ਆਖਦੇ ਹਨ, ਨਾਰਾਇਣ ਨਿੰਦਸ ਕਾਏ ਭੂਲੀ ਗਵਾਰੀ, ਦੋਕ੍ਰਿਤ ਸੁਕ੍ਰਿਤ ਥਾਰੋ ਕਰਮਰੀ। ਇਹ ਚੰਗੇ ਮੰਦੇ ਤੇਰੇ ਆਪਣੇ ਕਰਮ ਹਨ, ਰੱਬ ਨੂੰ ਨਾ ਨਿੰਦ, ਰੱਬ ਨੂੰ ਦੋਸ਼ ਨਾ ਦੇ। ਰੱਬ ਨੂੰ ਦੋਸ਼ ਦੇਣ ਨਾਲ ਕਿਸਮਤ ਚੰਗੀ ਨਹੀਂ ਹੋਏਗੀ, ਸਗੋਂ ਕਦਮ ਪੁੱਟ, ਅੱਗੇ ਤੋਂ ਅੱਗੇ ਤੁਰ, ਤਾਂ ਕਿ ਆਪਣੇ ਜੀਵਨ ਨੂੰ ਸਵਾਰਿਆ ਜਾ ਸਕੇ। ਜਿਨ ਹਰ ਜਨ ਸਤਿਗੁਰ ਸੰਗਤ ਪਾਈ, ਤਿਨ ਧੁਰ ਮਸਤਕ ਲਿਖਿਆ ਲਿਖਾਸ। ਜਿਨ੍ਹਾਂ ਪ੍ਰਭੂ ਦੇ ਸੇਵਕਾਂ ਨੂੰ ਗੁਰੂ ਦੀ ਸੰਗਤ ਵਿੱਚ ਬੈਠਣਾ ਨਸੀਬ ਹੋਇਆ ਹੈ, ਸਮਝੋ ਉਹਨਾਂ ਦੇ ਮੱਥੇ ਉੱਤੇ ਧੁਰੋਂ ਹੀ ਚੰਗਾ ਲੇਖ ਲਿਖਿਆ ਹੋਇਆ ਹੈ। ਭਾਵ ਅਕਾਲ ਪੁਰਖ ਜੀ ਨੇ ਮਿਹਰ ਦਾ ਲੇਖ ਉਹਨਾਂ ਦੇ ਮਸਤਕ ਵਿੱਚ ਲਿਖ ਦਿੱਤਾ ਹੈ। ਤਨ ਧਨ ਸਤ ਸੰਗਤ, ਜਿਤ ਹਰ ਰਸ ਪਾਇਆ, ਮਿਲ ਜਨ ਨਾਨਕ ਨਾਮ ਪ੍ਰਗਾਸ਼। ਸਤਿਗੁਰੂ ਜੀ ਅਖੀਰ ਵਿੱਚ ਆਖਦੇ ਹਨ, ਹੇ ਨਾਨਕ, ਧਨ ਹੈ ਸਤਸੰਗ, ਜਿਸ ਵਿੱਚ ਬੈਠਿਆ ਪ੍ਰਭੂ ਦੇ ਨਾਮ ਦਾ ਆਨੰਦ ਮਿਲਦਾ ਹੈ। ਜਿੱਥੇ ਗੁਰਮੁਖਾਂ ਨੂੰ ਮਿਲਿਆ ਗੁਰੂ ਦੇ ਅਨੁਸਾਰ ਤੁਰਨ ਦਾ ਸੋਹਣਾ ਤੌਰ ਤਰੀਕਾ ਮਿਲਦਾ ਹੈ ਤੇ ਪ੍ਰਭੂ ਦਾ ਨਾਮ ਹਿਰਦੇ ਵਿੱਚ ਆ ਵਸਦਾ ਹੈ। ਰਾਗ ਗੂਜਰੀ ਮਹਿਲਾ ਪੰਜਵਾਂ। ਇਹ ਸੋਦਰ ਸਰਲੇਖ ਹੇਠ ਪੰਜਵਾਂ ਸ਼ਬਦ ਹੈ ਜੋ ਗੁਰੂ ਅਰਜਨ ਸਾਹਿਬ ਜੀ ਦਾ ਉਚਾਰਨ ਕੀਤਾ ਹੋਇਆ ਹੈ ਅਤੇ ਰਾਗ ਗੂਜਰੀ ਵਿੱਚੋਂ ਹੈ। ਕਾਹੇ ਹਰੇ ਮਨ ਚਿਤਵੈ ਉਦਮ, ਜਾਂ ਆਹਰ ਹਰ ਜਿਉ ਪਰਿਆ। ਸਤਿਗੁਰੂ ਜੀ ਇੱਥੇ ਇਸ ਸ਼ਬਦ ਦੇ ਅੰਦਰ ਜੋ ਮਨ ਆਹਰ ਕਰਦਾ ਹੈ ਜੀਵਨ ਨੂੰ ਚਲਾਉਣ ਲਈ, ਜੀਵਨ ਨੂੰ ਸੰਭਾਲਣ ਲਈ, ਗਿਆਨ ਇੰਦਰੀਆਂ ਨੂੰ ਆਪਣੀ ਆਪਣੀ ਦ੍ਰਿਸ਼ਟੀ ਵਿੱਚ ਚਲਾਉਣ ਦਾ ਜੋ ਇਹ ਮਨ ਉਦਮ ਕਰਦਾ ਹੈ, ਸਤਿਗੁਰੂ ਜੀ ਮਨ ਨੂੰ ਸੰਬੋਧਨ ਕਰਕੇ ਆਖਦੇ ਹਨ, ਹੇ ਮਨ, ਇਸ ਉਦਮ ਵਿੱਚ ਤੂੰ ਨਾ ਲੱਗ, ਕਿਉਂਕਿ ਜਦੋਂ ਤੂੰ ਇਹਨਾਂ ਗਿਆਨ ਇੰਦਰੀਆਂ ਨੂੰ, ਕਰਮ ਇੰਦਰੀਆਂ ਨੂੰ, ਇਸ ਜੀਵਨ ਨੂੰ ਤੂੰ ਚਲਾਉਣ ਦਾ ਉਦਮ ਕਰਦਾ ਹੈ ਤਾਂ ਇਹ ਸਾਰਾ ਤਬਾਹ ਹੋ ਜਾਂਦਾ ਹੈ, ਕੁਰਾਹੇ ਪੈ ਜਾਂਦਾ ਹੈ। ਇਸ ਆਹਰ ਵਿੱਚ ਪਰਮੇਸ਼ਰ ਲੱਗਾ ਹੈ, ਪਰਮੇਸ਼ਰ ਦੇ ਆਹਰ ਵਿੱਚ ਲੱਗ ਜਾਣ ਨਾਲ ਇਹ ਜੀਵਨ ਸਵਰ ਜਾਏਗਾ, ਇਹ ਜੀਵਨ ਸੋਹਣਾ ਹੋ ਜਾਏਗਾ। ਹੇ ਮਨ, ਤੇਰੀ ਖਾਤਰ ਜਿਸ ਆਹਰ ਵਿੱਚ ਪ੍ਰਮਾਤਮਾ ਆਪ ਲੱਗਾ ਹੋਇਆ ਹੈ, ਉਸ ਵਾਸਤੇ ਤੂੰ ਕਿਉਂ ਸਦਾ ਸੋਚ ਫਿਕਰ ਕਰਦਾ ਹੈ? ਤੂੰ ਸੋਚ ਫਿਕਰ ਨਾ ਕਰ, ਪਰਮੇਸ਼ਰ ਆਪ ਆਹਰ ਕਰ ਰਿਹਾ ਹੈ ਤਾਂ ਤੈਨੂੰ ਆਹਰ ਛੱਡ ਦੇਣਾ ਚਾਹੀਦਾ ਹੈ। ਸੈਲ ਪੱਥਰ ਮੈਂ ਜੰਤੋ ਪਾਏ, ਤਾਕਾ ਰਿਜ਼ਕ ਆਗੈ ਕਰ ਧਰਿਆ। ਹੇ ਮਨ, ਤੂੰ ਇਹ ਤੌਖਲਾ ਕਰਦਾ ਹੈ ਕਿ ਜੇ ਗਿਆਨ ਇੰਦਰੇ, ਕਰਮ ਇੰਦਰੀਆਂ ਦਾ ਮੈਂ ਆਹਰ ਕਰਨਾ ਛੱਡ ਦਿੱਤਾ, ਸੰਭਾਲਣਾ ਛੱਡ ਦਿੱਤਾ, ਤਾਂ ਇਹ ਕਿਵੇਂ ਚੱਲਣਗੇ, ਇਹ ਕਿਵੇਂ ਸਥਾਈ ਰਹਿਣਗੇ? ਪਰ ਹੇ ਮਨ, ਧਿਆਨ ਰੱਖ, ਅਕਾਲ ਪੁਰਖ ਬੜੀ ਮਿਹਰ ਵਾਲਾ ਹੈ, ਬਖਸ਼ਿਸ਼ ਵਾਲਾ ਹੈ। ਉਸ ਨੇ ਪੱਥਰਾਂ ਦੇ ਵਿੱਚ ਜੀਵ ਪੈਦਾ ਕੀਤੇ ਤੇ ਪੱਥਰਾਂ ਦੇ ਵਿੱਚ ਜੀਵ ਪੈਦਾ ਕਰਕੇ ਆਹਰ, ਆਹਾਰ ਉਹਨਾਂ ਨੂੰ ਵੀ ਬਖਸ਼ਿਸ਼ ਕੀਤਾ ਹੈ, ਉਹਨਾਂ ਨੂੰ ਵੀ ਇਹ ਸਾਰਾ ਖਾਣ ਪੀਣ ਨੂੰ ਦਿੱਤਾ ਹੈ, ਉਹਨਾਂ ਦਾ ਰਿਜ਼ਕ ਉਹਨਾਂ ਦੇ ਅੱਗੇ ਧਰਿਆ ਹੈ। ਇਸ ਲਈ ਤੂੰ ਇਹਨਾਂ ਜੀਵਨ ਦੇ ਗਿਆਨ ਇੰਦਰੀਆਂ, ਕਰਮ ਇੰਦਰੀਆਂ ਦਾ ਫਿਕਰ ਨਾ ਕਰ, ਇਹਨਾਂ ਨੂੰ ਛੱਡ, ਕਿਉਂਕਿ ਇਹਨਾਂ ਨੂੰ ਸੰਭਾਲਣ ਵਾਲਾ ਪਰਮੇਸ਼ਰ ਆਪ ਹੈ। ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ। ਹੇ ਮੇਰੇ ਪ੍ਰਭੂ ਜੀ, ਹੇ ਮਾਇਆ ਦੇ ਪਤੀ ਪਰਮੇਸ਼ਰ ਜੀ, ਜੋ ਮਨੁੱਖ ਸਾਧ ਸੰਗਤ ਵਿੱਚ ਆ ਕੇ ਬੈਠਦੇ ਹਨ, ਮਿਲਦੇ ਹਨ, ਉਹ ਵਿਅਰਥ ਦੇ ਤੌਖਲੇ ਫਿਕਰਾਂ ਵਿੱਚੋਂ ਬਚ ਜਾਂਦੇ ਹਨ, ਉਹ ਸੰਸਾਰ ਵਿੱਚ ਉੱਠਦੀਆਂ ਮਾਇਆ ਦੀਆਂ ਲਹਿਰਾਂ ਤੋਂ
ਨਿਕਲ ਜਾਂਦੇ ਹਨ, ਉੱਚੇ ਹੋ ਜਾਂਦੇ ਹਨ। ਗੁਰ ਪ੍ਰਸਾਦ ਪਰਮ ਪਦ ਪਾਇਆ, ਸੂਕੇ ਕਾਸ਼ਟ ਹਰਿਆ ਰਹਾਉ। ਗੁਰੂ ਦੀ ਕਿਰਪਾ ਨਾਲ ਜਿਸ ਮਨੁੱਖ ਨੂੰ ਇਹ ਅਡੋਲਤਾ ਵਾਲੀ, ਨਾ ਡੋਲਣ ਵਾਲੀ ਉੱਚੀ ਆਤਮਿਕ ਅਵਸਥਾ ਮਿਲ ਜਾਂਦੀ ਹੈ, ਉਹ ਮਾਨੋ ਸੁੱਕੀ ਲੱਕੜ ਤੋਂ ਹਰਿਆ ਹੋ ਗਿਆ। ਉਸ ਦੇ ਜੀਵਨ ਵਿੱਚ ਹਰਿਆਲੀ ਆ ਗਈ, ਖੇੜਾ ਆ ਗਿਆ, ਕਿਉਂਕਿ ਇਹ ਜੀਵਨ ਸੁੱਕੀ ਲੱਕੜ ਵਰਗਾ ਹੈ, ਸੜਿਆ ਹੋਇਆ ਹੈ। ਪਰ ਜਦੋਂ ਪਰਮੇਸ਼ਰ ਦਾ ਨਾਮ ਸੰਗਤ ਵਿੱਚ ਜੁੜਿਆ ਅਸੀਂ ਜੀਵਨ ਦਾ ਆਸਰਾ ਬਣਾਉਂਦੇ ਹਾਂ ਤਾਂ ਸੱਚ ਇਹ ਜੀਵਨ ਹਰਿਆ ਭਰਿਆ ਹੋ ਜਾਂਦਾ ਹੈ। ਸਤਿਗੁਰੂ ਜੀ ਬੜੇ ਪਿਆਰੇ ਬੋਲ ਗੁਰੂ ਗ੍ਰੰਥ ਸਾਹਿਬ ਜੀ ਦੇ ਅਖੀਰ ਵਿੱਚ ਜਾ ਕੇ ਵੀ ਸਾਨੂੰ ਦ੍ਰਿੜ ਕਰਾਉਂਦੇ ਹਨ ਤੇ ਆਖਦੇ ਹਨ, ਸਾਨੂੰ ਇਹੀ ਜੀਵਨ ਦਾ ਮਨੋਰਥ ਮਿਥਣਾ ਚਾਹੀਦਾ ਹੈ। ਨਾਨਕ ਨਾਮ ਮਿਲੈ ਤਾਂ ਜੀਵਾਂ, ਤਨ ਮਨ ਥੀਵੈ ਹਰਿਆ। ਇਹ ਤਨ ਤੇ ਮਨ ਹਰਿਆ ਹੋ ਜਾਂਦਾ ਹੈ, ਪਰਉਪਕਾਰੀ ਹੋ ਜਾਂਦਾ ਹੈ, ਇਮਾਨਦਾਰ ਹੋ ਜਾਂਦਾ ਹੈ ਜਦੋਂ ਸੱਚੇ ਸਾਹਿਬ ਦੇ ਨਾਮ ਵਿੱਚ ਜੁੜ ਜਾਈਏ। ਸਤਿਗੁਰੂ ਕਿਰਪਾ ਕਰਨ ਸਾਨੂੰ ਵੀ ਇਹ ਓਟ ਆਸਰਾ ਸਤ ਸੰਗਤ ਦਾ, ਗੁਰੂ ਉਪਦੇਸ਼ ਦਾ ਸਦਾ ਹੀ ਧਾਰਨ ਕਰਕੇ ਰੱਖਣਾ ਚਾਹੀਦਾ ਹੈ। ਜਨਨ ਪਿਤਾ ਲੋਕ ਸੁਤ ਬਨਤਾ, ਕੋਇ ਨਾ ਕਿਸ ਕੀ ਧਰਿਆ। ਧਰਿਆ ਦਾ ਅਰਥ ਹੈ ਆਸਰਾ। ਸਤਿਗੁਰੂ ਜੀ ਆਖਦੇ ਹਨ, ਹੇ ਮਨ ਤੂੰ ਧਿਆਨ ਨਾਲ ਗੌਰ ਨਾਲ ਦੇਖ, ਮਾਂ ਪਿਓ, ਇਹ ਸੰਸਾਰ, ਪੁੱਤਰ, ਵਹੁਟੀ, ਇਹ ਕੋਈ ਵੀ ਕਿਸੇ ਦਾ ਆਸਰਾ ਨਹੀਂ। ਇੱਥੇ ਸਤਿਗੁਰੂ ਜੀ ਸਮਾਜਿਕ ਤੌਰ ਤੇ ਸਾਨੂੰ ਜੋ ਸਾਡਾ ਸਮਾਜਿਕ ਰਹਿਣ ਸਹਿਣ ਹੈ, ਪਰਿਵਾਰਕ ਜੀਵਨ ਹੈ, ਸਤਿਗੁਰੂ ਕੋਈ ਇਸ ਜੀਵਨ ਦੀ ਬਾਤ ਨਹੀਂ ਕਰਦੇ। ਸਗੋਂ ਸਤਿਗੁਰੂ ਜੀ ਨੇ ਜੋ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਸਭ ਤੋਂ ਵੱਡਾ ਸਵਾਲ ਸਾਡੇ ਸਾਹਮਣੇ ਰੱਖਿਆ ਸੀ, ਉਹ ਸੀ ਕਿਮ ਸਚਿਆਰਾ ਹੋਈ ਹੈ। ਸਚਿਆਰ ਹੋਣ ਲਈ, ਪ੍ਰਭੂ ਪਰਮੇਸ਼ਰ ਤੱਕ ਆਪਣੀ ਪਹੁੰਚ ਰੱਖਣ ਲਈ, ਉਸ ਨਾਲ ਸਾਂਝ ਬਣਾਉਣ ਲਈ, ਭਾਵੇਂ ਪੁੱਤਰ ਹੋਵੇ, ਮਾਂ ਹੋਵੇ, ਪਿਓ ਹੋਵੇ, ਭਾਵੇਂ ਸੰਸਾਰ ਸੰਬੰਧੀ ਹੋਣ, ਸਤਿਗੁਰੂ ਆਖਦੇ ਹਨ ਇਹ ਕੋਈ ਵੀ ਆਸਰਾ ਨਹੀਂ ਬਣਦੇ। ਇਹ ਸਮਾਜ ਵਿੱਚ ਰਹਿਣ ਲਈ ਇੱਕ ਦੂਜੇ ਦਾ ਆਸਰਾ ਹੋ ਸਕਦੇ ਹਨ, ਪਰ ਧਰਮ ਲਈ ਆਸਰਾ, ਧਰਮੀ ਜੀਵਨ ਜਿਉਣ ਲਈ ਆਸਰਾ ਸੱਚੇ ਨਾਮ ਦਾ ਤੇ ਗੁਰੂ ਦਾ ਹੀ ਹੁੰਦਾ ਹੈ। ਸਿਰ ਸਿਰ ਰਿਜ਼ਕ ਸੰਭਾਹੇ ਠਾਕੁਰ, ਕਾਹੇ ਮਨ ਭਉ ਕਰਿਆ। ਹੇ ਮਨ ਤੂੰ ਕਿਉਂ ਡਰਦਾ ਹੈ? ਤੂੰ ਕਿਉਂ ਵਾਰ-ਵਾਰ ਇਸ ਪਾਸੇ ਯਤਨ ਕਰਦਾ ਹੈ ਕਿ ਮੈਂ ਇਸ ਸਾਰੇ ਜੀਵਨ ਨੂੰ ਪਾਲਾਂ, ਮੈਂ ਇਸ ਜੀਵਨ ਦੀ ਅਗਵਾਈ ਕਰਾਂ? ਹੇ ਮਨ ਤੂੰ ਆਪ ਇਹ ਤੌਖਲਾ ਛੱਡ, ਕਿਉਂਕਿ ਪਾਲਣਹਾਰ ਪ੍ਰਭੂ ਹਰੇਕ ਜੀਵ ਨੂੰ ਆਪ ਹੀ ਰਿਜ਼ਕ ਅਪਣਾਉਂਦਾ ਹੈ, ਆਪ ਪਾਲਣਾ ਪੋਸ਼ਣਾ ਕਰਨ ਵਾਲਾ ਹੈ, ਉਹ ਸਮਰੱਥ ਹੈ। ਊਡੇ ਊਡ ਆਵੈ ਸਹਿ ਕੋਸਾਂ, ਤਿਸ ਪਾਛੈ ਬਚਰੇ ਸ਼ਰਿਆ। ਹੇ ਮਨ ਵੇਖ, ਤੈਨੂੰ ਸਮਝਾਉਣ ਲਈ ਇੱਕ ਉਦਾਹਰਣ ਵੀ ਸਾਹਮਣੇ ਰੱਖੀ ਜਾ ਸਕਦੀ ਹੈ। ਕੂੰਜ ਸੈਂਕੜੇ ਕੋਹਾਂ ਤੇ ਆਪਣੇ ਬੱਚਿਆਂ ਨੂੰ ਛੱਡ ਕੇ ਆ ਜਾਂਦੀ ਹੈ, ਉੱਡ ਕੇ ਉਹ ਦੂਰ ਦੁਰਾਡੇ ਪਹੁੰਚ ਜਾਂਦੀ ਹੈ, ਪਿੱਛੇ ਇਕੱਲੇ ਆਪਣੇ ਬੱਚਿਆਂ ਨੂੰ ਛੱਡਦੀ ਹੈ। ਉਹਨਾਂ ਬੱਚਿਆਂ ਦਾ ਕੋਈ ਸਾਥੀ ਨਹੀਂ, ਕੋਈ ਉਹਨਾਂ ਦਾ ਸਹਾਇਕ ਨਹੀਂ, ਉਹ ਨਿਆਸਰੇ ਛੱਡੇ ਹੋਏ ਬੱਚੇ। ਤਿੰਨ ਕਵਨ ਖਿਲਾਵੈ ਕਵਨ ਚੁਗਾਵੈ, ਮਨ ਮੈਂ ਸਿਮਰਨ ਕਰਿਆ। ਵਾਹਿਗੁਰੂ ਅਕਾਲ ਪੁਰਖ ਉਹਨਾਂ ਨਿਆਸਰਿਆਂ ਬੱਚਿਆਂ ਨੂੰ ਪਾਲਦਾ ਹੈ। ਦੇਖ ਕੁਦਰਤ ਦੇ ਵਿੱਚ ਕਿੱਡੀ ਵੱਡੀ ਤਾਕਤ ਹੈ ਕਿ ਉਹ ਬੱਚੇ ਜਿਨ੍ਹਾਂ ਦੇ ਨੇੜੇ ਉਹਨਾਂ ਦੀ ਮਾਂ ਨਹੀਂ, ਨਾ ਉਹਨਾਂ ਨੂੰ ਕੋਈ ਚੋਗਾ ਦੇਣ ਵਾਲਾ ਹੈ, ਖਿਲਾਉਣ ਵਾਲਾ ਕੋਈ ਨਹੀਂ, ਪਰ ਫਿਰ ਵੀ ਉਹ ਬੱਚੇ ਜਿਉਂਦੇ ਰਹਿੰਦੇ ਹਨ, ਉਹ ਫਿਰ ਵੀ ਪਲ ਜਾਂਦੇ ਹਨ, ਫਿਰ ਵੀ ਉਹ ਆਪਣੀ ਜ਼ਿੰਦਗੀ ਨੂੰ ਰੂਟੀਨ ਵਿੱਚ ਜਾਰੀ ਰੱਖਦੇ ਹਨ। ਹੇ ਮਨ, ਜੇ ਕੂੰਜ ਆਪਣੇ ਬੱਚਿਆਂ ਨੂੰ ਛੱਡ ਕੇ ਦੂਰ ਦੁਰਾਡੇ ਚਲੀ ਜਾਂਦੀ ਹੈ ਉੱਡ ਕੇ, ਉਹ ਬੱਚੇ ਫਿਰ ਵੀ ਪਲ ਜਾਂਦੇ ਹਨ, ਤਾਂ ਤੂੰ ਵੀ ਇਸ ਗੱਲ ਨੂੰ ਧਿਆਨ 'ਚ ਰੱਖ, ਤੇਰੇ ਤੋਂ ਬਿਨਾਂ ਵੀ ਇਹ ਗਿਆਨ ਇੰਦਰੇ, ਕਰਮ ਇੰਦਰੇ, ਇਹ ਜੀਵਨ ਦਾ ਆਹਾਰ ਪਰਮੇਸ਼ਰ ਆਸਰੇ ਚੱਲ ਸਕਦਾ ਹੈ। ਸਭ ਨਿਧਾਨ
ਦਸ ਅਸ਼ਟ ਸਿਧਾਨ ਠਾਕੁਰ ਕਰ ਤਲ ਧਰਿਆ। ਸਤਿਗੁਰੂ ਜੀ ਆਖਦੇ, ਹੇ ਪਾਲਣਹਾਰ ਪ੍ਰਭੂ, ਜਗਤ ਦੇ ਸਾਰੇ ਖਜ਼ਾਨੇ 18 ਸਿੱਧੀਆਂ ਮਾਨੋ ਤੇਰੇ ਹੱਥਾਂ ਦੀਆਂ ਤਲੀਆਂ ਉੱਤੇ ਰੱਖੇ ਹੋਏ ਹਨ। ਹੇ ਪਰਮੇਸ਼ਰ, ਤੇਰੇ ਹੱਥਾਂ ਦੀਆਂ ਤਲੀਆਂ ਉੱਤੇ ਸਾਰੇ ਹੀ ਖਜ਼ਾਨੇ ਹਨ। ਤੂੰ ਸਾਰੀਆਂ ਤਾਕਤਾਂ ਦਾ ਮਾਲਕ ਹੈ। ਤੇਰੇ ਕੋਲ ਕਿਸੇ ਬਾਤ ਦੀ ਕੋਈ ਘਾਟ ਨਹੀਂ ਹੈ। ਜਨ ਨਾਨਕ ਬਲ ਬਲ ਸਦ ਬਲ ਜਾਈਐ, ਤੇਰਾ ਅੰਤ ਨ ਪਾਰਾ ਵਰਿਆ। ਹੇ ਦਾਸ ਨਾਨਕ, ਐਸੇ ਪ੍ਰਭੂ ਤੋਂ ਸਦਾ ਸਦਕੇ ਹੋ, ਕੁਰਬਾਨ ਹੋ ਤੇ ਆਖ, ਹੇ ਪ੍ਰਭੂ, ਤੇਰੀ ਬਜ਼ੁਰਗੀ ਦੇ ਉਰਲੇ ਪਰਲੇ ਬੰਨੇ ਦਾ ਅੰਤ ਨਹੀਂ ਪੈ ਸਕਦਾ। ਭਾਵ ਤੂੰ ਇੰਨਾ ਸਿਆਣਾ ਹੈ, ਤੂੰ ਇੰਨਾ ਸੂਝਵਾਨ ਹੈ, ਤੂੰ ਇੰਨਾ ਦਾਨਾਈ ਤੇ ਬੀਨਾਈ ਦਾ ਮਾਲਕ ਹੈ। ਭਾਵ ਤੂੰ ਇੰਨਾ ਸੂਝਵਾਨ ਸਿਆਣਾ ਹੈ ਕਿ ਅਸੀਂ ਜੇ ਅੰਤ ਪਾਉਣ ਲੱਗੀਏ ਤੇਰੀ ਸਿਆਣਪ ਦਾ, ਤੇਰੀ ਇਸ ਅਕਲ ਦਾ, ਤੇਰੇ ਪਸਾਰੇ ਦਾ, ਤੇਰੀ ਸਾਂਭ ਸੰਭਾਲ ਦਾ, ਤੇਰੇ ਭੰਡਾਰਿਆਂ ਦਾ, ਤਾਂ ਇਹ ਬਹੁਤ ਔਖਾ ਮਸਲਾ ਹੈ। ਅਸੀਂ ਤੇਰਾ ਅੰਤ ਨਹੀਂ ਪਾ ਸਕਦੇ। ਰਾਗ ਆਸਾ ਮਹਿਲਾ ਚੌਥਾ, ਸੋ ਪੁਰਖ। ਸੋ ਦਰ ਬਾਣੀ ਦੇ ਸਰਲੇਖ ਹੇਠ ਸਤਿਗੁਰੂ ਜੀ ਵੱਲੋਂ ਉਚਾਰਨ ਕੀਤੇ ਹੋਏ 5 ਸ਼ਬਦ, ਜਿਨ੍ਹਾਂ ਦਾ ਪਾਠ, ਉਚਾਰਨ ਅਤੇ ਸੰਖੇਪ ਵਿਚਾਰ ਆਪਾਂ ਸ਼ਰਵਣ ਕੀਤੀ ਹੈ। ਸਤਿਗੁਰੂ ਜੀ ਨੇ ਇਹ 5 ਸ਼ਬਦ ਵੱਖ-ਵੱਖ ਰਾਗਾਂ ਵਿੱਚੋਂ ਸਾਡੇ ਸਾਹਮਣੇ ਰੱਖੇ ਹਨ। ਸਤਿਗੁਰੂ ਜੀ ਨੇ ਪਹਿਲੇ 3 ਸ਼ਬਦ ਗੁਰੂ ਨਾਨਕ ਸਾਹਿਬ ਜੀ ਦੇ ਉਚਾਰਨ ਕੀਤੇ ਹੋਏ ਰਾਗ ਆਸਾ ਵਿੱਚੋਂ ਰੱਖੇ ਹਨ ਅਤੇ ਚੌਥਾ ਸ਼ਬਦ ਰਾਗ ਗੋਜਰੀ ਵਿੱਚੋਂ ਗੁਰੂ ਰਾਮਦਾਸ ਜੀ ਦਾ, 5ਵਾਂ ਸ਼ਬਦ ਗੁਰੂ ਅਰਜਨ ਸਾਹਿਬ ਜੀ ਦਾ ਆਪਣਾ, ਜੋ ਰਾਗ ਗੋਜਰੀ ਵਿੱਚੋਂ ਹੈ। ਇਹ 5 ਸ਼ਬਦਾਂ ਦਾ ਸੰਗ੍ਰਹਿ ਜਿਸ ਦੀ ਆਪਾਂ ਵਿਚਾਰ ਕਰ ਚੁੱਕੇ ਹਾਂ, ਤੇ ਅਗਲਾ ਸੰਗ੍ਰਹਿ ਜੋ ਅਗਲਾ ਪਾਠ, ਅਗਲੀ ਬਾਣੀ, ਉਹ ਹੈ ਸੋ ਪੁਰਖ। ਉਹ ਪੁਰਖ ਜੋ ਹਰੇਕ ਜੀਵਨ ਵਿੱਚ, ਹਰੇਕ ਸਰੀਰ ਵਿੱਚ ਵਿਆਪਕ ਹੈ। ਸਤਿਗੁਰੂ ਜੀ ਨੇ ਰਾਗ ਆਸਾ ਵਿੱਚੋਂ ਚੌਥੇ ਪਾਤਸ਼ਾਹ ਜੀ ਦਾ ਉਚਾਰਨ ਕੀਤਾ ਹੋਇਆ ਇਹ ਸ਼ਬਦ ਸੋ ਪੁਰਖ ਦੀ ਬਾਣੀ ਵਿੱਚ ਪਹਿਲਾ ਸ਼ਬਦ ਰੱਖਿਆ ਹੈ। ਇੱਕ ਓੰਕਾਰ ਸਤ ਗੁਰ ਪ੍ਰਸਾਦ। ਸਤਿਗੁਰੂ ਜੀ ਆਖਦੇ ਹਨ, ਉਹ ਅਕਾਲ ਪੁਰਖ ਇੱਕ ਹੈ, ਸਭ ਥਾਈਂ ਵਿਆਪਕ ਹੈ, ਸਤ ਸਰੂਪ ਹੈ, ਤੇ ਐਸੇ ਪਰਮੇਸ਼ਰ ਦੀ ਸੋਝੀ ਗੁਰੂ ਦੀ ਕਿਰਪਾ ਨਾਲ, ਗੁਰੂ ਦੀ ਕਿਰਪਾ ਦੁਆਰਾ ਹੀ ਹੁੰਦੀ ਹੈ। ਸੋ ਪੁਰਖ ਨਿਰੰਜਨ ਹਰ ਪੁਰਖ ਨਿਰੰਜਨ, ਹਰ ਅਗੰਮ ਅਗੰਮ ਅਪਾਰਾ। ਉਹ ਪਰਮੇਸ਼ਰ ਸਾਰੇ ਜੀਵਾਂ ਵਿੱਚ ਵਿਆਪਕ ਹੈ, ਪਰ ਫਿਰ ਵੀ ਮਾਇਆ ਦੇ ਪ੍ਰਭਾਵ ਤੋਂ ਉਤਾਂਹ ਹੈ। ਉਹਦੇ ਤੇ ਮਾਇਆ ਦਾ ਪ੍ਰਭਾਵ ਨਹੀਂ। ਉਹ ਸਾਡੇ ਵਾਂਗ ਔਗਣਾ ਵਾਲਾ ਨਹੀਂ, ਉਹ ਸਾਡੇ ਵਾਂਗ ਜੰਮਦਾ ਮਰਦਾ ਨਹੀਂ, ਉਹ ਸਾਡੇ ਵਾਂਗ ਵਾਰ-ਵਾਰ ਬਦਲਦਾ ਨਹੀਂ। ਉਹ ਸਦਾ ਇੱਕੋ ਜਿਹਾ ਰਹਿਣ ਵਾਲਾ ਹੈ, ਮਾਇਆ ਦੇ ਪ੍ਰਭਾਵ ਤੋਂ ਨਿਰਲੇਪ ਹੈ, ਅਪਹੁੰਚ ਹੈ ਤੇ ਬੇਅੰਤ ਹੈ। ਸਭ ਧਿਆਵੈ ਤੁਧ ਜੀ, ਹਰ ਸੱਚੇ ਸਿਰਜਨਹਾਰਾ। ਹੇ ਸਦਾ ਕਾਇਮ ਰਹਿਣ ਵਾਲੇ ਤੇ ਸਭ ਜੀਵਾਂ ਨੂੰ ਪੈਦਾ ਕਰਨ ਵਾਲੇ ਪਰਮੇਸ਼ਰ ਜੀ, ਸਾਰੇ ਜੀਵ ਸਦਾ ਤੈਨੂੰ ਹੀ ਸਿਮਰਦੇ ਹਨ, ਤੇਰਾ ਹੀ ਧਿਆਨ ਧਰਦੇ ਹਨ। ਸਭ ਜੀ ਤੁਮਾਰੇ ਜੀ, ਤੂੰ ਜੀਆਂ ਕਾ ਦਾਤਾਰਾ। ਹੇ ਪ੍ਰਭੂ, ਸਾਰੇ ਜੀਵ ਤੇਰੇ ਹੀ ਪੈਦਾ ਕੀਤੇ ਹੋਏ ਹਨ, ਤੂੰ ਹੀ ਸਭ ਜੀਵਾਂ ਦਾ ਰਾਜ਼ਕ ਹੈ। ਭਾਵ ਰੋਜੀ ਦੇਣ ਵਾਲਾ, ਸਾਰਿਆਂ ਨੂੰ ਪਾਲਣ ਵਾਲਾ ਇੱਕ ਤੂੰ ਹੀ ਹੈ। ਹਰ ਧਿਆਵੋ ਸੰਤੋ ਜੀ, ਸਭ ਦੁਖ ਵਿਸਾਰਨ ਹਾਰਾ। ਹੇ ਸੰਤ ਜਨੋ, ਭਲੇ ਪੁਰਸ਼ੋ, ਉਸ ਪਰਮਾਤਮਾ ਦਾ ਧਿਆਨ ਧਰੋ, ਵਾਹਿਗੁਰੂ ਅਕਾਲ ਪੁਰਖ ਨੂੰ ਯਾਦ ਕਰੋ,
ਉਹ ਸਾਰੇ ਦੁੱਖਾਂ ਦਾ ਨਾਸ਼ ਕਰਨ ਵਾਲਾ ਹੈ। ਉਹ ਸੰਸਾਰ ਦੇ ਵਿੱਚ ਆਉਂਦੀਆਂ ਮੁਸ਼ਕਲਾਂ ਨੂੰ ਹੱਲ ਕਰ ਦਿੰਦਾ ਹੈ। ਇਸ ਲਈ ਉਸ ਦਾ ਧਿਆਨ ਧਰੋ, ਉਸ ਨੂੰ ਯਾਦ ਕਰੋ। ਹਰ ਆਪੇ ਠਾਕੁਰ ਹਰ ਆਪੇ ਸੇਵਕ ਜੀ, ਕਿਆ ਨਾਨਕ ਜੰਤ ਵਿਚਾਰਾ। ਉਹ ਸਭ ਜੀਵਾਂ ਵਿੱਚ ਵਿਆਪਕ ਹੋਣ ਕਰਕੇ ਆਪ ਹੀ ਮਾਲਕ ਹੈ ਅਤੇ ਆਪ ਹੀ ਸੇਵਕ ਹੈ। ਹੇ ਨਾਨਕ, ਉਸ ਤੋਂ ਬਿਨਾਂ ਜੀਵ ਵਿਚਾਰੇ ਕੀ ਹਨ? ਉਸ ਹਰੀ ਤੋਂ ਵੱਖਰੀ ਜੀਵਾਂ ਦੀ ਕੋਈ ਹਸਤੀ ਨਹੀਂ ਹੈ। ਜੀਵ ਵਿਚਾਰੇ ਉਸ ਤੋਂ ਬਿਨਾਂ ਰਹਿ ਨਹੀਂ ਸਕਦੇ, ਚੱਲ ਨਹੀਂ ਸਕਦੇ। ਜਿਵੇਂ ਸੰਸਾਰ ਦੇ ਅੰਦਰ ਵਿਚਰਦਿਆਂ ਹੋਇਆਂ ਸਾਨੂੰ ਰੋਟੀ ਤੋਂ ਬਿਨਾਂ ਰਹਿਣਾ ਮੁਸ਼ਕਲ ਹੈ, ਹਵਾ ਤੋਂ ਬਿਨਾਂ ਰਹਿਣਾ ਮੁਸ਼ਕਲ ਹੈ, ਪਾਣੀ ਤੋਂ ਬਿਨਾਂ ਰਹਿਣਾ ਮੁਸ਼ਕਲ ਹੈ, ਇਸੇ ਤਰ੍ਹਾਂ ਵਾਹਿਗੁਰੂ ਅਕਾਲ ਪੁਰਖ ਵੀ ਸਾਡੀ ਜ਼ਿੰਦਗੀ ਦਾ ਆਸਰਾ ਹੈ। ਉਸ ਤੋਂ ਬਿਨਾਂ ਜੀਵ ਦੀ ਕੋਈ ਪਾਇਆ ਨਹੀਂ ਹੈ। ਤੂੰ ਘਟ ਘਟ ਅੰਤਰ ਸਰਬ ਨਿਰੰਤਰ ਜੀ, ਹਰ ਏਕੋ ਪੁਰਖ ਸਮਾਣਾ। ਹੇ ਰੱਬ ਜੀ, ਤੂੰ ਹਰੇਕ ਸਰੀਰ ਵਿੱਚ ਵਿਆਪਕ ਹੈ। ਤੂੰ ਸਾਰੇ ਜੀਵਾਂ ਵਿੱਚ ਇੱਕ ਰਸ ਮੌਜੂਦ ਹੈ। ਤੂੰ ਇੱਕ ਆਪ ਹੀ ਸਭ ਵਿੱਚ ਸਮਾਇਆ ਹੋਇਆ ਹੈ। ਇੱਕ ਦਾਤੇ ਇੱਕ ਭੇਖਾਰੀ ਜੀ, ਸਭ ਤੇਰੇ ਚੋਜ ਵਿਡਾਣਾ। ਫਿਰ ਵੀ ਕਈ ਜੀਵ ਦਾਨੀ ਹਨ, ਭਾਵ ਦੂਜਿਆਂ ਦੀ ਮਦਦ ਕਰਨ ਵਾਲੇ ਹਨ, ਤੇ ਕਈ ਜੀਵ ਦੂਜਿਆਂ ਕੋਲੋਂ ਮਦਦ ਲੈਣ ਵਾਲੇ ਹਨ। ਇਹ ਸਾਰੇ ਅਚਰਜ ਤਮਾਸ਼ੇ ਤੇਰੇ ਹੀ ਹਨ ਪਰਮੇਸ਼ਰ ਜੀ। ਕੋਈ ਜੀਵ ਮਦਦ ਕਰਦਾ ਹੈ ਤੇ ਕੋਈ ਜੀਵ ਮਦਦ ਲੈ ਰਿਹਾ ਹੈ। ਇਹ ਸਭ ਤੇਰੇ ਹੀ ਆਪਣੇ ਕੌਤਕ ਹਨ। ਤੂੰ ਆਪੇ ਦਾਤਾ ਆਪੇ ਭੁਗਤਾ ਜੀ, ਹਉ ਤੁਧ ਬਿਨ ਅਵਰ ਨਾ ਜਾਣਾ। ਕਿਉਂਕਿ ਅਸਲ ਵਿੱਚ ਤੂੰ ਆਪ ਹੀ ਦਾਤਾਂ ਦੇਣ ਵਾਲਾ ਹੈ ਤੇ ਆਪ ਹੀ ਉਹਨਾਂ ਦਾਤਾਂ ਨੂੰ ਵਰਤਣ ਵਾਲਾ ਹੈ। ਭਾਵ ਦਾਤਾਂ ਦੇਣ ਵਾਲਾ ਵੀ ਤੂੰ ਹੈ ਤੇ ਜੀਵ ਵਿੱਚ ਬੈਠ ਕੇ ਦਾਤਾਂ ਦੀ ਵਰਤੋਂ ਵੀ ਤੇਰੇ ਅਨੁਸਾਰ ਹੀ ਹੁੰਦੀ ਹੈ। ਸਾਰੀ ਸ੍ਰਿਸ਼ਟੀ ਵਿੱਚ ਮੈਂ ਤੈਥੋਂ ਬਿਨਾਂ ਕਿਸੇ ਹੋਰ ਨੂੰ ਨਹੀਂ ਪਛਾਣਦਾ, ਤੈਥੋਂ ਬਿਨਾਂ ਮੈਨੂੰ ਹੋਰ ਕੋਈ ਨਜ਼ਰ ਨਹੀਂ ਆਉਂਦਾ। ਤੂੰ ਪਾਰ ਬ੍ਰਹਮ ਬੇਅੰਤ ਬੇਅੰਤ ਜੀ, ਤੇਰੇ ਕਿਆ ਗੁਣ ਆਖ ਵਖਾਣਾ। ਤੂੰ ਬੇਅੰਤ ਪਾਰ ਬ੍ਰਹਮ ਹੈ। ਮੈਂ ਤੇਰੇ ਕਿਹੜੇ ਕਿਹੜੇ ਗੁਣ ਗਾ ਕੇ ਦੱਸਾਂ? ਮੈਂ ਤੇਰੀਆਂ ਕਿਹੜੀਆਂ ਕਿਹੜੀਆਂ ਵਡਿਆਈਆਂ ਬਿਆਨ ਕਰਾਂ? ਜੋ ਸੇਵੈ ਤੁਧ ਜੀ, ਜਨ ਨਾਨਕ ਤਿਨ ਕੁਰਬਾਨਾ। ਹੇ ਪ੍ਰਭੂ ਜੀ, ਜਿਹੜੇ ਮਨੁੱਖ ਤੈਨੂੰ ਯਾਦ ਕਰਦੇ ਹਨ, ਤੈਨੂੰ ਸਿਮਰਦੇ ਹਨ, ਤੇਰਾ ਦਾਸ ਨਾਨਕ ਉਹਨਾਂ ਤੋਂ ਸਦਕੇ ਹੈ, ਕੁਰਬਾਨ ਜਾਂਦਾ ਹੈ, ਜੋ ਤੇਰੀ ਰਜ਼ਾ ਵਿੱਚ ਚੱਲਦੇ ਹਨ। ਹਰ ਧਿਆਵੈ ਤੁਧ ਜੀ, ਸੇ ਜਨ ਜੁਗ ਮੈਂ ਸੁਖਵਾਸੀ। ਹੇ ਰੱਬ ਜੀ, ਜਿਹੜੇ ਮਨੁੱਖ ਤੈਨੂੰ ਸਿਮਰਦੇ ਹਨ, ਤੇਰਾ ਧਿਆਨ ਧਰਦੇ ਹਨ, ਉਹ ਬੰਦੇ ਆਪਣੀ ਜ਼ਿੰਦਗੀ ਵਿੱਚ ਸੁਖੀ ਵਸਦੇ ਹਨ। ਸੁਖ ਉਹਨਾਂ ਦੀ ਜ਼ਿੰਦਗੀ ਅੰਦਰ ਹੈ ਜੋ ਤੈਨੂੰ ਸਿਮਰਦੇ ਹਨ, ਗੁਰੂ ਦੇ ਅਨੁਸਾਰੀ ਹੋ ਕੇ ਰਹਿੰਦੇ ਹਨ। ਸੇ ਮੁਕਤ ਭਏ, ਜਿਨ ਹਰ ਧਿਆਇਆ ਜੀ, ਤਿਨ ਟੂਟੀ ਜਮ ਕੀ ਫਾਸੀ। ਜਿਨ੍ਹਾਂ ਮਨੁੱਖਾਂ ਨੇ ਪ੍ਰਭੂ ਦੇ ਨਾਮ ਉਪਦੇਸ਼ ਨੂੰ ਸਿਮਰਿਆ ਹੈ, ਉਹ ਸਦਾ ਹੀ ਮਾਇਆ ਦੇ ਬੰਧਨਾਂ ਤੋਂ ਆਜ਼ਾਦ ਹੋ ਗਏ, ਮੁਕਤ ਹੋ ਗਏ। ਉਹਨਾਂ ਨੂੰ ਮਾਇਆ ਦੇ ਬੰਧਨ ਬੰਨ੍ਹ ਕੇ ਨਹੀਂ ਰੱਖਦੇ। ਉਹਨਾਂ ਦੀ ਵਿਕਾਰਾਂ ਵਾਲੀ ਫਾਈ ਟੁੱਟ ਜਾਂਦੀ ਹੈ। ਆਤਮਿਕ ਮੌਤ ਉਹਨਾਂ ਦੇ ਨੇੜੇ ਨਹੀਂ ਟੁਕਦੀ। ਸਤਿਗੁਰੂ ਦੇ ਪਿਆਰਿਓ, ਭਾਵੇਂ ਕਿ ਸਤਿਗੁਰੂ ਦੀ ਬਾਣੀ ਦਾ ਇਹ ਪਾਠ ਜੋ ਆਪਾਂ ਦਰਸ਼ਨ ਕਰ ਰਹੇ ਹਾਂ, ਸਤਿਗੁਰੂ ਜੀ ਨੇ ਮੁਕਤੇ ਦੀ ਪਰਿਭਾਸ਼ਾ, ਮੁਕਤੀ ਦੀ ਪਰਿਭਾਸ਼ਾ ਸਾਨੂੰ ਬਖਸ਼ਿਸ਼ ਕੀਤੀ ਹੈ ਕਿ ਅਸਲ ਵਿੱਚ ਮੁਕਤ ਕੌਣ ਹੈ? ਜੋ ਰੱਬ ਨੂੰ ਯਾਦ ਰੱਖਦਾ ਹੈ। ਪਰ ਸਮਾਜ ਅੰਦਰ ਮੁਕਤੀ ਦੇ ਬਾਰੇ ਵੀ ਬਹੁਤ ਸਾਰੇ ਅਸੀਂ ਭਰਮ ਭੁਲੇਖੇ ਪਾਲ ਕੇ ਚੱਲਦੇ ਹਾਂ। ਕੋਈ ਮਰਨ ਤੋਂ ਬਾਅਦ ਦੀ ਮੁਕਤੀ ਭਾਲਦਾ ਹੈ ਔਰ ਉਸ ਮੁਕਤੀ ਲਈ ਵੱਖਰੇ ਵੱਖਰੇ ਕਰਮਕਾਂਡ, ਵਹਿਮ ਭਰਮ ਪਖੰਡ
ਸਮਾਜ ਵਿੱਚ ਪ੍ਰਚਲਿਤ ਹਨ। ਪਰ ਸਤਿਗੁਰੂ ਜੀ ਆਖਦੇ ਹਨ, ਨਾ ਤਾਂ ਮਰਨ ਤੋਂ ਬਾਅਦ ਦੀ ਮੁਕਤੀ ਦਾ ਕੋਈ ਮਸਲਾ ਹੈ ਤੇ ਨਾ ਹੀ ਇਹ ਮੁਕਤੀ ਸੰਸਾਰ ਦੇ ਕਰਮ ਕਾਂਡ ਕੀਤਿਆਂ ਪ੍ਰਾਪਤ ਹੋ ਸਕਦੀ ਹੈ। ਇਸ ਮੁਕਤੀ ਨੂੰ ਪ੍ਰਾਪਤ ਕਰਨ ਲਈ ਪਹਿਲੀ ਬਾਤ, ਪਰਮੇਸ਼ਰ ਦੇ ਗੁਣ ਗਾਉਣੇ ਅਤ ਜ਼ਰੂਰੀ ਹਨ। ਪਰਮੇਸ਼ਰ ਦੇ ਗੁਣ ਗਾਉਂਦਿਆਂ ਹੋਇਆਂ ਜਿਉਂਦੇ ਜੀ ਸੰਸਾਰਿਕ ਬੰਧਨਾਂ ਤੋਂ, ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ, ਆਸਾ ਤ੍ਰਿਸ਼ਨਾ ਵਾਲੇ ਬੰਧਨਾਂ ਤੋਂ ਮੁਕਤ ਹੋ ਜਾਣਾ ਅਸਲੀਅਤ ਵਿੱਚ ਇਹੋ ਹੀ ਚੰਗੀ ਮੁਕਤੀ ਹੈ ਜੋ ਗੁਰੂ ਸਾਨੂੰ ਬਖਸ਼ਦਾ ਹੈ। ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ, ਤਿਨ ਕਾ ਭਉ ਸਭ ਗਵਾਸੀ। ਜਿਨ੍ਹਾਂ ਬੰਦਿਆਂ ਨੇ ਸਦਾ ਨਿਰਭਉ ਪ੍ਰਭੂ ਨੂੰ ਸਿਮਰਿਆ ਹੈ, ਯਾਦ ਕੀਤਾ ਹੈ, ਪ੍ਰਭੂ ਉਹਨਾਂ ਦਾ ਸਾਰਾ ਡਰ ਦੂਰ ਕਰ ਦਿੰਦਾ ਹੈ। ਉਹ ਵਿਅਕਤੀ ਡਰ ਤੋਂ ਮੁਕਤ ਹੋ ਜਾਂਦੇ ਹਨ ਜੋ ਨਿਰਭਉ ਨੂੰ ਜਪਦੇ ਹਨ। ਸਤਿਗੁਰੂ ਪਾਵਨ ਬਾਣੀ ਅੰਦਰ ਵੀ ਇਹ ਬੜਾ ਪਿਆਰਾ ਫੈਸਲਾ ਦਿੰਦੇ ਹਨ, ਨਿਰਭਉ ਜਪੈ ਸਗਲ ਭਉ ਮਿਟੈ। ਜਿਹੜੇ ਨਿਰਭਉ ਨੂੰ ਜਪਦੇ ਹਨ ਉਹਨਾਂ ਦਾ ਦੁਨੀਆ ਵਾਲਾ ਸਾਰਾ ਡਰ ਖਤਮ ਹੋ ਜਾਂਦਾ ਹੈ, ਉਹ ਨਿਰਭਉ ਹੋ ਜਾਂਦੇ ਹਨ। ਕਾਸ਼ ਕਿਤੇ ਅਸੀਂ ਵੀ ਸੱਚੇ ਦਿਲੋਂ ਨਿਰਭਉ ਨੂੰ ਜਪੀਏ ਤੇ ਦੁਨੀਆ ਵੱਲੋਂ, ਦੁਨੀਆ ਦੇ ਡਰਾਂ ਵੱਲੋਂ ਮੁਕਤ ਹੋ ਜਾਈਏ। ਕਿਉਂਕਿ ਅੱਜ ਅਸੀਂ ਨਿਰਭਉ ਪੜ੍ਹਦੇ ਤਾਂ ਜ਼ਰੂਰ ਹਾਂ, ਪਰ ਅਸਲੀਅਤ ਵਿੱਚ ਜੇ ਧਿਆਨ ਨਾਲ ਦੇਖੀਏ ਤਾਂ ਸਾਡੀ ਜ਼ਿੰਦਗੀ ਅੰਦਰ ਕਈ ਤਰ੍ਹਾਂ ਦੇ ਫੋਕੇ ਹੀ ਡਰ ਸਾਨੂੰ ਸਦਾ ਸਤਾਉਂਦੇ ਰਹਿੰਦੇ ਹਨ। ਨਿਰਭਉ ਨੂੰ ਜਪਿਆ ਤਾਂ ਹੀ ਮੰਨਿਆ ਜਾ ਸਕਦਾ ਹੈ ਜੇ ਸਾਡੀ ਜ਼ਿੰਦਗੀ ਵਿੱਚ ਤਰ੍ਹਾਂ ਤਰ੍ਹਾਂ ਦੇ ਭੁਲੇਖੇ, ਤਰ੍ਹਾਂ ਤਰ੍ਹਾਂ ਦੇ ਵਹਿਮ, ਵੱਖੋ ਵੱਖਰੇ ਡਰ ਜੋ ਸਦਾ ਹੀ ਸਾਨੂੰ ਦਬਾਈ ਰੱਖਦੇ ਹਨ, ਇਹ ਨਿਕਲ ਜਾਣ, ਨਾਸ਼ ਹੋ ਜਾਣ। ਜਿਨ ਸੇਵਿਆ ਮੇਰਾ ਹਰ ਜੀ, ਤੇ ਹਰ ਹਰ ਰੂਪ ਸਮਾਸੀ। ਜਿਨ੍ਹਾਂ ਮਨੁੱਖਾਂ ਨੇ ਪਿਆਰੇ ਪ੍ਰਭੂ ਨੂੰ ਜੀਵਨ ਦਾ ਆਸਰਾ ਬਣਾਇਆ ਹੈ, ਸਿਮਰਿਆ ਹੈ, ਉਹ ਪ੍ਰਭੂ ਦੇ ਰੂਪ ਵਿੱਚ ਹੀ ਲੀਨ ਹੋ ਜਾਂਦੇ ਹਨ। ਭਾਵ ਰਜ਼ਾ ਵਿੱਚ ਤੁਰਨਾ ਉਹਨਾਂ ਦੀ ਜ਼ਿੰਦਗੀ ਦਾ ਮਨੋਰਥ ਬਣ ਜਾਂਦਾ ਹੈ। ਸੇ ਧਨ ਜਿਨ ਹਰ ਧਿਆਇਆ ਜੀ, ਜਨ ਨਾਨਕ ਤਿਨ ਬਲ ਜਾਸੀ। ਭਾਗਾਂ ਵਾਲੇ ਹਨ ਉਹ ਮਨੁੱਖ, ਧਨ ਹਨ ਉਹ ਮਨੁੱਖ ਜਿਨ੍ਹਾਂ ਪ੍ਰਭੂ ਦਾ ਨਾਮ ਸਿਮਰਿਆ ਹੈ। ਦਾਸ ਨਾਨਕ ਉਹਨਾਂ ਤੋਂ ਸਦਕੇ ਜਾਂਦਾ ਹੈ, ਕੁਰਬਾਨ ਜਾਂਦਾ ਹੈ, ਜਿਹੜੇ ਪ੍ਰਭੂ ਦੀ ਰਜ਼ਾ ਵਿੱਚ ਤੁਰਨਾ ਸਿੱਖਦੇ ਹਨ, ਪ੍ਰਭੂ ਦੇ ਭਾਣੇ ਨੂੰ ਮਿੱਠਾ ਕਰਕੇ ਮੰਨਦੇ ਹਨ, ਪ੍ਰਭੂ ਵੱਲੋਂ ਬਖਸ਼ੀ ਜ਼ਿੰਦਗੀ ਨੂੰ ਪਿਆਰ ਨਾਲ ਜਿਉਂਦੇ ਹਨ। ਤੇਰੀ ਭਗਤ ਭੰਡਾਰ ਜੀ, ਭਰੇ ਬੇਅੰਤਾ। ਹੇ ਪ੍ਰਭੂ ਜੀ, ਤੇਰੀ ਭਗਤੀ ਦੇ ਭੰਡਾਰ ਬੇਅੰਤ ਹੀ ਬੇਅੰਤ ਭਰੇ ਪਏ ਹਨ। ਭਾਵ ਤੇਰੇ ਭੰਡਾਰਾਂ ਵਿੱਚ ਕੋਈ ਖੋਟ ਨਹੀਂ, ਕੋਈ ਘਾਟ ਨਹੀਂ, ਕੋਈ ਥੁੜ ਨਹੀਂ ਹੈ। ਹੇ ਸੱਚੇ ਸਾਹਿਬ, ਤੇਰੇ ਇਹ ਭਗਤੀ ਦੇ ਭੰਡਾਰ ਬਹੁਤ ਹੀ ਬਹੁਤ ਭਰੇ ਹੋਏ ਹਨ। ਤੇਰੇ ਭਗਤ ਸਲਾਹਣ ਤੁਧ ਜੀ, ਹਰ ਅਨਕ ਅਨੇਕ ਅਨੰਤਾ। ਹੇ ਪ੍ਰਭੂ ਜੀ, ਤੇਰੇ ਭਗਤ ਤੈਨੂੰ ਹੀ ਸਲਾਹੁੰਦੇ ਹਨ ਅਤੇ ਤੇਰੀ ਹੀ ਸਿਫਤ ਸਲਾਹ ਕਰਦਿਆਂ ਹੋਇਆਂ ਉਹ ਖੁਸ਼ੀਆਂ ਪ੍ਰਾਪਤ ਕਰਦੇ ਹਨ। ਤੇਰੀ ਅਨਕ ਕਰੈ ਹਰ ਪੂਜਾ ਜੀ, ਤਪ ਤਾਪੈ ਜਪੈ ਬੇਅੰਤਾ। ਹੇ ਪ੍ਰਭੂ ਜੀ, ਅਨੇਕਾਂ ਜੀਵ ਆਪੋ ਆਪਣੇ ਤਰੀਕੇ ਤੇਰੀ ਸਿਫਤ ਸਲਾਹ ਕਰ ਰਹੇ ਹਨ, ਤੇਰੀ ਰਜ਼ਾ ਵਿੱਚ ਤੁਰਨ ਦਾ ਯਤਨ ਕਰ ਰਹੇ ਹਨ। ਹੇ ਸੱਚੇ ਸਾਹਿਬ, ਜਿੰਨੇ ਜੀਵ ਤੇਰੀ ਪੂਜਾ ਕਰਦੇ ਹਨ, ਤੈਨੂੰ ਮਿਲਣ ਲਈ ਤਪ ਇਤਿਆਦਿਕ ਸਾਧਨਾ ਕਰਦੇ ਹਨ। ਤੇਰੇ ਅਨੇਕ ਪੜੈ ਬਹੁ ਸਿਮਰਤ ਸ਼ਾਸਤ ਜੀ, ਕਰ ਕਿਰਿਆ ਖਟ ਕਰਮ ਕਰੰਤਾ। ਗੁਰੂ ਪਿਆਰਿਓ, ਇਹ ਪ੍ਰਚਲਿਤ ਇੱਕ ਖਿਆਲ ਹੈ ਔਰ ਜੋ ਸਮਾਜ ਵਿੱਚ ਘਰ ਕਰਕੇ ਬੈਠਾ ਹੈ, ਜਿਵੇਂ ਕਿ ਧਾਰਮਿਕ ਗ੍ਰੰਥਾਂ ਦੇ ਪੱਖ ਤੋਂ ਸਿਮਰਤੀਆਂ ਦੀ ਬਾਤ ਹੈ,
ਸਿਮਰਤੀਆਂ ਦੀ ਗਿਣਤੀ 27 ਹੈ ਔਰ ਸ਼ਾਸਤਰਾਂ ਦੀ ਗਿਣਤੀ 6 ਹੈ। ਸਤਿਗੁਰੂ ਆਖਦੇ ਹਨ ਮੁਕਤੀ ਵਾਸਤੇ ਜੋ 6 ਕਰਮ ਦ੍ਰਿੜ ਕਰਵਾਏ ਜਾਂਦੇ ਹਨ ਸਮਾਜ ਵਿੱਚ, ਇਹ ਸਾਰਾ ਕੁਝ ਇਹਨਾਂ ਧਰਮ ਗ੍ਰੰਥਾਂ ਤੋਂ ਹੀ ਪ੍ਰਾਪਤ ਹੁੰਦਾ ਹੈ। ਸਤਿਗੁਰੂ ਆਖਦੇ ਹਨ ਅਨੇਕਾਂ ਹੀ ਜੀਵ ਇਹਨਾਂ ਸਿਮਰਤੀਆਂ ਸ਼ਾਸਤਰਾਂ ਦੇ ਦਰਸਾਏ ਹੋਏ ਕਰਮਾਂ ਨੂੰ ਆਪੋ ਆਪਣੀ ਜ਼ਿੰਦਗੀ ਅੰਦਰ ਕਰਦੇ ਹਨ। ਸੇ ਭਗਤ ਭਲੇ ਜਨ ਨਾਨਕ ਜੀ, ਜੋ ਭਾਵੈ ਮੇਰੇ ਹਰ ਭਗਵੰਤਾ। ਭਾਵੇਂ ਕਿ ਧਰਮ ਗ੍ਰੰਥਾਂ ਦੇ ਮੁਤਾਬਕ ਦਰਸਾਈ ਹੋਈ ਰਹੁ ਰੀਤ ਨੂੰ ਅਪਣਾ ਕੇ ਬੇਅੰਤ ਜੀਵ ਇਹ ਕਰਮ ਕਰੀ ਜਾ ਰਹੇ ਹਨ, ਪਰ ਅਸਲੀਅਤ ਵਿੱਚ ਭਗਤ ਉਹੀ ਹਨ ਜਿਹੜੇ ਤੈਨੂੰ ਪਾਉਂਦੇ ਹਨ, ਜਿਹੜੇ ਤੇਰੀ ਰਜ਼ਾ ਵਿੱਚ ਚੱਲਦੇ ਹਨ, ਤੇਰੇ ਬਣਾਏ ਨੇਮ ਨੂੰ ਪ੍ਰਵਾਨ ਕਰਦੇ ਹਨ। ਸਤਿਗੁਰੂ ਜੀ ਬੜੇ ਪਿਆਰ ਨਾਲ ਇਸ ਅਖੀਰਲੇ ਚੌਥੇ ਬੰਦ ਅੰਦਰ ਬਖਸ਼ਿਸ਼ ਕਰਦਿਆਂ ਅਖੀਰਲੀ ਲਾਈਨ ਅੰਦਰ ਆਖਦੇ ਹਨ, ਹੇ ਦਾਸ ਨਾਨਕ ਉਹੀ ਭਗਤ ਭਲੇ ਹਨ, ਉਹਨਾਂ ਦੀ ਹੀ ਘਾਲ ਕਬੂਲ ਹੋਈ ਜਾਣੋ, ਜੋ ਪਿਆਰੇ ਹਰੀ ਭਗਵੰਤ ਨੂੰ ਪਿਆਰੇ ਲੱਗਦੇ ਹਨ, ਉਹਨੂੰ ਪਾਉਂਦੇ ਹਨ। ਕਰਨ ਵਾਲੇ ਬਹੁਤ ਹਨ, ਆਪਣੇ ਆਪਣੇ ਤੌਰ ਤਰੀਕੇ ਨਾਲ ਪੂਜਾ ਵੀ ਕਰਦੇ ਹਨ, ਪਰ ਜੋ ਪਰਮੇਸ਼ਰ ਨੂੰ ਭਾ ਜਾਣ, ਪਰਮੇਸ਼ਰ ਨੂੰ ਚੰਗੇ ਲੱਗ ਜਾਣ, ਪਰਮੇਸ਼ਰ ਦੇ ਦਰ ਤੇ ਕਬੂਲ ਹੋ ਜਾਣ, ਉਹਨਾਂ ਨੂੰ ਹੀ ਭਗਤ ਆਖਿਆ ਜਾ ਸਕਦਾ ਹੈ, ਉਹਨਾਂ ਦੀ ਹੀ ਘਾਲਣਾ ਪ੍ਰਵਾਨ ਹੈ। ਤੂੰ ਆਦ ਪੁਰਖ ਆਪਰੰਪਰ ਕਰਤਾ ਜੀ, ਤੁਧ ਜੇਵੜ ਅਵਰ ਨਾ ਕੋਈ। ਹੇ ਪ੍ਰਭੂ, ਤੂੰ ਸਾਰੇ ਜਗਤ ਦਾ ਮੂਲ ਹੈ, ਸਭ ਵਿੱਚ ਵਿਆਪਕ ਹੈ, ਬੇਅੰਤ ਹੈ, ਸਭ ਦਾ ਪੈਦਾ ਕਰਨ ਵਾਲਾ ਹੈ, ਅਤੇ ਤੇਰੇ ਬਰਾਬਰ ਦਾ ਹੋਰ ਕੋਈ ਨਹੀਂ ਹੈ। ਤੂੰ ਜੁਗ ਜੁਗ ਏਕੋ, ਸਦਾ ਸਦਾ ਤੂੰ ਏਕੋ ਜੀ, ਤੂੰ ਨਿਹਚਲ ਕਰਤਾ ਸੋਈ। ਹੇ ਵਾਹਿਗੁਰੂ ਅਕਾਲ ਪੁਰਖ, ਤੂੰ ਹਰੇਕ ਸਮੇਂ ਵਿੱਚ ਆਪ ਹੀ ਹੈ, ਤੂੰ ਸਦਾ ਹੀ ਆਪ ਹੈ, ਤੂੰ ਸਦਾ ਕਾਇਮ ਰਹਿਣ ਵਾਲਾ ਹੈ, ਸਭ ਦਾ ਪੈਦਾ ਕਰਨ ਵਾਲਾ ਹੈ, ਸਭ ਦੀ ਸਾਰ ਲੈਣ ਵਾਲਾ ਹੈ। ਤੁਧ ਆਪੇ ਭਾਵੈ ਸੋਈ ਵਰਤੈ ਜੀ, ਤੂੰ ਆਪੇ ਕਰੈ ਸੋ ਹੋਈ। ਹੇ ਪ੍ਰਭੂ ਜੀ, ਜਗਤ ਵਿੱਚ ਉਹੀ ਹੁੰਦਾ ਹੈ ਜੋ ਤੈਨੂੰ ਆਪ ਨੂੰ ਚੰਗਾ ਲੱਗਦਾ ਹੈ, ਉਹੀ ਹੁੰਦਾ ਹੈ ਜੋ ਤੂੰ ਆਪ ਕਰਦਾ ਹੈ। ਭਾਵ ਕੋਈ ਹੋਰ ਸ਼ਕਤੀ ਜਾਂ ਕੋਈ ਹੋਰ ਐਸਾ ਕਰਤਾ ਨਹੀਂ ਹੈ ਜੋ ਤੇਰੇ ਬਰਾਬਰ ਤੇ ਸ੍ਰਿਸ਼ਟੀ ਵਿੱਚ ਨਿਯਮ ਬਣਾਉਂਦਾ ਤੇ ਚਲਾਉਂਦਾ ਹੋਵੇ। ਤੁਧ ਆਪੇ ਸ੍ਰਿਸ਼ਟ ਸਭ ਉਪਾਈ ਜੀ, ਤੁਧ ਆਪੇ ਸਿਰਜ ਸਭ ਗੋਈ। ਹੇ ਪ੍ਰਭੂ ਜੀ, ਇਹ ਸਾਰੀ ਸ੍ਰਿਸ਼ਟੀ ਤੂੰ ਆਪ ਹੀ ਪੈਦਾ ਕੀਤੀ ਹੈ, ਇਸ ਨੂੰ ਪੈਦਾ ਕਰਨ ਵਾਲਾ ਕੋਈ ਹੋਰ ਨਹੀਂ ਹੈ। ਤੂੰ ਆਪ ਹੀ ਇਸ ਨੂੰ ਪੈਦਾ ਕਰਕੇ ਆਪ ਹੀ ਇਸ ਨੂੰ ਨਾਸ਼ ਵੀ ਕਰਦਾ ਹੈ। ਭਾਵ ਤੇਰੇ ਬਣਾਏ ਨੇਮ ਵਿੱਚ ਸ੍ਰਿਸ਼ਟੀ ਪੈਦਾ ਹੁੰਦੀ ਹੈ, ਤੇਰੇ ਆਪਣੇ ਹੀ ਬਣਾਏ ਨੇਮ ਵਿੱਚ ਸ੍ਰਿਸ਼ਟੀ ਨਾਸ਼ ਵੀ ਹੁੰਦੀ ਹੈ। ਜਨ ਨਾਨਕ ਗੁਣ ਗਾਵੈ ਕਰਤੇ ਕੇ ਜੀ, ਜੋ ਸਭ ਸਹਿ ਕਾ ਜਾਣੋਈ। ਜੋ ਸਭ ਦੇ ਦਿਲਾਂ ਦੀਆਂ ਜਾਣਨ ਵਾਲਾ ਹੈ, ਦਾਸ ਨਾਨਕ ਉਸ ਕਰਤਾਰ ਦੇ ਗੁਣ ਗਾਉਂਦਾ ਹੈ, ਕਰਤਾਰ ਦੀ ਸਿਫਤ ਸਲਾਹ ਕਰਦਾ ਹੈ, ਜੋ ਸਭ ਤੋਂ ਵੱਡਾ ਹੈ, ਸਮਰੱਥ ਹੈ, ਸਭ ਨੂੰ ਪਾਲਣਹਾਰ ਹੈ, ਸਭ ਨੂੰ ਦਾਤਾਂ ਦਿੰਦਾ ਹੈ। ਐਸੇ ਦਾਤਾਰ ਦੀ ਨਾਨਕ ਸਿਫਤ ਸਲਾਹ ਕਰਦਾ ਹੈ। ਆਸਾ ਮਹਿਲਾ ਚੌਥਾ। ਇਹ ਸੋ ਪੁਰਖ ਬਾਣੀ ਦਾ ਦੂਜਾ ਸ਼ਬਦ ਹੈ, ਜੋ ਰਾਗ ਆਸਾ ਵਿੱਚੋਂ ਹੈ ਅਤੇ ਸਤਿਗੁਰੂ ਗੁਰੂ ਰਾਮਦਾਸ ਜੀ ਦਾ ਉਚਾਰਨ ਕੀਤਾ ਹੋਇਆ ਹੈ। ਤੂੰ ਕਰਤਾ ਸਚਿਆਰ ਮੈਂਡਾ ਸਾਈਂ। ਹੇ ਪ੍ਰਭੂ, ਤੂੰ ਸਭ ਦਾ ਪੈਦਾ ਕਰਨ ਵਾਲਾ ਹੈ, ਤੂੰ ਸਦਾ ਕਾਇਮ ਰਹਿਣ ਵਾਲਾ ਹੈ, ਤੂੰ ਹੀ ਮੇਰਾ ਖਸਮ ਹੈ। ਜੋ ਤਉ ਭਾਵੈ ਸੋਈ ਥੀਸੀ, ਜੋ ਤੂੰ ਦੇ ਸੋਈ ਹਉ ਪਾਈ ਰਹਾਓ। ਜਗਤ ਵਿੱਚ ਉਹੀ ਕੁਝ ਹੁੰਦਾ ਹੈ ਜੋ ਤੈਨੂੰ ਪਸੰਦ ਆਉਂਦਾ ਹੈ, ਜੋ ਕੁਝ ਤੂੰ ਦੇਵੇਂ
ਮੈਂ ਉਹੀ ਕੁਝ ਪ੍ਰਾਪਤ ਕਰਦਾ ਹਾਂ। ਭਾਵ, ਹੇ ਵਾਹਿਗੁਰੂ ਅਕਾਲ ਪੁਰਖ, ਮੈਂ ਤੇਰਾ ਸੇਵਕ ਹਾਂ, ਤੂੰ ਮੇਰਾ ਮਾਲਕ ਹੈ। ਜਦੋਂ ਮੇਰੀ ਤੇਰੇ ਨਾਲ ਸਾਂਝ ਹੈ ਤਾਂ ਮੈਂ ਉਹੀ ਕਰਦਾ ਹਾਂ, ਉਹੋ ਹੀ ਕੁਝ ਪ੍ਰਾਪਤ ਕਰਦਾ ਹਾਂ। ਮੈਂ ਉਸੇ ਤਰ੍ਹਾਂ ਹੀ ਚੱਲਦਾ ਹਾਂ ਜਿਵੇਂ ਤੂੰ ਮੈਨੂੰ ਚਲਾਉਂਦਾ ਹੈ। ਹੁਣ ਮੈਂ ਆਪਣੀ ਮਰਜ਼ੀ ਨਹੀਂ ਕਰਦਾ ਜਾਂ ਮੇਰਾ ਹੋਰ ਕੋਈ ਆਸਰਾ ਟੇਕ ਨਹੀਂ ਹੈ। ਸਭ ਤੇਰੀ ਤੂੰ ਸਭਨੀ ਧਿਆਇਆ। ਹੇ ਪ੍ਰਭੂ ਜੀ, ਸਾਰੀ ਸ੍ਰਿਸ਼ਟੀ ਤੇਰੀ ਹੀ ਬਣਾਈ ਹੋਈ ਹੈ। ਸਾਰੇ ਜੀਵ ਤੈਨੂੰ ਹੀ ਸਿਮਰਦੇ ਹਨ, ਭਾਵ ਤੇਰੇ ਬਣਾਏ ਨੇਮ ਵਿੱਚ ਤੁਰਦੇ ਹਨ, ਚੱਲਦੇ ਹਨ। ਜਿਸਨੋ ਕਿਰਪਾ ਕਰੈ ਤਿਨ ਨਾਮ ਰਤਨ ਪਾਇਆ। ਜਿਸ ਉੱਤੇ ਤੂੰ ਦਇਆ ਕਰਦਾ ਹੈ ਉਸੇ ਨੇ ਤੇਰਾ ਰਤਨ ਵਰਗਾ ਕੀਮਤੀ ਨਾਮ ਲੱਭਾ ਹੈ। ਹੇ ਪਰਮੇਸ਼ਰ, ਜੋ ਤੇਰੀ ਦਇਆ ਦੇ ਪਾਤਰ ਬਣਦੇ ਹਨ ਉਹ ਨਾਮ ਪ੍ਰਾਪਤ ਕਰਦੇ ਹਨ ਤੇ ਸੋਹਣਾ ਜੀਵਨ ਜਿਉਂਦੇ ਹਨ। ਗੁਰਮੁਖ ਲਾਦਾ ਮਨ ਮੁਖ ਗਵਾਇਆ। ਤੇ ਇਹ ਨਾਮ ਗੁਰਮਤ ਉਪਦੇਸ਼ ਉਹਨਾਂ ਨੂੰ ਹੀ ਲੱਭਦਾ ਹੈ ਜੋ ਗੁਰੂ ਦੇ ਸਨਮੁਖ ਹੋਇਆ ਹੈ। ਸਤਿਗੁਰੂ ਆਖਦੇ ਹਨ, ਜੋ ਆਪਣੇ ਮਨ ਦੇ ਪਿੱਛੇ ਤੁਰਿਆ ਹੈ ਉਸ ਨੇ ਇਹ ਮਨੁੱਖਾ ਜਨਮ ਦਾ ਸੋਹਣਾ ਸਮਾਂ ਗਵਾ ਲਿਆ ਹੈ, ਬਰਬਾਦ ਕਰ ਲਿਆ ਹੈ। ਤੁਧ ਆਪ ਵਿਛੋੜਿਆ ਆਪ ਮਿਲਾਇਆ। ਪਰ ਕਿਸੇ ਜੀਵ ਦੇ ਕੀ ਵਸ। ਹੇ ਪ੍ਰਭੂ, ਜੀਵ ਨੂੰ ਤੂੰ ਆਪ ਹੀ ਆਪਣੇ ਨਾਲੋਂ ਵਿਛੋੜਦਾ ਹੈ, ਆਪ ਹੀ ਆਪਣੇ ਨਾਲ ਮਿਲਾਉਂਦਾ ਹੈ। ਭਾਵ, ਜਿਹੜਾ ਜੀਵ ਚੰਗੇ ਕਰਮ ਕਰਦਾ ਹੈ, ਤੇਰੇ ਬਣਾਏ ਨੇਮ ਵਿੱਚ ਚੱਲਦਾ ਹੈ, ਤੂੰ ਉਸ ਨੂੰ ਆਪਣੇ ਨਾਲ ਮੇਲ ਲੈਂਦਾ ਹੈ। ਜੋ ਤੇਰੇ ਨੇਮ ਤੋਂ ਬਾਹਰ ਹੋ ਕੇ ਆਪਣੀ ਮਰਜ਼ੀ ਕਰਦਾ ਹੈ, ਮਨ ਦੇ ਪਿੱਛੇ ਤੁਰਦਾ ਹੈ, ਉਹ ਤੇਰੇ ਬਣਾਏ ਨੇਮ ਵਿੱਚ ਤੇਰੇ ਤੋਂ ਵਿਛੜ ਜਾਂਦਾ ਹੈ। ਤੂੰ ਦਰਿਆਓ ਸਭ ਤੁਝ ਹੀ ਮਾਹੇ। ਹੇ ਪ੍ਰਭੂ, ਤੂੰ ਜ਼ਿੰਦਗੀ ਦਾ ਮਾਨੋ ਇੱਕ ਦਰਿਆ ਹੈ। ਸਾਰੇ ਜੀਵ ਤੇਰੇ ਵਿੱਚ ਮਾਨੋ ਲਹਿਰਾਂ ਹਨ। ਭਾਵ, ਇਹ ਜੀਵ ਤੇਰੇ ਤੋਂ ਵੱਖ ਨਹੀਂ, ਇਹ ਜੀਵ ਤੇਰੇ ਤੋਂ ਵੱਖਰੇ ਨਹੀਂ ਹਨ। ਇਹਨਾਂ ਦੀ ਹੋਂਦ ਪਾਇਆ ਤੇਰੇ ਕਰਕੇ ਹੀ ਹੈ। ਜਿਵੇਂ ਦਰਿਆ ਦਾ ਪਾਣੀ ਤੇ ਪਾਣੀ ਵਿੱਚ ਉੱਠਣ ਵਾਲੀਆਂ ਲਹਿਰਾਂ, ਇਹ ਵੱਖ-ਵੱਖ ਨਹੀਂ ਹਨ। ਪਰ ਜੇ ਲਹਿਰਾਂ ਆਪਣੇ ਆਪ ਨੂੰ ਪਾਣੀ ਤੋਂ ਵੱਖ ਮੰਨ ਲੈਣ, ਵੱਖ ਹੋ ਕੇ ਆਪਣੇ ਆਪ ਨੂੰ ਵੇਖਣ ਦਾ ਯਤਨ ਕਰਨ, ਤਾਂ ਲਹਿਰਾਂ ਲਹਿਰਾਂ ਨਹੀਂ ਰਹਿ ਸਕਦੀਆਂ। ਇਹ ਉਹਨਾਂ ਦਾ ਭੁਲੇਖਾ ਹੈ। ਇਸੇ ਤਰ੍ਹਾਂ ਅਸੀਂ ਸਾਰੇ ਜੀਵ ਵੀ ਪਰਮੇਸ਼ਰ ਦੀ ਅੰਸ਼ ਹਾਂ, ਪਰਮੇਸ਼ਰ ਵਿੱਚੋਂ ਪੈਦਾ ਹੋਏ ਹਾਂ। ਜਦੋਂ ਅਸੀਂ ਹਉਮੈ ਹੰਕਾਰ ਦੇ ਕਾਰਨ ਆਪਣੀ ਹੋਂਦ ਵੱਖਰੀ ਮੰਨ ਬੈਠਦੇ ਹਾਂ ਜਾਂ ਰੱਬੀ ਨੇਮਾਂ ਤੋਂ ਬਾਹਰ ਹੋ ਕੇ ਚੱਲਣ ਦਾ ਯਤਨ ਕਰਦੇ ਹਾਂ ਤਾਂ ਸਾਡੀ ਹਸਤੀ ਹੋਂਦ ਵੀ ਖਤਰੇ ਵਿੱਚ ਪੈ ਜਾਂਦੀ ਹੈ। ਤੁਝ ਬਿਨ ਦੂਜਾ ਕੋਈ ਨਾਹੀ। ਹੇ ਪਰਮੇਸ਼ਰ ਜੀ, ਮੈਨੂੰ ਤਾਂ ਇਹ ਸਮਝ ਲੱਗੀ ਹੈ ਕਿ ਤੇਰੇ ਤੋਂ ਬਿਨਾਂ ਹੋਰ ਕੋਈ ਜ਼ਿੰਦਗੀ ਦਾ ਦੂਜਾ ਆਸਰਾ ਨਹੀਂ ਹੈ। ਹੇ ਵਾਹਿਗੁਰੂ ਅਕਾਲ ਪੁਰਖ, ਇੱਕ ਤੂੰ ਹੀ ਹੈ ਜੋ ਸਦਾ ਕਾਇਮ ਰਹਿਣ ਵਾਲਾ ਹੈ। ਹੋਰ ਕਿਸੇ ਦਾ ਆਸਰਾ ਅਸੀਂ ਨਹੀਂ ਤੱਕਦੇ। ਜੀ ਜੰਤ ਸਭ ਤੇਰਾ ਖੇਲ। ਇਹ ਸਾਰੇ ਜੀਵ ਜੰਤ ਤੇਰੀ ਹੀ ਰਚੀ ਹੋਈ ਖੇਡ ਹੈ। ਇਹ ਤੇਰਾ ਆਪਣਾ ਹੀ ਪਸਾਰਾ ਹੈ। ਇਹ ਬਾਤ ਉਸੇ ਨੂੰ ਹੀ ਸਮਝ ਆਉਂਦੀ ਹੈ ਜੋ ਗੁਰਮੁਖ ਲਾਦਾ ਇਸ ਅਵਸਥਾ ਤੇ ਪਹੁੰਚਦਾ, ਗੁਰੂ ਦੇ ਰਾਹੀਂ ਰਤਨ ਨਾਮ ਨੂੰ ਲੱਭਦਾ ਹੈ। ਜਿਹੜਾ ਮਨ ਦੇ ਪਿੱਛੇ ਚੱਲਦਾ ਹੈ, ਤੇ ਉੱਥੇ ਆਪਾਂ ਪੜ੍ਹ ਆਏ ਹਾਂ ਪਿੱਛੇ, ਮਨ ਮੁਖ ਗਵਾਇਆ। ਜਿਹੜੇ ਮਨ ਦੇ ਪਿੱਛੇ ਚੱਲਦੇ ਹਨ ਉਹ ਤਾਂ ਇਸ ਕੀਮਤੀ ਸਮੇਂ ਨੂੰ ਬਰਬਾਦ ਕਰ ਲੈਂਦੇ ਹਨ। ਪਰ ਇਹ ਜਿਹੜੇ ਲੱਭਦੇ ਹਨ ਗੁਰੂ ਦੇ ਰਾਹੀਂ, ਅਸਲੀਅਤ ਵਿੱਚ ਉਹਨਾਂ ਨੂੰ ਹੀ ਸਮਝ ਲੱਗਦੀ ਹੈ ਕਿ ਇਹ ਸਾਰਾ ਪਸਾਰਾ, ਇਹ ਸਾਰੀ ਸ੍ਰਿਸ਼ਟੀ ਪਰਮੇਸ਼ਰ ਦਾ ਆਪਣਾ ਹੀ ਰਚਿਆ ਹੋਇਆ ਕੌਤਕ ਹੈ। ਵਿਜੋਗ ਮਿਲ ਵਿਛੜਿਆ ਸੰਜੋਗੀ ਮੇਲ। ਜਿਨ੍ਹਾਂ ਦੇ ਮੱਥੇ ਉੱਤੇ ਵਿਛੋੜੇ ਦਾ ਲੇਖ ਹੈ, ਭਾਵ ਜਿਨ੍ਹਾਂ ਨੇ ਮਨਮਰਜ਼ੀ ਕਰਦਿਆਂ ਹੋਇਆਂ ਆਪਣੇ ਸੰਸਕਾਰ ਪਰਮੇਸ਼ਰ ਤੋਂ ਉਲਟ ਬਣਾਏ ਹਨ, ਉਹ ਮਨੁੱਖਾ ਜਨਮ ਪ੍ਰਾਪਤ ਕਰਕੇ ਵੀ ਤੇਰੇ ਤੋਂ ਵਿਛੜੇ ਰਹਿੰਦੇ ਹਨ। ਪਰ ਤੇਰੀ ਰਜ਼ਾ ਅਨੁਸਾਰ ਸੰਜੋਗਾਂ ਦੇ ਲੇਖ ਨਾਲ
ਫਿਰ ਤੇਰੇ ਨਾਲ ਮਿਲਾਪ ਹੋ ਜਾਂਦਾ ਹੈ। ਭਾਵ ਜਦੋਂ ਮਨ ਦੀ ਮਰਜ਼ੀ ਛੱਡ ਕੇ ਤੇਰੇ ਨੇਮ ਵਿੱਚ ਤੁਰਨਾ ਸ਼ੁਰੂ ਕਰਦੇ ਹਨ ਤਾਂ ਸੋਹਣੇ ਸੰਸਕਾਰ ਦੇ ਰਾਹੀਂ ਉਹ ਤੇਰੇ ਨਾਲ ਮਿਲ ਜਾਂਦੇ ਹਨ। ਜਿਸਨੋ ਤੂੰ ਜਾਣਾ ਏ ਸੋਈ ਜਨ ਜਾਣੈ। ਹੇ ਪ੍ਰਭੂ, ਜਿਸ ਮਨੁੱਖ ਨੂੰ ਤੂੰ ਆਪ ਸੂਝ ਬਖਸ਼ਦਾ ਹੈ ਉਹ ਮਨੁੱਖ ਜੀਵਨ ਦਾ ਸਹੀ ਰਸਤਾ ਸਮਝਦਾ ਹੈ। ਭਾਵ ਹੇ ਵਾਹਿਗੁਰੂ ਅਕਾਲ ਪੁਰਖ, ਤੇਰੀ ਬਖਸ਼ੀ ਹੋਈ ਸੂਝ ਹੀ ਮਨੁੱਖ ਨੂੰ ਜੀਵਨ ਦਾ ਸਹੀ ਰਸਤਾ ਦਿੰਦੀ ਹੈ। ਜੇ ਮਨੁੱਖ ਤੇਰੇ ਵਾਲੀ ਸੂਝ ਬੂਝ ਛੱਡ ਕੇ ਮਨਮਰਜ਼ੀ ਕਰੇ ਜਾਂ ਕਰਮਕਾਂਡੀ ਹੋ ਜਾਏ, ਭਰਮਾਂ ਭੁਲੇਖਿਆਂ ਦਾ ਸ਼ਿਕਾਰ ਹੋ ਜਾਏ ਤਾਂ ਤੇਰੇ ਰਸਤੇ ਤੋਂ ਖੁੰਝ ਜਾਂਦਾ ਹੈ। ਹਰ ਗੁਣ ਸਦ ਹੀ ਆਖ ਵਖਾਣੈ। ਉਹ ਮਨੁੱਖ ਹੇ ਰੱਬ ਜੀ ਸਦਾ ਤੇਰੇ ਗੁਣ ਗਾਉਂਦਾ ਹੈ ਅਤੇ ਹੋਰਨਾਂ ਨੂੰ ਉਚਾਰ ਉਚਾਰ ਕੇ ਸੁਣਾਉਂਦਾ ਹੈ। ਭਾਵ ਜਿਹੜਾ ਮਨੁੱਖ ਤੇਰੀ ਸਿਫਤ ਸਲਾਹ ਵਿੱਚ ਲੱਗਦਾ ਹੈ ਉਹ ਚਾਹੁੰਦਾ ਹੈ ਕਿ ਦੂਜੇ ਵੀ ਇਸ ਸੋਹਣੇ ਰਸਤੇ ਨੂੰ ਅਪਣਾ ਲੈਣ। ਉਹ ਚਾਹੁੰਦਾ ਹੈ ਦੂਜੇ ਵੀ ਬੁਰਾਈਆਂ ਛੱਡ ਕੇ ਚੰਗਿਆਈਆਂ ਦੇ ਰਸਤੇ ਤੇ ਤੁਰ ਪੈਣ। ਜਿਨ ਹਰ ਸੇਵਿਆ ਤਿਨ ਸੁਖ ਪਾਇਆ। ਹੇ ਭਾਈ, ਜਿਸ ਮਨੁੱਖ ਨੇ ਪਰਮਾਤਮਾ ਦਾ ਨਾਮ ਸਿਮਰਿਆ ਹੈ, ਪਰਮੇਸ਼ਰ ਦੀ ਵਡਿਆਈ ਕੀਤੀ ਹੈ, ਉਸ ਨੇ ਸਮਝੋ ਜੀਵਨ ਵਿੱਚ ਵੱਡਾ ਸੁੱਖ ਹਾਸਲ ਕਰ ਲਿਆ। ਸਹਜੇ ਹੀ ਹਰ ਨਾਮ ਸਮਾਇਆ। ਉਹ ਮਨੁੱਖ ਪ੍ਰਭੂ ਪਰਮੇਸ਼ਰ ਦੇ ਨਾਮ ਦੀ ਬਰਕਤ ਨਾਲ ਅਡੋਲਤਾ ਹਾਸਲ ਕਰਦਾ ਹੈ, ਭਟਕਣਾ ਛੱਡ ਦਿੰਦਾ ਹੈ, ਅਡੋਲਤਾ ਵਿੱਚ ਟਿਕਿਆ ਹੋਇਆ ਪ੍ਰਭੂ ਦੇ ਨਾਮ ਵਿੱਚ ਲੀਨ ਹੋ ਜਾਂਦਾ ਹੈ, ਸਮਾ ਜਾਂਦਾ ਹੈ, ਅਭੇਦ ਹੋ ਜਾਂਦਾ ਹੈ। ਭਾਵ ਹੈ ਕਦੀ ਵੀ ਪਰਮੇਸ਼ਰ ਦੇ ਨਾਮ ਨੂੰ ਛੱਡ ਕੇ ਉਹ ਤੁਰਦਾ ਨਹੀਂ। ਜਿਵੇਂ ਮੱਛੀ ਪਾਣੀ ਤੋਂ ਬਿਨਾਂ ਨਹੀਂ ਰਹਿੰਦੀ, ਇਸੇ ਤਰ੍ਹਾਂ ਮਨੁੱਖ ਪ੍ਰਭੂ ਵਡਿਆਈ ਤੋਂ ਬਿਨਾਂ ਆਪਣੇ ਆਪ ਨੂੰ ਜਿਉਂਦਾ ਨਹੀਂ ਸਮਝਦਾ। ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ। ਹੇ ਪ੍ਰਭੂ ਜੀ, ਤੂੰ ਆਪ ਹੀ ਸਭ ਕੁਝ ਪੈਦਾ ਕਰਨ ਵਾਲਾ ਹੈ। ਸਭ ਕੁਝ ਤੇਰਾ ਕੀਤਾ ਹੀ ਹੁੰਦਾ ਹੈ। ਤੇਰੇ ਤੋਂ ਬਿਨਾਂ ਹੋਰ ਦੂਜਾ ਹੈ ਹੀ ਨਹੀਂ ਜੋ ਇਸ ਸੰਸਾਰ ਨੂੰ ਚਲਾਵੇ, ਜੋ ਸੰਭਾਲ ਕਰੇ, ਜੋ ਇਸ ਸੰਸਾਰ ਦੇ ਨੇਮ ਨੂੰ ਬਣਾ ਕੇ ਦੇਵੇ। ਕੋਈ ਹੋਰ ਦੂਜਾ ਨਹੀਂ, ਸਭ ਕੁਝ ਕਰਨ ਕਰਾਉਣ ਵਾਲਾ ਤੂੰ ਆਪ ਹੀ ਹੈ। ਤੁਧ ਬਿਨ ਦੂਜਾ ਅਵਰ ਨਾ ਕੋਏ। ਤੇਰੇ ਤੋਂ ਬਿਨਾਂ ਹੋਰ ਕੋਈ ਦੂਜਾ ਹੈ ਹੀ ਨਹੀਂ। ਕਿਹਨੂੰ ਆਖਾਂ, ਕਿਸ ਦੀ ਸਿਫਤ ਸਲਾਹ ਕਰਾਂ, ਤੇਰਾ ਕੋਈ ਸ਼ਰੀਕ ਦੂਜਾ ਹੈ ਹੀ ਨਹੀਂ। ਇਹ ਗੱਲ ਉਹਨਾਂ ਨੂੰ ਹੀ ਸਮਝ ਆਉਂਦੀ ਹੈ ਜਿਹੜੇ ਪਰਮੇਸ਼ਰ ਦੇ ਨਾਮ ਨੂੰ ਗੁਰੂ ਦੇ ਰਾਹੀਂ ਹਾਸਲ ਕਰਦੇ ਹਨ, ਗੁਰੂ ਦੇ ਦੱਸੇ ਹੋਏ ਸੋਹਣੇ ਜੀਵਨ ਨੂੰ ਅਪਣਾਉਂਦੇ ਹਨ। ਇਹ ਬਾਤ ਉਹਨਾਂ ਨੂੰ ਹੀ ਸਮਝ ਆਉਂਦੀ ਹੈ। ਜੋ ਗੁਰੂ ਦੀ ਬਾਤ ਨਹੀਂ ਸੁਣਦੇ ਉਹ ਤਾਂ ਰੱਬ ਤੋਂ ਬਿਨਾਂ ਦੂਜਾ ਤਾਂ ਕੀ ਪਤਾ ਨਹੀਂ ਕਿੰਨਾ ਕੁਝ ਹੋਰ ਜੀਵਨ ਦੇ ਅੰਦਰ ਲੈ ਕੇ ਚੱਲਦੇ ਰਹਿੰਦੇ ਹਨ। ਇੱਕ ਦੇ ਹੋ ਕੇ ਨਹੀਂ ਰਹਿੰਦੇ, ਉਹ ਤਾਂ ਜ਼ਿੰਦਗੀ ਦੇ ਅੰਦਰ ਕਈ ਖਸਮ ਬਣਾ ਕੇ ਤੁਰਦੇ ਹਨ। ਜਿਵੇਂ ਸਤਿਗੁਰੂ ਜੀ ਨੇ ਆਸਾ ਕੀ ਵਾਰ ਅੰਦਰ ਬੜੀ ਮਿਹਰ ਵਾਲੀ ਵਿਚਾਰ ਰੱਖੀ ਹੈ ਤੇ ਦਾਤਾ ਜੀ ਆਖਦੇ ਹਨ, ਨਾਨਕ ਗੁਰੂ ਨਾ ਚੇਤਨੀ ਮਨ ਆਪਣੇ ਸੁਚੇਤ, ਛੁੱਟੇ ਤਿਲ ਬੁਆੜ ਜਿਉ ਸੁਣਿਐ ਅੰਦਰ ਖੇਤ, ਖੇਤਾ ਅੰਦਰ ਛੁੱਟਿਆਂ ਕਉ ਨਾਨਕ ਸੌ ਨਾ, ਫਲੀਆਂ ਫੁੱਲੀਆਂ ਬਪੜੇ ਭੀ ਤਨ ਵਿੱਚ ਸੁਆ। ਜਿਹੜੇ ਗੁਰੂ ਨੂੰ ਨਹੀਂ ਚੇਤੇ ਕਰਦੇ, ਆਪਣੇ ਆਪ ਦੇ ਵਿੱਚ ਚਤਰ ਚਲਾਕ ਬਣਦੇ ਹਨ। ਸਤਿਗੁਰੂ ਆਖਦੇ ਉਹ ਸੜੇ ਹੋਏ ਤਿਲਾਂ ਵਰਗੇ ਹਨ, ਉਹਨਾਂ ਤਿਲਾਂ ਵਰਗੇ ਜਿਨ੍ਹਾਂ ਦੇ ਕਈ ਖਸਮ ਬਣਦੇ ਹਨ। ਸਤਿਗੁਰੂ ਆਖਦੇ ਉਹਨਾਂ ਤਿਲਾਂ ਵਿੱਚੋਂ ਸਵਾਹ ਪੈਦਾ ਹੁੰਦੀ ਹੈ, ਉਹਨਾਂ ਤਿਲਾਂ ਵਿੱਚੋਂ ਦਾਣੇ ਨਹੀਂ ਨਿਕਲਦੇ, ਸਗੋਂ ਖੁਆਰੀ ਪੱਲੇ ਪੈਂਦੀ ਆ। ਸਤਿਗੁਰੂ ਆਖਦੇ ਭਾਵੇਂ ਉਹ ਬੂਟੇ ਫਲਦੇ ਵੀ ਆ, ਫੁੱਲਦੇ ਵੀ ਆ, ਉਹ ਹਰੇ ਭਰੇ ਵੀ ਨਜ਼ਰ ਆਉਂਦੇ ਆ, ਪਰ ਅਸਲੀਅਤ ਵਿੱਚ ਤੱਤ ਉਹਨਾਂ ਦੇ ਪੱਲੇ ਨਹੀਂ ਹੁੰਦਾ। ਇਸੇ ਤਰ੍ਹਾਂ ਜਿਹੜੇ ਜੀਵਨ ਗੁਰੂ ਪਰਮੇਸ਼ਰ ਦੀ ਸਿਫਤ ਸਲਾਹ ਤੋਂ ਟੁੱਟ ਜਾਂਦੇ ਹਨ, ਉਹ ਭਰਮਾਂ ਭੁਲੇਖਿਆਂ ਦੇ ਸ਼ਿਕਾਰ ਵੀ ਹੋ ਜਾਂਦੇ ਹਨ। ਗੁਣਾਂ ਦੀ ਜਗ੍ਹਾ ਤੇ ਉਹ ਔਗਣਾਂ ਦੇ ਗਾਹਕ ਬਣ ਜਾਂਦੇ ਹਨ ਤੇ ਸਿਰ ਦੇ ਕਈ ਸਾਈਂ ਬਣ ਕੇ ਬੈਠਦੇ ਹਨ। ਤੂੰ ਕਰ ਕਰ ਵੇਖੈ ਜਾਣੈ ਸੋਏ। ਜੀਵ ਪੈਦਾ ਕਰਕੇ ਉਹਨਾਂ ਦੀ ਸੰਭਾਲ ਵੀ ਤੂੰ ਆਪ ਹੀ ਕਰਦਾ ਹੈ।
ਤੇ ਹਰੇਕ ਦੇ ਦਿਲ ਦੀ ਸਾਰ ਤੂੰ ਆਪ ਜਾਣਦਾ ਹੈ। ਹੇ ਪਰਮੇਸ਼ਰ, ਹਰੇਕ ਜੀਵ ਦੇ ਅੰਦਰ ਕੀ ਹੈ, ਹਰੇਕ ਮਨੁੱਖ ਕੀ ਸੋਚਦਾ ਹੈ, ਕੀ ਕਰਦਾ ਹੈ, ਇਹ ਤੇਰੇ ਤੋਂ ਛੁਪਿਆ ਹੋਇਆ ਨਹੀਂ, ਕਿਉਂਕਿ ਤੂੰ ਸਾਡੇ ਤੋਂ ਦੂਰ ਨਹੀਂ। ਹੇ ਪਰਮੇਸ਼ਰ, ਤੂੰ ਸਾਡੇ ਦਿਲਾਂ ਵਿੱਚ ਵਸਦਾ ਹੈ, ਹਰੇਕ ਜੀਵ ਦੇ ਹਿਰਦੇ ਵਿੱਚ ਵਸਦਾ ਹੈ। ਇਸ ਕਰਕੇ ਸਭ ਤੋਂ ਪਹਿਲਾਂ ਸਾਡੇ ਅੰਦਰ ਦੀ ਬਾਤ ਤੈਨੂੰ ਹੀ ਪਤਾ ਲੱਗਦੀ ਹੈ। ਜਨ ਨਾਨਕ ਗੁਰਮੁਖ ਪ੍ਰਗਟ ਹੋਏ। ਹੇ ਦਾਸ ਨਾਨਕ, ਜੋ ਮਨੁੱਖ ਗੁਰੂ ਦੀ ਸ਼ਰਨ ਪੈਂਦਾ ਹੈ, ਉਸ ਦੇ ਅੰਦਰ ਪਰਮਾਤਮਾ ਪ੍ਰਗਟ ਹੋ ਜਾਂਦਾ ਹੈ। ਉਹ ਪਰਮਾਤਮਾ ਨੂੰ ਜਾਣਨ ਵਾਲਾ ਬਣ ਜਾਂਦਾ ਹੈ, ਉਹ ਪਰਮਾਤਮਾ ਨੂੰ ਸਮਝਣ ਵਾਲਾ ਬਣ ਜਾਂਦਾ ਹੈ। ਉਸ ਨੂੰ ਇਸ ਬਾਤ ਦੀ ਸਮਝ ਆ ਜਾਂਦੀ ਹੈ, ਨੇੜਾ ਹੈ ਦੂਰ ਨਾ ਜਾਣਿਓ, ਨਿਤ ਸਾਰੇ ਸੰਭਾਲੇ। ਭਾਈ, ਉਹ ਨੇੜੇ ਹੈ, ਦੂਰ ਨਹੀਂ, ਸਦਾ ਹੀ ਸਾਨੂੰ ਸੰਭਾਲਦਾ ਹੈ, ਸਦਾ ਹੀ ਸਾਨੂੰ ਦੇਖਦਾ ਹੈ। ਇਹ ਬਾਤ ਉਹਨਾਂ ਨੂੰ ਹੀ ਸਮਝ ਆਉਂਦੀ ਹੈ ਜਿਹੜੇ ਗੁਰਮੁਖ ਗੁਰੂ ਦੇ ਰਾਹੀਂ ਹੋ ਕੇ ਜ਼ਿੰਦਗੀ ਜਿਉਂਦੇ ਹਨ। ਆਸਾ ਮਹਿਲਾ ਪਹਿਲਾ। ਇਹ ਸੋ ਪੁਰਖ ਬਾਣੀ ਦੇ ਸਰਲੇਖ ਹੇਠ ਤੀਜਾ ਸ਼ਬਦ ਹੈ, ਜੋ ਰਾਗ ਆਸਾ ਵਿੱਚੋਂ ਹੈ ਤੇ ਗੁਰੂ ਨਾਨਕ ਸਾਹਿਬ ਜੀ ਦਾ ਉਚਾਰਨ ਕੀਤਾ ਹੋਇਆ ਹੈ। ਤਿਤ ਸਰ ਵਰੜੈ ਪਹਿਲੇ ਨਿਵਾਸਾ, ਪਾਣੀ ਪਾਵਕ ਤਿਨਹਿ ਕੀਆ। ਹੇ ਭਾਈ, ਸਾਡੀ ਜੀਵਾਂ ਦੀ ਇਸ ਭਿਆਨਕ ਸੰਸਾਰ ਸਰੋਵਰ ਵਿੱਚ ਵਸੋਂ ਹੈ, ਜਿਸ ਵਿੱਚ ਉਸ ਪ੍ਰਭੂ ਨੇ ਆਪ ਹੀ ਪਾਣੀ ਦੇ ਥਾਂ ਤ੍ਰਿਸ਼ਨਾ ਦੀ ਅੱਗ ਪੈਦਾ ਕੀਤੀ ਹੋਈ ਹੈ। ਭਾਵ, ਸਾਡਾ ਇਸ ਸੰਸਾਰ ਵਿੱਚ ਵਾਸਾ ਹੈ ਜਿੱਥੇ ਪਾਣੀ ਨਹੀਂ, ਸਗੋਂ ਤ੍ਰਿਸ਼ਨਾ ਦੀ ਅੱਗ ਮੱਚਦੀ ਹੈ, ਔਰ ਤ੍ਰਿਸ਼ਨਾ ਦੀ ਅੱਗ ਦੇ ਵਿੱਚ ਅਸੀਂ ਜੀਵ ਸੜ ਰਹੇ ਹਾਂ, ਝੁਲਸ ਰਹੇ ਹਾਂ, ਅਸੀਂ ਬਰਬਾਦ ਹੋ ਰਹੇ ਹਾਂ। ਸਤਿਗੁਰੂ ਆਖਦੇ ਹਨ, ਸਾਡਾ ਸਾਰੇ ਜੀਵਾਂ ਦਾ ਵਾਸਾ ਇਸ ਤ੍ਰਿਸ਼ਨਾ ਦੀ ਅੱਗ ਦੇ ਸੰਸਾਰ ਵਿੱਚ ਹੈ। ਪੰਕਜ ਮੋਹ ਪਗ ਨਹੀਂ ਚਾਲੈ, ਹਮ ਦੇਖਾ ਤਹਾਂ ਡੂਬੀਅਲੇ। ਇਸ ਭਿਆਨਕ ਸਰੀਰ ਵਿੱਚ, ਸੰਸਾਰ ਵਿੱਚ ਜੋ ਮੋਹ ਦਾ ਚਿੱਕੜ ਹੈ, ਉਸ ਵਿੱਚ ਜੀਵਾਂ ਦਾ ਪੈਰ ਨਹੀਂ ਚੱਲ ਸਕਦਾ। ਭਾਵ ਹੈ, ਅਸੀਂ ਜੀਵ ਇਸ ਮੋਹ ਦੇ ਚਿੱਕੜ ਵਿੱਚ ਫਸੇ ਪਏ ਹਾਂ। ਸਾਡੇ ਸਾਹਮਣੇ ਹੀ, ਸਤਿਗੁਰੂ ਆਖਦੇ, ਸਾਡੇ ਸਾਹਮਣੇ ਹੀ ਅਨੇਕਾਂ ਜੀਵ ਇਸ ਮੋਹ ਦੇ ਚਿੱਕੜ ਵਿੱਚ ਫਸ ਕੇ ਡੁੱਬ ਗਏ ਹਨ। ਪਰਮੇਸ਼ਰ ਦੀ ਸੋਹਣੀ ਸੁੰਦਰ ਜੀਵਨ ਜਾਚ ਨੂੰ ਵਿਸਾਰ ਕੇ ਉਹ ਇਹਨਾਂ ਮੋਹ ਇਤਿਆਦਿਕ ਵਿਕਾਰਾਂ ਦੇ ਚਿੱਕੜ ਵਿੱਚ ਗ੍ਰਸਤ ਹੋ ਗਏ ਹਨ। ਮਨ ਏਕ ਨ ਚੇਤਸ ਮੂੜ ਮਨਾ। ਸਤਿਗੁਰੂ ਜੀ ਫਿਰ ਮਨ ਨੂੰ ਸਮਝਾਉਂਦੇ ਹਨ, ਹੇ ਮਨਾ, ਹੇ ਮੂਰਖ ਮਨ, ਤੂੰ ਇੱਕ ਪਰਮਾਤਮਾ ਨੂੰ ਯਾਦ ਨਹੀਂ ਕਰਦਾ, ਤੂੰ ਪਰਮਾਤਮਾ ਨੂੰ ਭੁੱਲ ਕੇ ਚੱਲਦਾ ਹੈ, ਪਰਮਾਤਮਾ ਦੇ ਨੇਮ ਤੋਂ ਬਾਹਰ ਹੁੰਦਾ ਹੈ, ਮਨ ਮਰਜ਼ੀਆਂ ਕਰਦਾ ਹੈ, ਰਸਾਂ ਕਸਾਂ ਵਿੱਚ ਲੱਗਦਾ ਹੈ, ਇੰਦਰੀਆਂ ਨੂੰ, ਜੀਵਨ ਨੂੰ ਤੂੰ ਸੰਸਾਰ ਦੇ ਝਮੇਲਿਆਂ ਵਿੱਚ ਖਚਿਤ ਕਰਦਾ ਹੈ। ਹੇ ਮਨ, ਪਰਮੇਸ਼ਰ ਨੂੰ ਯਾਦ ਤੂੰ ਨਹੀਂ ਕਰਦਾ। ਹਰ ਬਿਸਰਤ ਤੇਰੇ ਗੁਣ ਗਲਿਆ ਰਹਾਓ। ਇੱਕ ਗੱਲ ਦਾ ਚੇਤਾ ਰੱਖ, ਹੇ ਮਨ, ਜੇ ਤੂੰ ਪਰਮੇਸ਼ਰ ਨੂੰ ਵਿਸਾਰਦਾ ਹੈ, ਭੁੱਲਦਾ ਹੈ, ਤਾਂ ਪਰਮੇਸ਼ਰ ਨੂੰ ਭੁੱਲਣ ਨਾਲ ਤੇਰੇ ਅੰਦਰੋਂ ਗੁਣ ਘਟਦੇ ਹਨ, ਤੇਰੀ ਜੀਵਨ ਜਾਚ ਡਾਵਾਂਡੋਲ ਹੋਏਗੀ, ਤੈਂ ਭਟਕ ਜਾਏਗਾ, ਤੈਨੂੰ ਅਨੇਕਾਂ ਹੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਏਗਾ। ਸਤਿਗੁਰੂ ਜੀ ਨੇ ਪਾਵਨ ਬਾਣੀ ਦੇ ਰਾਹੀਂ ਇਸ ਸੋਹਣੇ ਵਿਚਾਰ ਨੂੰ ਹੋਰ ਵੀ ਵਿਆਖਿਆ ਦੇ ਕੇ ਸਮਝਾਇਆ ਹੈ। ਤੇ ਦਾਤਾ ਜੀ ਆਖਦੇ ਹਨ, ਜਦੋਂ ਪਰਮੇਸ਼ਰ ਦੇ ਗੁਣ ਘਟਦੇ ਹਨ, ਔਗਣ ਵੱਧਦੇ ਹਨ, ਔਗਣ ਵੱਧਦੇ ਹਨ, ਤੇ ਔਗਣਾਂ ਦੀ ਮਾਰ ਮਨੁੱਖ ਸਦਾ ਹੀ ਫਿਰ ਚੱਲਦਾ ਹੈ। ਸਤਿਗੁਰੂ ਨੇ ਕਿੰਨੇ ਪਿਆਰੇ ਵਾਕ ਰੱਖੇ ਹਨ, ਅਵਰ ਪੰਚ ਹਮ ਏਕ ਜਨਾ, ਕਿਉਂ ਰਾਖੋਂ ਘਰ ਬਾਰ ਮਨ, ਮਾਰੈ ਲੂਟੈ ਨੀਤ ਨੀਤ, ਕਿਸੇ ਆਗੇ ਕਰੀ ਪੁਕਾਰ ਜਨਾ। ਕਿਹਦੇ ਅੱਗੇ ਪੁਕਾਰ ਕੀਤੀ ਜਾਏ, ਕਿਹਦੇ ਅੱਗੇ ਆਪਣੀ ਜੋਦੜੀ ਕੀਤੀ ਜਾਏ, ਇਹ ਦੁੱਖ ਭਰੀ ਵਿਥਿਆ ਕਿਹਨੂੰ ਸੁਣਾਈ ਜਾਏ ਜਿੱਥੇ ਰੋਜ਼ ਹੀ ਮਾਰ ਪੈਂਦੀ ਹੋਵੇ। ਹਾਲਾਂਕਿ ਇਸ ਪੈਂਦੀ ਮਾਰ ਦਾ ਕਈ ਵਾਰ ਸਾਨੂੰ ਪਤਾ ਹੀ ਨਹੀਂ ਲੱਗਦਾ। ਅਸੀਂ ਇਸ ਮਾਰ ਨੂੰ ਝੱਲ ਤਾਂ ਰਹੇ ਹਾਂ, ਪਰ ਇਸ ਮਾਰ ਨੂੰ ਮਹਿਸੂਸ ਨਹੀਂ ਕਰਦੇ।
ਅਸੀਂ ਇਸ ਮਾਰ ਨੂੰ ਝੱਲਦਿਆਂ ਹੋਇਆਂ ਸਗੋਂ ਹੋਰ ਇਸ ਪਾਸੇ ਨੂੰ ਪੈਂਡਾ ਤੈਅ ਕਰਦੇ ਹਾਂ। ਪਰ ਸਤਿਗੁਰੂ ਆਖਦੇ ਇਸ ਮਾਰ ਤੋਂ ਬਚਣ ਲਈ ਸਾਨੂੰ ਯਤਨ ਕਰਨਾ ਚਾਹੀਦਾ ਹੈ। ਸ੍ਰੀ ਰਾਮ ਨਾਮਾ ਉਚਰ ਮਨਾ, ਤੂੰ ਵਾਹਿਗੁਰੂ ਅਕਾਲ ਪੁਰਖ ਨੂੰ ਯਾਦ ਕਰ, ਉਹਦੇ ਗੁਣਾਂ ਨਾਲ ਸਾਂਝ ਵਧਾ, ਤਾਂ ਕਿ ਜੀਵਨ ਦੀ ਭਟਕਣਾ ਖਤਮ ਹੋ ਜਾਏ। ਸਤਿਗੁਰੂ ਆਖਦੇ ਹੇ ਮਨ, ਰੱਬ ਨੂੰ ਵਿਸਰਨ ਕਰਕੇ ਤੇਰੇ ਗੁਣ ਘਟਦੇ ਜਾ ਰਹੇ ਹਨ। ਨਾ ਹਉ ਜਤੀ ਸਤੀ ਨਹੀਂ ਪੜਿਆ, ਮੂਰਖ ਮੁਗਦਾ ਜਨਮ ਭਇਆ। ਹੇ ਪ੍ਰਭੂ, ਨਾ ਮੈਂ ਜਤੀ ਹਾਂ, ਨਾ ਮੈਂ ਸਤੀ ਹਾਂ, ਨਾ ਹੀ ਮੈਂ ਪੜ੍ਹਿਆ ਹੋਇਆ ਹਾਂ। ਮੇਰਾ ਜੀਵਨ ਤਾਂ ਮੂਰਖ ਬੇਸਮਝਾਂ ਵਾਲਾ ਬਣਿਆ ਹੋਇਆ ਹੈ। ਭਾਵ ਜਤ ਸਤ ਤੇ ਵਿਦਿਆ ਦੇ ਹੁੰਦਿਆਂ ਹੋਇਆਂ ਵੀ ਮੈਂ ਸੰਸਾਰ ਵਿੱਚ ਵਿਚਰਦਾ ਹੋਇਆ ਤੇਰੇ ਵੱਲੋਂ ਵਿਛੜਿਆ ਹੋਇਆ ਹਾਂ। ਜਤ ਦਾ ਅਰਥ ਹੈ ਕਾਮ ਵਾਸ਼ਨਾ ਨੂੰ ਰੋਕਣ ਦਾ ਯਤਨ ਕਰਨ ਵਾਲਾ। ਸਤ ਦਾ ਅਰਥ ਹੈ, ਸਤੀ ਦਾ ਅਰਥ ਹੈ ਉੱਚੇ ਆਚਰਣ ਵਾਲਾ। ਸਤਿਗੁਰੂ ਆਖਦੇ ਮੈਂ ਇਹ ਸਭ ਕੁਝ ਹੁੰਦਿਆਂ ਹੋਇਆਂ ਵੀ ਮੂਰਖਾਂ ਵਾਲੀ ਜ਼ਿੰਦਗੀ ਜੀ ਰਿਹਾ ਹਾਂ, ਕਿਉਂਕਿ ਤੇਰੇ ਤੋਂ ਟੁੱਟਾ ਹੋਇਆ ਹਾਂ। ਪ੍ਰਣਵਤ ਨਾਨਕ ਤਿਨ ਕੀ ਸ਼ਰਨਾ, ਜਿਨ ਤੂੰ ਨਾਹੀ ਵਿਸਰਿਆ। ਸੋ ਨਾਨਕ ਬੇਨਤੀ ਕਰਦਾ ਹੈ, ਹੇ ਪ੍ਰਭੂ, ਮੈਨੂੰ ਉਹਨਾਂ ਸਤ ਸੰਗੀਆਂ ਦੀ ਸ਼ਰਨ ਵਿੱਚ ਰੱਖ ਜਿਨ੍ਹਾਂ ਨੂੰ ਤੂੰ ਨਹੀਂ ਭੁੱਲਿਆ, ਜਿਨ੍ਹਾਂ ਨੂੰ ਤੇਰੀ ਯਾਦ ਭੁੱਲਦੀ ਹੀ ਨਹੀਂ, ਜੋ ਸਦਾ ਹੀ ਤੇਰੀ ਰਜ਼ਾ ਵਿੱਚ ਜਿਉਂਦੇ ਹਨ, ਤੇਰੇ ਭਾਣੇ ਵਿੱਚ ਚੱਲਦੇ ਹਨ। ਮੈਨੂੰ ਵੀ ਉਹਨਾਂ ਸਤ ਸੰਗੀਆਂ ਦੇ ਨਾਲ ਮਿਲਾ, ਤਾਂ ਕਿ ਮੈਂ ਵੀ ਤੇਰੀ ਰਜ਼ਾ ਵਿੱਚ ਚੱਲਣਾ ਸਿੱਖ ਲਵਾਂ। ਆਪਾਂ ਰੋਜ਼ਾਨਾ ਹੀ ਅਰਦਾਸ ਵਿੱਚ ਵੀ ਇਹ ਬੋਲ ਅਖੀਰ ਵਿੱਚ ਪੜ੍ਹਦੇ ਹਾਂ, ਸੇਈ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿਤ ਆਵੇ। ਇਹ ਬਾਤ ਆਪਾਂ ਗੁਰਬਾਣੀ ਵਿੱਚੋਂ ਵੀ ਪੜ੍ਹਦੇ ਹਾਂ ਤੇ ਬੜੇ ਪਿਆਰੇ ਬੋਲ ਸਤਿਗੁਰੂ ਜੀ ਦੇ ਯਾਦ ਆ ਜਾਂਦੇ ਹਨ। ਜਿਨ੍ਹਾਂ ਦਿਸੰਦਿਆਂ ਦੁਰਮਤ ਵੰਝੈ, ਮਿੱਤਰ ਅਸਾਡੜੇ ਸੇਈ। ਮਿੱਤਰ ਤਾਂ ਉਹ ਹਨ ਜਿਨ੍ਹਾਂ ਨੂੰ ਵੇਖਦਿਆਂ ਸਾਡੇ ਜੀਵਨ ਦੀ ਦੁਰਮਤ, ਭੈੜੀ ਮਤ ਨਾਸ਼ ਹੋ ਜਾਏ। ਜਿਨ੍ਹਾਂ ਨੂੰ ਵੇਖਦਿਆਂ, ਜਿਨ੍ਹਾਂ ਨਾਲ ਮਿਲਦਿਆਂ, ਜਿਨ੍ਹਾਂ ਨਾਲ ਸੰਗ ਕਰਦਿਆਂ, ਉੱਠਦਿਆਂ ਬਹਿੰਦਿਆਂ, ਜ਼ਿੰਦਗੀ ਜਿਉਂਦਿਆਂ ਪਰਮੇਸ਼ਰ ਦੇ ਗੁਣ ਸਾਡੀ ਜ਼ਿੰਦਗੀ ਵਿੱਚ ਵਸ ਜਾਣ। ਅਸਲੀਅਤ ਵਿੱਚ ਸਾਨੂੰ ਉਹਨਾਂ ਦਾ ਹੀ ਸੰਗ ਕਰਦੇ ਰਹਿਣਾ ਚਾਹੀਦਾ ਹੈ। ਆਸਾ ਮਹਿਲਾ ਪੰਜਵਾਂ। ਸੋ ਪੁਰਖ ਬਾਣੀ ਦੇ ਸਰਲੇਖ ਹੇਠ ਇਹ ਚੌਥਾ ਸ਼ਬਦ ਹੈ ਤੇ ਆਖਰੀ ਸ਼ਬਦ ਹੈ। ਸਤਿਗੁਰੂ ਗੁਰੂ ਅਰਜਨ ਸਾਹਿਬ ਜੀ ਦਾ ਉਚਾਰਨ ਹੋਇਆ ਹੈ ਤੇ ਆਸਾ ਰਾਗ ਵਿੱਚੋਂ ਹੈ। ਭਈ ਪ੍ਰਾਪਤ ਮਾਨੁਖ ਦੇਹੁਰੀਆ। ਸਤਿਗੁਰੂ ਜੀ ਆਖਦੇ ਹਨ, ਹੇ ਭਾਈ, ਤੈਨੂੰ ਸੋਹਣਾ ਮਨੁੱਖਾ ਸਰੀਰ ਮਿਲਿਆ ਹੈ, ਪ੍ਰਾਪਤ ਹੋਇਆ ਹੈ। ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਪਰਮਾਤਮਾ ਨੂੰ ਮਿਲਣ ਦਾ ਤੇਰੇ ਲਈ ਇਹ ਸੋਹਣਾ ਮੌਕਾ ਹੈ, ਸੁਨਹਿਰੀ ਮੌਕਾ ਹੈ। ਇਹ ਜੋ ਮਨੁੱਖਾ ਦੇਹ ਤੈਨੂੰ ਪ੍ਰਾਪਤ ਹੋਈ ਹੈ, ਇਹ ਜੋ ਤੈਨੂੰ ਸੋਹਣਾ ਇਨਸਾਨੀਅਤ ਵਾਲਾ ਜੀਵਨ ਮਿਲਿਆ ਹੈ, ਇਹੀ ਇੱਕ ਤਰੀਕਾ ਹੈ ਪਰਮੇਸ਼ਰ ਨੂੰ ਮਿਲਣ ਦਾ, ਇਨਸਾਨੀਅਤ ਦੇ ਰਾਹੀਂ। ਅਵਰ ਕਾਜ ਤੇਰਾ ਕਿਤੈ ਨਾ ਕਾਮ। ਬਾਕੀ ਹੋਰ ਅਵਰ ਅਵਰ ਇੱਕ ਵਚਨ ਹੈ ਜੇ ਔਂਕੜ ਹੋਵੇ, ਪਰ ਇੱਥੇ ਕਿਉਂਕਿ ਪਾਠ ਦੇ ਵਿੱਚ ਰਾਰੇ ਨੂੰ ਸਿਹਾਰੀ ਹੈ ਤੇ ਇਹਦਾ ਅਰਥ ਹੈ ਬਹੁ ਵਚਨ ਹੈ। ਹੋਰ ਬਹੁਤ ਸਾਰੇ ਕਰਮ ਜਿੰਨੇ ਵੀ ਤੂੰ ਯਤਨ ਕਰਦਾ ਹੈ, ਭਾਵੇਂ ਤੀਰਥਾਂ ਦਾ ਇਸ਼ਨਾਨ ਹੈ, ਭਾਵੇਂ ਧਰਤੀ ਦੀ ਯਾਤਰਾ ਹੈ, ਪੁੰਨਦਾਨ ਹੈ, ਭੇਖ ਹੈ, ਚਾਹੇ ਹੋਰ ਫੋਕੇ ਕਰਮ ਕਾਂਡ, ਪੂਜਾ ਪਾਠ ਇਤਿਆਦਿਕ ਹੈ। ਸਤਿਗੁਰੂ ਆਖਦੇ ਹਨ, ਜਿੰਨੀ ਦੇਰ ਤੱਕ ਮਨੁੱਖ ਰੱਬੀ ਨੇਮ ਵਿੱਚ ਤੁਰਨਾ ਨਹੀਂ ਸਿੱਖਦਾ, ਓਨੀ ਦੇਰ ਤੱਕ ਇਹ ਸਾਰੇ ਕਾਜ ਵਿਅਰਥ ਹੀ ਹਨ। ਤੇ ਪ੍ਰਭੂ ਨੇਮ ਵਿੱਚ ਚੱਲਣਾ ਪ੍ਰਭੂ ਦੀ ਸਿਫਤ ਸਲਾਹ ਸਿਖਾਉਂਦੀ ਹੈ, ਨਾ ਕਿ ਫੋਕੇ ਕਰਮ ਕਾਂਡ। ਸਤਿਗੁਰੂ ਆਖਦੇ, ਜੇ ਪ੍ਰਭੂ ਨੂੰ ਮਿਲਣ ਲਈ ਕੋਈ ਉਦਮ ਨਾ ਕੀਤਾ ਤਾਂ ਹੋਰ ਸਾਰੇ ਕੰਮ ਤੇਰੇ ਆਪਣੇ ਕਿਸੇ ਅਰਥ ਨਹੀਂ, ਤੇਰੀ ਜਿੰਦ ਨੂੰ ਕੋਈ ਲਾਭ ਨਹੀਂ ਅਪਣਾਉਣਗੇ। ਭਾਵ ਘਾਟੇ ਬੰਦੇ ਹਨ ਜੇ ਪਰਮੇਸ਼ਰ ਦੀ ਸਿਫਤ ਸਲਾਹ ਛੱਡ ਕੇ
ਇਹ ਸਾਰੇ ਹੀ ਭੇਖ ਵਾਲੇ ਕਰਮ ਕਰਦੇ ਰਹੀਏ। ਮਿਲ ਸਾਧ ਸੰਗਤ ਭਜ ਕੇਵਲ ਨਾਮ। ਇਸ ਵਾਸਤੇ ਗੁਰੂ ਦੀ ਸੰਗਤ ਵਿੱਚ ਗੁਰੂ ਨਾਲ ਸੰਬੰਧ ਬਣਾ ਕੇ ਬੈਠਿਆ ਕਰ। ਸਾਧ ਸੰਗਤ ਵਿੱਚ ਬੈਠ ਕੇ ਸਿਰਫ ਪ੍ਰਮਾਤਮਾ ਦੀ ਗੁਣਾਂ ਵਾਲੀ ਸਾਂਝ ਕਰਿਆ ਕਰ। ਸਾਧ ਸੰਗਤ ਵਿੱਚ ਬੈਠਣ ਦਾ ਵੀ ਤਦੋਂ ਲਾਭ ਹੈ ਜੇ ਉੱਥੇ ਪ੍ਰਮਾਤਮਾ ਦੀ ਸਿਫਤ ਸਲਾਹ ਕੀਤੀ ਜਾਏ। ਜੇ ਪਰਮੇਸ਼ਰ ਦੀ ਸਿਫਤ ਸਲਾਹ ਛੱਡ ਕੇ ਕੇਵਲ ਸਰੀਰਾਂ ਦਾ ਸੰਗ ਕੀਤਾ ਜਾਏ, ਪਦਾਰਥਾਂ ਦਾ ਸੰਗ ਕੀਤਾ ਜਾਏ, ਜਾਂ ਕੇਵਲ ਵਿਖਾਵੇ ਦੀ ਗੱਲ ਕੀਤੀ ਜਾਏ, ਮਜਬੂਰੀ ਵਸ ਬੈਠਿਆ ਜਾਏ, ਤੇ ਸਤਿਗੁਰੂ ਬਾਣੀ ਦੇ ਰਾਹੀਂ ਫਿਰ ਇਹ ਵੀ ਗੱਲ ਸਮਝਾ ਦਿੰਦੇ ਐ, ਬੱਧਾ ਚੱਟੀ ਜੋ ਭਰੇ, ਨਾ ਗੁਣ ਨਾ ਉਪਕਾਰ। ਇਸ ਲਈ ਸਾਨੂੰ ਚਾਅ ਨਾਲ ਗੁਰੂ ਦੀ ਸੰਗਤ ਕਰਦਿਆਂ ਪਰਮੇਸ਼ਰ ਦੇ ਨਾਮ ਨੂੰ ਆਪਣੀ ਜ਼ਿੰਦਗੀ ਦਾ ਆਸਰਾ ਬਣਾ ਲੈਣਾ ਚਾਹੀਦਾ, ਤਾਂ ਕਿ ਅਵਰ ਕਾਜ ਵਿਸਰ ਜਾਣ, ਪਰਮੇਸ਼ਰ ਦਾ ਨਾਮ ਜ਼ਿੰਦਗੀ ਦਾ ਮਨੋਰਥ ਬਣ ਜਾਏ, ਤੇ ਮਨੁੱਖਾਂ ਦੇ ਜੋ ਪਰਮੇਸ਼ਰ ਨੂੰ ਮਿਲਣ ਦਾ ਇੱਕ ਸੋਹਣਾ ਸਾਧਨ ਹੈ, ਸਾਡੀ ਸਫਲ ਹੋ ਜਾਏ। ਸਰੰਜਾਮ ਲਾਗ ਭਵਜਲ ਤਰਨ ਕੈ। ਸਤਿਗੁਰੂ ਆਖਦੇ ਹਨ ਸਰੰਜਾਮ। ਸਰੰਜਾਮ ਦਾ ਅਰਥ ਹੈ ਉਹ ਕੰਮ ਜਿਸ ਨੂੰ ਕਰਦਿਆਂ ਹੋਇਆਂ ਅਸੀਂ ਅਖੀਰ ਕਾਮਯਾਬੀ ਹਾਸਲ ਕਰ ਜਾਈਏ। ਸਤਿਗੁਰੂ ਆਖਦੇ ਉਹ ਇੰਤਜ਼ਾਮ ਵਿੱਚ, ਉਸ ਆਹਰ ਵਿੱਚ ਲੱਗ, ਜਿਸ ਆਹਰ ਵਿੱਚ ਲੱਗਿਆਂ ਇਸ ਸੰਸਾਰ ਸਮੁੰਦਰ ਤੋਂ ਪਾਰ ਲੰਘ ਜਾਈਦਾ ਹੈ, ਸੰਸਾਰ ਸਮੁੰਦਰ ਨੂੰ ਤਰ ਜਾਈਦਾ ਹੈ, ਬੁਰਾਈਆਂ ਤੋਂ ਮੁਕਤ ਹੋ ਜਾਈਦਾ ਹੈ। ਐਸੇ ਸੋਹਣੇ ਆਹਰ ਵਿੱਚ ਲੱਗ ਜਾ। ਜਨਮ ਬਿਰਥਾ ਜਾਤ ਰੰਗ ਮਾਇਆ ਕੈ ਰਹਾਓ। ਨਹੀਂ ਤਾਂ ਨਿਰੇ ਮਾਇਆ ਦੇ ਮੋਹ ਵਿੱਚ ਫਸ ਕੇ ਇਹ ਜੀਵਨ ਵਿਅਰਥ ਜਾ ਰਿਹਾ ਹੈ। ਮਾਇਆ ਦੇ ਪਿਆਰ ਵਿੱਚ ਫਸ ਕੇ ਇਹ ਜੀਵਨ ਬਰਬਾਦ ਹੋ ਰਿਹਾ ਹੈ, ਔਗਣਾਂ ਨਾਲ ਭਰ ਰਿਹਾ ਹੈ, ਬੁਰਾਈਆਂ ਦਾ ਸ਼ਿਕਾਰ ਹੋ ਰਿਹਾ ਹੈ। ਇਸ ਨੂੰ ਬਰਬਾਦ ਨਾ ਕਰ, ਇਸ ਨੂੰ ਵਿਅਰਥ ਨਾ ਜਾਣ ਦੇ, ਇਸ ਨੂੰ ਔਗਣਾਂ ਦੇ ਟਿਕਣ ਲਈ ਇਹ ਜਗ੍ਹਾ ਨਾ ਬਣਨ ਦੇ, ਸਗੋਂ ਪਰਮੇਸ਼ਰ ਦੇ ਗੁਣਾਂ ਦਾ ਭੰਡਾਰ ਬਣਾ, ਇਸ ਨੂੰ ਸਵਾਰ, ਇਸ ਨੂੰ ਸੋਹਣਾ ਬਣਾ ਕੇ ਪਰਮੇਸ਼ਰ ਨੂੰ ਸਮਰਪਣ ਕਰ ਦੇ। ਜਪ ਤਪ ਸੰਜਮ ਧਰਮ ਨਾ ਕਮਾਇਆ। ਜਪ, ਜਪ ਦਾ ਅਰਥ ਹੈ ਪਰਮੇਸ਼ਰ ਦੀ ਯਾਦ, ਸਿਮਰਨ। ਤਪ, ਤਪ ਦਾ ਅਰਥ ਹੈ ਸੇਵਾ ਆਦਿਕ ਦਾ ਉਦਮ। ਸੰਜਮ, ਸੰਜਮ ਦਾ ਅਰਥ ਹੈ ਮਨ ਨੂੰ ਵਿਕਾਰਾਂ ਵੱਲੋਂ ਰੋਕਣ ਦਾ ਚੰਗੀ ਤਰ੍ਹਾਂ ਦਾ ਆਹਰ। ਸਤਿਗੁਰੂ ਆਖਦੇ, ਹੇ ਭਾਈ, ਪ੍ਰਭੂ ਦਾ ਸਿਮਰਨ ਨਹੀਂ ਕਰਦਾ, ਪ੍ਰਭੂ ਨੂੰ ਮਿਲਣ ਲਈ ਸੇਵਾ ਆਦਿਕ ਦਾ ਕੋਈ ਉਦਮ ਨਹੀਂ ਕਰਦਾ, ਮਨ ਨੂੰ ਵਿਕਾਰਾਂ ਵੱਲੋਂ ਰੋਕਣ ਦਾ ਤੂੰ ਯਤਨ ਨਹੀਂ ਕਰਦਾ, ਤੂੰ ਅਜਿਹਾ ਕੋਈ ਧਰਮ ਨਹੀਂ ਕਮਾਉਂਦਾ ਜਿਸ ਨਾਲ ਪਰਮੇਸ਼ਰ ਨਾਲ ਸਾਂਝ ਤੇਰੀ ਬਣ ਜਾਏ। ਸੇਵਾ ਸਾਧ ਨਾ ਜਾਣਿਆ ਹਰ ਰਾਇਆ। ਨਾ ਹੀ ਤੂੰ ਗੁਰੂ ਦੀ ਸੇਵਾ ਕੀਤੀ, ਨਾ ਤੂੰ ਮਾਲਕ ਪ੍ਰਭੂ ਦਾ ਸਿਮਰਨ ਕੀਤਾ, ਕੋਈ ਕਰਮ ਵੀ ਨਹੀਂ। ਜਪ ਤਪ ਸੰਜਮ ਧਰਮ ਨਾ ਕਮਾਇਆ, ਸੇਵਾ ਸਾਧ ਨਾ ਜਾਣਿਆ ਹਰ ਰਾਇਆ। ਨਾ ਜਪ, ਨਾ ਤਪ, ਨਾ ਸੰਜਮ, ਨਾ ਗੁਰੂ ਦੀ ਸੇਵਾ, ਤੇ ਨਾ ਹਰੀ ਰਾਏ ਨੂੰ ਜਾਣਨ ਦੀ ਕੋਸ਼ਿਸ਼। ਸਤਿਗੁਰੂ ਆਖਦੇ ਫਿਰ ਜਨਮ ਵਿਅਰਥ ਜਾਏਗਾ। ਇਹ ਜਨਮ ਮੋਹ ਮਾਇਆ ਦੇ ਚਿੱਕੜ ਵਿੱਚ ਫਸ ਜਾਏਗਾ, ਬਰਬਾਦ ਹੋ ਜਾਏਗਾ। ਤੇ ਫਿਰ ਸਤਿਗੁਰੂ ਕੁਝ ਹਦਾਇਤ ਐਵੇਂ ਦੀ ਵੀ ਬਾਣੀ ਦੇ ਰਾਹੀਂ ਕਰਦੇ ਆ ਕਿ ਭਲਿਆ ਜੇ ਪਰਮੇਸ਼ਰ ਦਾ ਨਾਮ ਵਿਸਰ ਗਿਆ ਤਾਂ ਸਰੀਰ ਭਾਵੇਂ ਮਨੁੱਖ ਵਾਲਾ ਰਹਿ ਜਾਏ, ਪਰ ਕਰਤੂਤਾਂ ਤੇਰੀਆਂ ਆਦਤਾਂ, ਤੇਰਾ ਰਹਿਣ ਸਹਿਣ ਮਨੁੱਖ ਵਾਲਾ ਨਹੀਂ ਰਹੇਗਾ। ਸਤਿਗੁਰੂ ਆਖਦੇ ਨੇ ਨਾ ਬਾਣੀ ਅੰਦਰ, ਕਰਤੂਤ ਪਸ਼ੂ ਕੀ ਮਾਨਸ ਜਾਤ, ਲੋਕ ਪਚਾਰਾ ਕਰੈ ਦਿਨ ਰਾਤ। ਕਰਤੂਤ ਪਸ਼ੂ ਵਾਲੀ ਹੈ, ਸਿਰਫ ਸਰੀਰ ਦਿੱਖ ਹੀ ਮਨੁੱਖ ਵਾਲੀ ਰਹਿ ਜਾਂਦੀ ਹੈ। ਮਹਾਰਾਜ ਬਾਣੀ ਅੰਦਰ ਹੋਰ ਵੀ ਪਿਆਰੇ ਜੇ ਬੋਲ ਇੱਕ ਥਾਂ ਤੇ ਰੱਖਦੇ ਹੈ, ਤੇ ਮਹਾਰਾਜ ਕਹਿੰਦੇ ਹੈ, ਮਾਨਸ ਪਸ਼ੂ ਮਾਨਸ ਚੰਮ ਪਲੇਟੇ ਅੰਦਰੋਂ ਕਾਲਿਆ। ਹੈਨ ਪਸ਼ੂ ਪਰ ਮਨੁੱਖ ਦੇ ਚੰਮ ਵਿੱਚ ਲਪੇਟੇ ਹੋਏ ਹਨ। ਚੰਮ ਮਨੁੱਖ ਦਾ ਲੱਗਿਆ ਹੈ, ਅੰਦਰੋਂ ਕਾਲੇ ਹੈ, ਅੰਦਰੋਂ ਭੈੜੇ ਹੈ। ਹੈਨ ਪਸ਼ੂ ਪਰ ਚੰਮ ਮਨੁੱਖ ਦਾ ਹੈ। ਸਤਿਗੁਰੂ ਆਖਦੇ ਨਹੀਂ ਭਾਈ, ਜੇ ਸਾਨੂੰ ਮਨੁੱਖ ਦਾ ਚੰਮ ਲੱਗਾ ਹੈ, ਸਰੀਰ ਮਨੁੱਖ ਵਾਲਾ ਮਿਲਿਆ ਹੈ, ਤੇ ਸਾਨੂੰ ਸੁਭਾਅ ਕਰਕੇ, ਸੋਚ ਕਰਕੇ, ਆਦਤਾਂ ਕਰਕੇ ਵੀ ਮਨੁੱਖ ਹੀ ਬਣ ਜਾਣਾ ਚਾਹੀਦਾ ਹੈ। ਕਰਮ ਮਨੁੱਖ ਵਾਲੇ ਕਰਨੇ ਚਾਹੀਦੇ ਹਨ। ਤਾਂ ਉਹ ਕਰਮ
ਮਨੁੱਖ ਵਾਲੇ ਸਤਿਗੁਰੂ ਜੀ ਦੀ ਬਾਣੀ ਸਮਝਾਉਂਦੀ ਹੈ, ਭਾਈ ਐਵੇਂ ਚੱਲਣਾ ਚਾਹੀਦਾ ਹੈ, ਆਹ ਕਰਮ ਕਰਨੇ ਚਾਹੀਦੇ ਆ, ਆਹ ਕਰਮ ਛੱਡ ਦੇਣੇ ਚਾਹੀਦੇ ਆ। ਬਾਣੀ ਨੇ ਬੜੇ ਵਿਸਥਾਰ ਨਾਲ ਸਾਨੂੰ ਮਨੁੱਖਾ ਜੀਵਨ ਜਾਚ ਸਮਝਾਈ ਹੈ, ਆਓ ਸਮਝਿਆ ਕਰੀਏ। ਕਹੋ ਨਾਨਕ ਹਮ ਨੀਚ ਕਰਮਾ। ਪ੍ਰਭੂ ਦੇ ਦਰ ਤੇ ਅਰਦਾਸ ਕਰਦਾ ਹੋਇਆ ਨਾਨਕ ਆਖਦਾ ਹੈ, ਹੇ ਪ੍ਰਭੂ, ਅਸੀਂ ਜੀਵ ਮੰਦ ਕਰਮੀ ਹਾਂ, ਭੈੜੇ ਹਾਂ, ਭੈੜੇ ਆਚਰਣ ਵਾਲੇ ਹਾਂ ਤੇ ਤੇਰੀ ਸ਼ਰਨ ਪਏ ਹਾਂ। ਦਾਤਿਆ, ਸਾਨੂੰ ਸਮਝ ਆਈ ਕਿ ਅਸੀਂ ਆਪਣੀ ਜ਼ਿੰਦਗੀ ਨੂੰ ਸਵਾਰਨ ਵਾਲੇ ਪਾਸੇ ਨਹੀਂ, ਹਾਰਨ ਵਾਲੇ ਪਾਸੇ ਤੁਰ ਪਏ ਸਾਂ। ਸਮਝ ਆਈ ਹੈ ਤੇ ਤੇਰੀ ਹੁਣ ਸ਼ਰਨ ਆਏ ਹਾਂ। ਸ਼ਰਨ ਪਰੇ ਕੀ ਰਾਖੋ ਸ਼ਰਮਾ। ਹੇ ਪ੍ਰਭੂ ਜੀ, ਸਾਡੀ ਸ਼ਰਨ ਪਿਆਂ ਦੀ ਲਾਜ ਰੱਖ, ਸਾਨੂੰ ਆਪਣਾ ਬਣਾ ਲੈ। ਅਸੀਂ ਤੇਰੇ ਹਾਂ, ਅਸੀਂ ਇਹਨਾਂ ਬੁਰਾਈਆਂ ਵੱਲੋਂ ਤੌਬਾ ਕਰਦੇ ਹਾਂ, ਅਸੀਂ ਤੇਰੇ ਤੇ ਭਰੋਸਾ ਰੱਖਦੇ ਹਾਂ ਤੇ ਹੋਰ ਬਾਕੀ ਸਿਰ ਦੇ ਸਾਈਂ ਆਪਣੇ ਛੱਡਦੇ ਹਾਂ। ਹੇ ਮਾਲਿਕ ਜੀ, ਅਸੀਂ ਗੁਣਾਂ ਵਾਲੀ ਜ਼ਿੰਦਗੀ ਜਿਉਣ ਲਈ ਤੇਰੀ ਸ਼ਰਨ ਆਏ ਹਾਂ, ਔਗਣਾਂ ਦਾ ਤਿਆਗ ਕਰਦੇ ਹਾਂ। ਸਤਿਗੁਰੂ ਦੇ ਪਿਆਰਿਓ, ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਬਾਣੀ ਅੰਦਰ ਇਹ ਲੜੀ ਵਿੱਚ ਨਿਤਨੇਮ ਦੀ ਦੂਜੀ ਬਾਣੀ ਹੈ ਤੇ 9 ਸ਼ਬਦ 5 100 ਦਰ ਵਾਲੇ ਤੇ 4 100 ਪੁਰਖ ਵਾਲੇ ਆਪਾਂ ਵਿਚਾਰੇ ਹਨ, ਜਿਨ੍ਹਾਂ ਦਾ ਪਾਠ ਕਰਦਿਆਂ ਵਿਸ਼ਰਾਮ ਉਚਾਰਨ ਧਿਆਨ ਵਿੱਚ ਲਿਆਉਂਦਿਆਂ ਹੋਇਆਂ, ਸੰਖੇਪ ਵਿਚਾਰ ਕਰਦਿਆਂ ਹੋਇਆਂ ਬੇਅੰਤ ਭੁੱਲਾਂ ਖਿਮਾ ਕਰ ਦੇਣੀਆਂ। ਆਓ ਇਹਨਾਂ ਅਖੀਰਲੀਆਂ ਲਾਈਨਾਂ ਨੂੰ ਇੱਕ ਵਾਰੀ ਆਪਾਂ ਰਲ ਕੇ ਸਾਰੇ ਹੀ ਪੜ੍ਹੀਏ ਤੇ ਪਿਆਰ ਨਾਲ ਸਮਾਪਤੀ ਕਰੀਏ। ਜਪ ਤਪ ਸੰਜਮ ਧਰਮ ਨਾ ਕਮਾਇਆ, ਸੇਵਾ ਸਾਧਨਾ ਜਾਣਿਆ ਹਰ ਰਾਇਆ। ਕਹੋ ਨਾਨਕ ਹਮ ਨੀਚ ਕਰਮਾ, ਸ਼ਰਨ ਪਰੇ ਕੀ ਰਾਖੋ ਸ਼ਰਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।